हाँ जी बेटा, गुड आफ्टरनून ਸਾਰੇ ਬੱਚਿਆਂ ਨੂੰ। ਤਾਂ ਅੱਜ ਆਪਣਾ ਲੈਕਚਰ 3 ਸਟਾਰਟ ਹੋ ਰਿਹਾ ਹੈਗਾ ਕਾਰਬਨ ਐਂਡ ਇਟਸ ਕੰਪਾਊਂਡਸ ਦਾ। ਸੋ ਪਹਿਲਾਂ ਆਪਾਂ ਜੋ ਕੁਝ ਵੀ ਡਿਸਕਸ ਕੀਤਾ ਬੇਟਾ ਉਹਦਾ ਕਾਫੀ ਕੁਝ ਜਿਹੜਾ ਬੇਸਿਕ ਆਪਾਂ ਪਿਛਲੇ ਜਿਹੜਾ ਲੈਸਨਸ ਦੇ ਵਿੱਚ ਕੀਤਾਗਾ ਤੇ ਅੱਜ ਸਾਰਾ ਕੁਝ ਉਹ ਯੂਜ਼ ਹੋਣਾ ਆਪਣਾ। ਬਹੁਤ ਸਾਰੀਆਂ ਨਵੀਆਂ ਚੀਜ਼ਾਂ ਤੁਸੀਂ ਸਿੱਖੋਗੇ। ਇੱਕ ਕੈਮਿਸਟਰੀ ਨੂੰ ਜੇ ਤੁਸੀਂ ਅੱਗੇ ਜਾ ਕੇ ਫਰਦਰ ਪੜੋਗੇ ਨਾ ਤਾਂ ਕੈਮਿਸਟਰੀ ਦੇ 3 ਬ੍ਰਾਂਚੇਸ ਬਣ ਜਾਇਆ ਕਰਨਗੀਆਂ। ਫਿਜ਼ੀਕਲ ਕੈਮਿਸਟਰੀ, ਇਨਆਰਗੈਨਿਕ ਕੈਮਿਸਟਰੀ, ਆਰਗੈਨਿਕ ਕੈਮਿਸਟਰੀ। ਤਾਂ ਜੋ ਤੁਸੀਂ ਅੱਜ ਆ ਚੈਪਟਰ ਕਰ ਰਹੇ ਹੋ ਕਾਰਬਨ ਐਂਡ ਇਟਸ ਕੰਪਾਊਂਡਸ, ਤਾਂ ਬੇਟਾ ਜੀ ਕਿਹਾ ਜਾਂਦਾ 10th ਕਲਾਸ ਦੇ ਵਿੱਚ ਇਹਨੂੰ ਆਰਗੈਨਿਕ ਕੈਮਿਸਟਰੀ ਦਾ ਚੈਪਟਰ ਹੀ ਕਹਿ ਦਿੰਦੇ। ਇਹ ਚੈਪਟਰ ਆਰਗੈਨਿਕ ਕੈਮਿਸਟਰੀ ਦਾ ਹੀ ਹੈ। ਇਸ ਕਰਕੇ ਸਾਰੇ ਬੱਚੇ ਇਹਨੂੰ ਧਿਆਨ ਨਾਲ ਸੁਣਿਓ। ਕੀ ਹੁੰਦੀ ਆਰਗੈਨਿਕ ਕੈਮਿਸਟਰੀ, ਕਿੱਥੋਂ ਆਇਆ ਵਰਡ ਆਰਗੈਨਿਕ, ਇਹ ਸਾਰੀਆਂ ਚੀਜ਼ਾਂ ਆਪਾਂ ਇਸ ਚੈਪਟਰ ਦੇ ਵਿੱਚ ਅੱਜ ਗੱਲਬਾਤ ਕਰਾਂਗੇ। ਸੋ ਅੱਜ ਆਪਣਾ 3rd ਡੇ ਇਸ ਚੈਪਟਰ ਦਾ। ਸੋ 3rd ਡੇ ਦੇ ਵਿੱਚ ਆਪਾਂ ਕੀ ਕੁਛ ਇਹਦੇ ਵਿੱਚ ਗੱਲਬਾਤ ਕਰਾਂਗੇ ਇਸ ਚੈਪਟਰ ਦੇ ਲਈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਆਰਗੈਨਿਕ ਕੰਪਾਊਂਡਸ ਕੀ ਹੁੰਦੇ ਆ, ਉਹਨਾਂ ਦੀ ਇੰਟਰੋਡਕਸ਼ਨ ਕਰਾਂਗੇ ਆਪਾਂ। ਇੰਟਰੋਡਕਸ਼ਨ ਅਬਾਊਟ ਆਰਗੈਨਿਕ ਕੰਪਾਊਂਡਸ। ਕੀ ਹੁੰਦੇ ਆਰਗੈਨਿਕ ਕੰਪਾਊਂਡਸ, ਕਿਵੇਂ ਬਣਾਇਆ ਕਰੋਗੇ ਆਰਗੈਨਿਕ ਕੰਪਾਊਂਡਸ। ਐਂਡ ਮੈਂ ਅੱਜ ਇੱਥੇ ਫਿਜ਼ੀਕਲੀ ਕੁਝ ਮਾਡਲ ਵੀ ਲੈ ਕੇ ਆਇਆ ਤੁਹਾਡੇ ਲਈ ਕਿ ਤਾਂ ਕਿ ਤੁਸੀਂ ਸਮਝੋ ਕਿ ਆਰਗੈਨਿਕ ਕੰਪਾਊਂਡਸ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਸਾਨੂੰ ਅੱਜ ਆਰਗੈਨਿਕ ਕੰਪਾਊਂਡਸ ਮਿਲਦੇ ਆ। ਆਰਗੈਨਿਕ ਕੈਮਿਸਟਰੀ ਦੇ ਵਿੱਚ ਜਿਵੇਂ ਅੱਗੇ ਜਾ ਕੇ ਪੜੋਗੇ ਜਾਂ ਅੱਜ ਪੜੋਗੇ ਕਿ ਆਪਾਂ ਨੂੰ ਇਸ ਦੁਨੀਆ ਦੇ ਵਿੱਚ ਆਪਣੇ ਵਰਲਡ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਆਰਗੈਨਿਕ ਕੰਪਾਊਂਡਸ ਮਿਲਦੇ ਆ। ਐਂਡ ਉਹ ਸਾਰੇ ਆਰਗੈਨਿਕ ਕੰਪਾਊਂਡਸ ਜਿਹੜੇ ਹੈਗੇ ਬੇਟਾ ਜਿਹੜੇ ਸਾਰੇ ਆਰਗੈਨਿਕ ਕੰਪਾਊਂਡਸ ਨੇ ਬੇਟਾ, ਠੀਕ ਹੈ, ਉਹਦੇ ਲਈ ਸਾਨੂੰ ਅਲੱਗ ਤੋਂ ਇੱਕ ਬ੍ਰਾਂਚ ਆਰਗੈਨਿਕ ਕੈਮਿਸਟਰੀ ਕਿਉਂ ਬਣਾਉਣੀ ਪਈ, ਤਾਂ ਉਹਦੀ ਗੱਲਬਾਤ ਆਪਾਂ ਅੱਜ ਕਰਦੇ ਹਾਂ। ਸੋ ਸਾਰੇ ਰੈਡੀ ਹੋ? ਕੋਈ ਡਾਊਟ ਪਹਿਲਾਂ ਕਿਸੇ ਸੈਸ਼ਨ ਚੋਂ ਦੱਸੋ ਪਹਿਲਾਂ ਤਾਂ। ਪਿਛਲੇ ਵਾਲੇ ਸੈਸ਼ਨਸ ਤੋਂ ਕੋਈ ਡਾਊਟ ਤਾਂ ਨਹੀਂ? ਐਲੋਟ੍ਰੋਪਸ ਸਭ ਨੂੰ ਪਤਾ, ਕਿਹੜੇ ਕਿਹੜੇ ਸੀ ਐਲੋਟ੍ਰੋਪਸ? ਡਾਇਮੰਡ, ਗ੍ਰੇਫਾਈਟ, ਬਕਮਿੰਸਟਰ, ਫੁਲਰੀਨ। ਓਕੇ, ਤੇ ਤਿੰਨਾਂ ਦੇ ਵਿੱਚ ਡਿਫਰੈਂਸ, ਕੈਮੀਕਲ ਪ੍ਰੋਪਰਟੀ ਦਾ ਡਿਫਰੈਂਸ ਪਤਾ ਸਭ ਨੂੰ? ਕੈਮੀਕਲ ਪ੍ਰੋਪਰਟੀ 'ਚ ਕੋਈ ਡਿਫਰੈਂਸ ਸੀਗਾ? ਨਹੀਂ, ਸਾਰੇ ਕਾਦੇ ਬਣੇ ਹੋਏ ਸੀ ਉਹ? ਕਾਰਬਨ ਦੇ। ਐਂਡ ਉਸ ਤੋਂ ਬਾਅਦ ਇੱਕ ਚੀਜ਼ ਹੋਰ ਕੀ ਸੀ, ਅਗਰ ਉਹ ਸਾਰੇ ਕਾਰਬਨ ਦੇ ਬਣੇ ਸਾਡੇ ਕੋਲ ਪ੍ਰੂਫ ਕੀ ਸੀਗਾ ਉਹਦਾ ਦੱਸੋਗੇ? ਹਾਂਜੀ, ਕਿ ਜਦੋਂ ਵੀ ਅਸੀਂ ਉਹਨੂੰ ਬਰਨ ਕਰਾਂਗੇ ਤਾਂ ਕੀ ਹੋਊਗਾ? ਸਾਰਾ ਕਾਰਬਨ ਡਾਈਆਕਸਾਈਡ ਦੇ ਵਿੱਚ ਕਨਵਰਟ ਹੋ ਜਾਊਗਾ। ਓਕੇ ਜੀ, ਇੱਕ ਮਿੰਟ ਬਸ ਇੱਧਰੋਂ ਥੋੜਾ ਲੌਗਇਨ ਕਰਕੇ ਆਪਾਂ ਚਲਾ ਲਈਏ ਤਾਂ ਕਿ ਮੈਨੂੰ ਪਤਾ ਲੱਗਦਾ ਰਹੋ ਬੇਟਾ। ਸੋ ਉਸ ਤੋਂ ਬਾਅਦ ਅਸੀਂ ਕੀ ਡਿਸਕਸ ਕਰਾਂਗੇ ਬੇਟਾ ਕਿ ਜੋ ਅਸੀਂ ਆਰਗੈਨਿਕ ਕੰਪਾਊਂਡਸ ਨੂੰ ਦੇਖਾਂਗੇ ਕਿ ਕੀ ਹੁੰਦੇ ਆਰਗੈਨਿਕ ਕੰਪਾਊਂਡਸ। ਉਸ ਤੋਂ ਬਾਅਦ ਉਹਨਾਂ ਆਰਗੈਨਿਕ ਕੰਪਾਊਂਡਸ ਦੇ ਟਾਈਪਸ ਵੀ ਨੇ। ਟਾਈਪਸ ਨੇ, ਕਿੰਨੀਆਂ ਟਾਈਪਸ ਨੇ, ਕਿਹੜੀਆਂ ਨੇ, ਉਹਦੇ ਬਾਰੇ ਗੱਲਬਾਤ ਕਰਨੀ ਹੈ। ਐਂਡ ਉਹੀ ਆਰਗੈਨਿਕ ਕੰਪਾਊਂਡ ਦੀ ਇੱਕ ਟਾਈਪ ਜਿਹੜੀ ਹੈਗੀ ਆ, ਵੈਸੇ ਤਾਂ ਅੱਜ ਆਪਾਂ ਕਰਾਂਗੇ 5-6 ਟਾਈਪਸ ਹੁੰਦੀਆਂ ਆਰਗੈਨਿਕ ਕੰਪਾਊਂਡਸ ਦੀਆਂ। ਇਹਦੇ ਵਿੱਚੋਂ ਇੱਕ ਕੰਪਾਊਂਡ ਜਿਹੜਾ ਹੈਗਾ ਹਾਈਡਰੋਕਾਰਬਨ, ਉਹਦਾ ਫਸਟ ਪਾਰਟ ਅੱਜ ਕਰ ਲਾਂਗੇ, ਸਾਰਾ ਪੂਰਾ ਨਹੀਂ ਹੋਊਗਾ, ਇਸ ਕਰਕੇ ਹਾਈਡਰੋਕਾਰਬਨਸ ਨੂੰ ਆਪਾਂ ਕੁਝ ਕੱਲ ਵੀ ਡਿਸਕਸ ਕਰਾਂਗੇ। ਬਟ ਇੰਟਰੋਡਕਸ਼ਨ ਜਿਹੜੀ ਹਾਈਡਰੋਕਾਰਬਨ ਦੀ ਅੱਜ ਹੋ ਜੂਗੀ। ਹਾਈਡਰੋਕਾਰਬਨ ਕੀ ਹੁੰਦਾ, ਕਿੰਨੇ ਟਾਈਪ ਦੇ ਹੁੰਦੇ ਆ, ਇਹ ਆਪਾਂ ਕੱਲ ਗੱਲ ਕਰਾਂਗੇ। ਜੇ ਕਿੰਨੇ ਟਾਈਪ ਦੇ ਹੁੰਦੇ ਅੱਜ, ਸ਼ਾਇਦ ਅੱਜ ਆਪਾਂ ਲਾਸਟ ਦੇ ਵਿੱਚ ਇਹਨੂੰ ਡਿਸਕਸ ਕਰ ਲਈਏ। ਓਕੇ, ਸੋ ਲੈਕਚਰ ਨੰਬਰ 3 ਕਾਰਬਨ ਐਂਡ ਇਟਸ ਕੰਪਾਊਂਡਸ, ਤੁਹਾਡੇ ਚੈਪਟਰ ਦਾ ਨਾਮ। ਸੋ ਸਭ ਤੋਂ ਪਹਿਲਾਂ ਮੇਰੀਆਂ ਕੁਝ ਟਿਪਸ ਨੇ ਬੇਟਾ, ਜਿਨ੍ਹਾਂ ਨੂੰ ਤੁਸੀਂ ਫੋਲੋ ਕਰ ਲਓਗੇ ਤਾਂ ਆਰਗੈਨਿਕ ਕੈਮਿਸਟਰੀ ਪੜ੍ਹਨ ਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ। ਜੇ ਮੈਂ ਗੱਲ ਕਰਾਂ ਬੇਟਾ, ਮੈਨੂੰ 8 ਸਾਲ ਹੋ ਗਏ 10th ਦੀ ਕੈਮਿਸਟਰੀ ਪੜਾਉਂਦਿਆਂ ਨੂੰ, ਦੈਨ ਅਗਰ ਮੈਂ ਬੱਚਿਆਂ ਨੂੰ ਪੁੱਛਦਾ ਤਾਂ ਬੱਚਿਆਂ ਨੂੰ ਸਭ ਤੋਂ ਔਖਾ ਚੈਪਟਰ ਇਹੀ ਲੱਗਦਾ ਹੁੰਦਾ। ਮੇਰੇ ਕੋਲ ਇੰਸਟਾਗ੍ਰਾਮ ਦੇ ਉੱਤੇ ਬਹੁਤ ਸਾਰੇ ਕਮੈਂਟਸ ਪਏ ਆ, ਠੀਕ ਹੈ, ਬਸ ਥੋੜੀ ਜਿਹੀ ਗਲਤੀ ਰਹਿ ਗਈ, ਨਹੀਂ ਤੁਹਾਨੂੰ ਉੱਥੇ ਦਿਖਾਉਣੇ ਸੀ ਮੈਂ। ਬੱਚਿਆਂ ਦਾ ਇੱਕੋ ਇੱਕ ਕੁਐਸਚਨ ਸੀ ਕਿ ਇੱਕ ਜਿਹੜਾ ਕਾਰਬਨ ਐਂਡ ਇਟਸ ਕੰਪਾਊਂਡਸ ਆ ਉਹਦੇ ਕੁਝ ਪ੍ਰੈਕਟੀਕਲਸ ਜਾਂ ਉਹਦੇ ਕੁਝ ਲੈਸਨ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ YouTube ਤੇ ਅਪਲੋਡ ਕਰੋ। ਤਾਂ ਬੱਚੇ ਕਿਉਂ ਕੁਐਸਚਨ ਕਰ ਰਹੇ ਆ? ਸਕੂਲ ਦੇ ਵਿੱਚ ਤਾਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੋਊਗਾ, ਪਰ ਕਿਤੇ ਨਾ ਕਿਤੇ ਬੱਚਿਆਂ ਦੀ ਗਲਤੀਆਂ ਕੀ ਹੁੰਦੀਆਂ ਨੇ, ਆਹ ਚੀਜ਼ਾਂ ਬੱਚੇ ਨਹੀਂ ਕਰਦੇ। ਸੋ ਆਰਗੈਨਿਕ ਕੈਮਿਸਟਰੀ ਨੂੰ ਪੜ੍ਹਨਾ ਗਾ, ਉਹਦਾ ਤਰੀਕਾ ਜਾਂ ਉਹਨੂੰ ਸਮਝਣਾ ਗਾ, ਉਹਦਾ ਤਰੀਕਾ, ਤਾਂ ਆ ਕੁਝ ਮੇਰੇ 7 ਇੱਥੇ ਬੁਲੇਟ ਪੁਆਇੰਟਸ ਨੇ ਬੇਟਾ, ਇਹਨਾਂ ਨੂੰ ਫੋਲੋ ਕਰ ਲਿਓ। ਉਸ ਤੋਂ ਬਾਅਦ ਕਦੇ ਵੀ ਤੁਹਾਨੂੰ ਜਿਹੜੀ ਹੈਗੀ ਆਰਗੈਨਿਕ ਕੈਮਿਸਟਰੀ ਦੇ ਵਿੱਚ ਬੇਟਾ ਕਦੇ ਵੀ ਪ੍ਰੋਬਲਮ ਨਹੀਂ ਆਊਗੀ, ਇਸ ਚੀਜ਼ ਦੀ ਮੈਂ ਸ਼ੋਰਿਟੀ ਲੈਣਾ ਤੁਹਾਡੇ ਸਾਰਿਆਂ ਨੂੰ।
देखो सारे बच्चे, सब तो पहला बेटा जी जो मेरा इत्थे पॉइंट लिखिया होया हैगा ये हैगा गा जो तुसी बहुत घट फॉलो करदे हो, लिसन क्लास केयरफुली। ਜਦੋਂ ਵੀ ਤੁਸੀਂ ਕਲਾਸ ਨੂੰ ਸੁਣ ਰਹੇ ਹੋ ਚਾਹੇ ਆਨਲਾਈਨ ਚਾਹੇ ਆਫਲਾਈਨ ਬੇਟਾ ਨੂੰ ਬੜੇ ਧਿਆਨ ਨਾਲ ਸੁਣੋ, ਕੰਸੈਂਟਰੇਸ਼ਨ ਦੇ ਨਾਲ ਸੁਣੋ, ਕਿੱਥੇ ਕਿਹੜੀ ਗੱਲ ਕਰ ਰਹੇ ਆਪਾਂ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬਹੁਤ ਕੇਅਰਫੁਲੀ ਸੁਣਨੀਆਂ ਚਾਹੀਦੀਆਂ। ਸੈਕੰਡ ਪੁਆਇੰਟ, ਤੁਹਾਡੇ ਚ ਕਾਫੀ ਬੱਚੇ ਇਦਾਂ ਦੇ ਹੁੰਦੇ ਬੇਟਾ ਕਿ ਅੱਜ ਕਲਾਸ ਲਗਾ ਲਈ ਤੁਹਾਨੂੰ ਪਤਾ ਲੱਗਣ ਲੱਗ ਗਿਆ ਕਾਰਬਨ ਕੀ ਆ, ਉਹਦੇ ਕੰਪਾਊਂਡਸ ਕੀ ਨੇ, ਆਰਗੈਨਿਕ ਕੰਪਾਊਂਡਸ ਕੀ ਨੇ, ਹਾਂ ਨੈਕਸਟ ਦਿਨ ਆਪਾਂ ਜਿਹੜੇ ਹੈਗੇ ਆ ਛੁੱਟੀ ਮਾਰ ਲਈ, किस दी बर्थडे पार्टी आ, किस दा कुछ किस दा कुछ, ये थोड़े काफ़ी सारे मतलब कि रीजनस हो छुट्टी मारन दे, तो तुसी रेगुलरली क्लास अटेंड नहीं करते। अगर तुसी इस क्लास नू रेगुलरली अटेंड ना किया तो बेटा ऑर्गेनिक केमिस्ट्री भुल जाओ कि तुहानू कदे समझ आ जाऊगी। थर्ड, रिवाइज द टॉपिक सेम डे, बेटा जो अज तुहानू टॉपिक करवाता ना उन्होंने अज ही जाके घरे रिवाइज कर लो, इन्ना टाइम तुहाडे सब कोले हुंदा गा। अगर तुसी सोचो ना जी अज छड्डो कोई गल नहीं, अज तो वधिया तो समझ आ गया आपां की करना कि आपां ना थोड़े च काफ़ी बच्चे इस चीज़ नू सोचदे हुंदे आ, तां मैं यही कहूँगा बेटा कि जो अज करवाता इसे टॉपिक नू अज ही रिवाइज करके आपदा काम निबेड़ दो। चौथा, सॉल्व क्लास वर्क एंड होमवर्क, बेटा देखो ਇਹਦੇ ਵਿੱਚ ਤੁਹਾਨੂੰ ਕਲਾਸ ਵਰਕ ਵੀ ਮਿਲਦਾ ਹੈਗਾ। ਕਲਾਸ ਵਰਕ ਮਤਲਬ ਕਿ ਇਹਦੇ ਵਿੱਚ ਹੁਣ ਤੁਹਾਨੂੰ ਕੋਈ ਸਟਰਕਚਰਸ ਬਣਾਉਣ ਨੂੰ ਮਿਲਿਆ ਕਰਨੀ ਆ, ਤੁਸੀਂ ਉਹ ਬਣਾਓ, ਕਲਾਸ ਦੇ ਵਿੱਚ ਬਣਾਈਆਂ ਉਹਨੂੰ ਵੀ ਘਰੇ ਜਾ ਕੇ ਬਣਾ ਕੇ ਦੇਖੋ ਦੁਬਾਰਾ। ਐਂਡ ਕੁਝ ਮੈਂ ਤੁਹਾਨੂੰ ਹੋਮਵਰਕ ਦਿਆ ਕਰੂੰਗਾ, ਲਾਈਕ ਜਿਵੇਂ ਮੈਂ 2 ਮੈਂ ਬਣਾਤੇ ਅਗਲੇ 3 ਤੁਹਾਨੂੰ ਬਣਾਉਣ ਨੂੰ ਕਹਤੇ। ਐਂਡ ਕਾਊਂਟਿੰਗ ਤਾਂ ਸਭ ਨੂੰ ਹੁੰਦੀ ਹੈ ਨਾ 1 2 3 4 5 6 7 8 9 10, ਕਾਊਂਟਿੰਗ ਤਾਂ ਹੁੰਦੀ ਹੈ ਨਾ, ਬਸ ਇਹ 'ਚ ਕਾਊਂਟਿੰਗ ਦਾ ਵੀ ਚੱਕਰ ਹੈ। ਜੇ ਕਾਊਂਟਿੰਗ ਆਉਂਦੀ ਆ ਤਾਂ ਬਹੁਤ ਸੌਖਾ ਚੈਪਟਰ ਹੈ। ਉਸ ਤੋਂ ਬਾਅਦ ਕਹਿੰਦੇ ਜੀ ਐਨਸੀਈਆਰਟੀ ਰੀਡਿੰਗ ਆਫਟਰ ਕਲਾਸ, ਦੇਖੋ ਮੈਂ ਵੀ ਕਰਵਾਉਂਗਾ, ਤੁਹਾਡੀ ਵੀ ਰਿਸਪੌਂਸਿਬਿਲਟੀ ਆ ਕਿ ਜਦੋਂ ਮੈਂ ਕੋਈ ਟੌਪਿਕ ਕਰਵਾਦਾ ਤਾਂ ਘਰੇ ਜਾ ਕੇ ਉਹਦੀ ਐਨਸੀਈਆਰਟੀ ਪੂਰੀ ਕਰ ਲਓ, ਐਨਸੀਈਆਰਟੀ ਰੀਡ ਕਰ ਲਓ ਬਸ, ਉਹਦੀ ਘਰੇ ਜਾ ਕੇ ਸਫੀਸ਼ੀਐਂਟ ਆ। ਐਨਸੀਈਆਰਟੀ ਦੇ ਵਿੱਚ ਸਾਰਾ ਕੁਝ ਮਿਲੂਗਾ ਤੁਹਾਨੂੰ, ਅਸਾਈਨਮੈਂਟਸ ਤੁਹਾਨੂੰ ਮਿਲਦੀਆਂ ਨੇ ਤਾਂ ਇਹਦੀਆਂ ਵੀ ਅਸਾਈਨਮੈਂਟਸ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਕੱਲ ਜਾਂ ਪਰਸੋਂ ਤੋਂ ਮਿਲਣੀਆਂ ਸਟਾਰਟ ਹੋ ਜਾਣਗੀਆਂ। ਅਸਾਈਨਮੈਂਟਸ ਜਿਹੜੀਆਂ ਹੈਗੀਆਂ ਹਰ ਰੋਜ਼ ਇਹਦੀਆਂ ਸੋਲਵ ਕਰੋ ਘਰੇ ਬੈਠ ਕੇ, ਕੁਝ ਤੁਹਾਨੂੰ ਪ੍ਰੈਕਟਿਸ ਕੁਐਸਚਨਸ ਜਿਹੜੇ ਹੈਗੇ ਨੇ ਅਲੱਗ ਤੋਂ ਮਿਲਣਗੇ, ਅਸਾਈਨਮੈਂਟ ਤਾਂ ਮਿਲਣੀ ਹੈ। ਇਹਦੇ ਨਾਲ ਪ੍ਰੈਕਟਿਸ ਕੁਐਸਚਨਸ ਜਿਹੜੇ ਹੈਗੇ ਆ ਤੁਹਾਡੀ ਐਪ ਦੇ ਉੱਤੇ ਜਾਂ ਤੁਹਾਡੇ WhatsApp ਗਰੁੱਪ ਦੇ ਵਿੱਚ ਤੁਹਾਨੂੰ ਮਿਲ ਜਾਇਆ ਕਰਨਗੇ। ਲਾਸਟ ਸਭ ਤੋਂ ਇੰਪੋਰਟੈਂਟ ਮੈਂ ਇਹ ਕਹੂੰਗਾ ਬੇਟਾ ਕਿ ਜਿੰਨੇ ਵੀ ਅੱਜ ਤੱਕ ਪਿਛਲੇ ਸਾਲ ਦੇ ਪੇਪਰਾਂ ਦੇ ਵਿੱਚ ਇਸ ਚੈਪਟਰ ਚੋਂ ਅਗਰ ਕੋਈ ਕੁਐਸਚਨਸ ਆ ਗਏ, ਇਸ ਚੈਪਟਰ ਚੋਂ ਕੋਈ ਜਿੰਨੇ ਵੀ ਤੁਸੀਂ ਪੜ੍ਹਦੇ ਹੋ, ਚਾਹੇ ਮੈਥ ਪੜ੍ਹਦੇ ਹੋ ਚਾਹੇ ਤੁਸੀਂ ਸਾਇੰਸ ਪੜ੍ਹਦੇ ਹੋ, ਤਾਂ ਕਮ ਸੇ ਕਮ तो ਜਦੋਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ ਨਾਲ ਮਤਲਬ ਕਿ ਆਮਣਾ ਸਾਹਮਣਾ ਕਰੋਗੇ ਨਾ ਆਪਦਾ, ਪ੍ਰੀਵੀਅਸ ਈਅਰ ਕੁਐਸਚਨਸ ਨੂੰ ਦੇਖੋਗੇ ਨਾ ਤਾਂ ਤੁਹਾਨੂੰ ਇੰਨੀ ਕੁ ਜੱਜਮੈਂਟ ਆ ਜਾਊ ਕਿ ਪੇਪਰ 'ਚ ਕਿਸ ਲੈਵਲ ਦਾ ਕੁਐਸਚਨ ਪੁੱਛਿਆ ਜਾਊਗਾ, ਕੀ ਕੁਛ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਗਾ, ਐਂਡ ਮੈਂ ਉਹਦੇ ਤੋਂ ਕਿੰਨਾ ਕੁ ਪਿੱਛੇ ਆ ਜਾਂ ਮੈਂ ਕਿੰਨਾ ਕੁ ਐਡਵਾਂਸ ਚੱਲ ਰਿਹਾ। ਅਗਰ ਤਾਂ ਤੁਸੀਂ ਕਹੋ ਯਾਰ ਇਹ ਤਾਂ ਬੜਾ ਸੌਖੇ ਪੁੱਛੇ ਜਾ ਰਹੇ ਹੈਗੇ ਤਾਂ ਇਟ ਮੀਨਸ ਤੁਸੀਂ ਸਹੀ ਚੱਲ ਰਹੇ ਹੋ। ਅਗਰ ਤੁਹਾਨੂੰ ਲੱਗਦਾ ਕਿਤੇ ਪ੍ਰੋਬਲਮ ਆ ਰਹੀ ਆ ਤਾਂ ਬੇਟਾ ਉਸ ਪ੍ਰੋਬਲਮ ਤੁਸੀਂ ਕੀ ਕਰੋ, ਸੌਰਟ ਆਊਟ ਕਰੋ ਆਪਦੀ ਪ੍ਰੋਬਲਮ। ਓਕੇ, ਤਾਂ ਆਪਾਂ ਫਿਰ ਕਰਦੇ ਹਾਂ ਸਟਾਰਟ ਅੱਜ ਦਾ ਚੈਪਟਰ ਕਾਰਬਨ ਐਂਡ ਇਟਸ ਕੰਪਾਊਂਡਸ, ਲੈਕਚਰ 3rd। ਤੇ ਸਾਰੇ ਬੱਚੇ ਜਲਦੀ ਜਲਦੀ ਆਪਦੀਆਂ ਕਾਪੀਜ਼ ਵਗੈਰਾ ਖੋਲ ਲਓ ਕਿਉਂਕਿ ਅੱਜ ਕਾਫੀ ਸਾਰਾ ਕੰਮ ਲਿਖਣ ਵਾਲਾ ਵੀ ਹੋ ਸਕਦਾ ਹੈ। ਓਕੇ, ਬਸ 1 ਮਿੰਟ ਹੋਰ ਦਿਓ ਮੈਨੂੰ बेटा, रिंग लाइट तो ला देंगे यार, जल्दी लगाओ। पीछे करो थोड़ा जिहा, ये काम पहला करके रखा करो यार, जो रिस्पॉन्सिबिलिटी दी थी ना तुम उधर उतार कट। हाँ जी, सो ऑर्गेनिक कंपाउंड्स तो जब अपना चैप्टर स्टार्ट करांगे ਆਪਾਂ ਇਹੀ ਕਿਹਾ ਸੀ ਇੰਟਰੋਡਕਸ਼ਨ ਟੂ ਆਰਗੈਨਿਕ ਕੰਪਾਊਂਡਸ, ਤਾਂ ਕੀ ਹੁੰਦੇ ਨੇ ਆਰਗੈਨਿਕ ਕੰਪਾਊਂਡਸ ਤਾਂ ਇਹਦੇ ਬਾਰੇ ਆਪਾਂ ਦੇਖਦੇ ਹਾਂ। ਕਹਿੰਦੇ ਦਾ ਵਰਡ ਇਨ ਆਰਗੈਨਿਕ, ਸਭ ਤੋਂ ਪਹਿਲਾਂ ਆਰਗੈਨਿਕ ਦਾ ਮਤਲਬ ਕੀ ਹੁੰਦਾ ਬੇਟਾ, ਲਾਈਫ ਹੁੰਦਾ ਹੈ।
ਆਰਗੈਨਿਕ ਦਾ ਮਤਲਬ ਇਹੀ ਕੀ ਹੁੰਦਾਗਾ, ਲਾਈਫ। ਤੁਸੀਂ ਸਾਰੇ ਜਿੰਨੇ ਵੀ ਬੈਠੇ ਹੋ ਇੱਥੇ ਲਿਵਿੰਗ ਹੋ ਸਾਰੇ, ਐਂਡ ਲਿਵਿੰਗ ਬੀਇੰਗਸ ਦੇ ਲਈ ਇੱਕ ਆਪਾਂ ਵਰਡ ਯੂਜ਼ ਕਰ ਲੈਣਾ ਲਾਈਫ, ਕਹਿੰਦਾ ਮੇਰੀ ਲਾਈਫ ਇਦਾਂ, ਮੇਰੀ ਲਾਈਫ ਉਦਾਂ, ਮੇਰੀ ਲਾਈਫ ਇਦਾਂ, ਮੇਰੀ ਲਾਈਫ ਉਦਾਂ। ਅਗਰ ਚੇਅਰ ਦੀ ਗੱਲ ਕਰੀਏ, ਚੇਅਰ ਕੀ ਲਿਵਿੰਗ ਬੀਇੰਗ ਹੈ, ਨॉन लिविंग बीइंग है, दसो? नॉन लिविंग बीइंग। चेयर की एक नॉन लिविंग बीइंग, की दी कोई लाइफ है, कि कोई लाइफ है, नहीं है। सो जिन्ने भी दुनिया के उत्ते लिविंग ऑर्गेनिजम्स ने, चाहे वो कोई मॉस्किटो आ, चाहे वो कोई बैक्टीरिया, चाहे बेटा जी कोई हॉर्स आ, चाहे कोई बफैलो आ, चाहे काओ आ, कोई भी आ, चाहे तुसी हो या मैं, सारे दे सारे जिहड़े ऑर्गेनिज्म अपने विच एक लाइफ हुंदी है। अगर लाइफ अपने च हैगी आ तो बेटा वो लाइफ तो ही वर्ड आया है ऑर्गेनिक, लाइफ तो ही वर्ड आएगा ऑर्गेनिक, मीनस परटेनिंग टू लाइफ। कहते वैन कंपैरेटिवली लिटिल केमिस्ट्री वाज नोन, देखो एक टाइम सीगा ਜਦੋਂ ਥੋੜੀ ਮੋਟੀ ਕੈਮਿਸਟਰੀ ਬਾਰੇ ਜਾਣਨਾ ਸਟਾਰਟ ਕੀਤਾ ਸੀ ਲੋਕਾਂ ਨੂੰ ਥੋੜਾ ਥੋੜਾ ਕੈਮਿਸਟਰੀ ਬਾਰੇ ਪਤਾ ਲੱਗਣ ਲੱਗਿਆ ਸੀਗਾ, ਤਾਂ ਉਹਨਾਂ ਲੋਕਾਂ ਨੇ ਕੀ ਕੀਤਾ ਬੇਟਾ, ਉਹਨਾਂ ਲੋਕਾਂ ਨੇ ਕੀ ਕੀਤਾ ਕਿ ਦੋ ਤਰ੍ਹਾਂ ਦੇ ਜਿਹੜੇ ਕੰਪਾਊਂਡਸ ਨੇ ਇਹਨਾਂ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਤਾ। ਠੀਕ ਹੈ, ਜਿਹੜੇ ਲੋਕ ਨੇ ਉਹਨਾਂ ਨੇ ਕੀ ਕੀਤਾ ਬੇਟਾ, ਕੰਪਾਊਂਡਸ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਤਾ। ਕਹਿੰਦੇ ਜੀ ਦੁਨੀਆ ਤੇ ਜਾਂ ਤਾਂ ਕੰਪਾਊਂਡਸ ਹੈਗੇ ਬੇਟਾ ਜੀ, ਕਿਹੜੇ ਕੰਪਾਊਂਡਸ ਨੇ, ਆਰਗੈਨਿਕ ਕੰਪਾਊਂਡ, ਜਾਂ ਫਿਰ ਕਿਹੜੇ ਕੰਪਾਊਂਡ ਨੇ, ਇਨਆਰਗੈਨਿਕ। ਸੋ ਕੰਪਾਊਂਡਸ ਦੇ ਅਸੀਂ ਕੀ ਕਰਤੀ ਬੇਟਾ, ਕੈਟੇਗਰਾਈਜ਼ ਕਰਤਾ ਸੀ ਕੰਪਾਊਂਡ ਨੂੰ ਦੋ ਕੈਟਾਗਰੀਜ਼ ਦੇ ਵਿੱਚ, ਇੱਕ ਆਰਗੈਨਿਕ ਕੰਪਾਊਂਡ ਤੇ ਇੱਕ ਨੂੰ ਅਸੀਂ ਕੀ ਕਹਤਾ, ਇਨਆਰਗੈਨਿਕ ਕੰਪਾਊਂਡ ਕਹਤਾ। ਕਲੀਅਰ। ਕਹਿੰਦੇ ਆਰਗੈਨਿਕ ਕੰਪਾਊਂਡ ਤੇ ਇਨਆਰਗੈਨਿਕ ਕੰਪਾਊਂਡ ਅੱਜ ਤੋਂ 200 ਸਾਲ ਪਹਿਲਾਂ ਦੀ ਗੱਲ ਆ ਕਿ ਜਦੋਂ ਕੁਝ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਡਿਵਾਈਡ ਕਰਨਾ ਸਟਾਰਟ ਕੀਤਾ, ਕਹਿੰਦੇ ਭਾਈ ਜਿਹੜੇ ਤਾਂ ਕੰਪਾਊਂਡਸ ਲਿਵਿੰਗ ਆਰਗੇਨਿਜ਼ਮਸ ਤੋਂ ਮਿਲ ਸਕਦੇ ਬੇਟਾ, ਉਹਨਾਂ ਸਾਰੇ ਕੰਪਾਊਂਡਸ ਨੂੰ ਅਸੀਂ ਕੀ ਕਹਿ ਦਾਂਗੇ, ਆਰਗੈਨਿਕ ਕੰਪਾਊਂਡਸ। ਠੀਕ ਹੈ, ਜਿਹੜੇ ਕੰਪਾਊਂਡਸ derived from living organisms ਉਹਨਾਂ ਨੂੰ ਅਸੀਂ ਕੀ ਕਹਿ ਦਾਂਗੇ ਬੇਟਾ ਜੀ, ਆਰਗੈਨਿਕ ਕੰਪਾਊਂਡਸ। ਦੂਸਰੀ ਚੀਜ਼, ਜਿੰਨੇ ਵੀ ਆਰਗੈਨਿਕ ਕੰਪਾਊਂਡ ਹੋਣਗੇ ਸਭ ਦੇ ਵਿੱਚ ਤੁਹਾਨੂੰ ਇੱਕ ਐਲੀਮੈਂਟ ਜ਼ਰੂਰ ਮਿਲੂਗਾ, ਉਸ ਐਲੀਮੈਂਟ ਦਾ ਨਾਮ ਹੈ ਕਾਰਬਨ। ਠੀਕ ਹੈ ਜੀ, ਤਾਂ ਇਹਦੇ ਵਿੱਚ ਤੁਹਾਨੂੰ ਹਮੇਸ਼ਾ ਕੀ ਮਿਲੂਗਾ ਬੇਟਾ ਜੀ, ਕਾਰਬਨ ਜ਼ਰੂਰ ਮਿਲੂਗਾ। ਹੁਣ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਆਲ ਕਾਰਬਨ ਕੰਪਾਊਂਡਸ ਆਰ ਕਾਲਡ ਆਰਗੈਨਿਕ ਕੰਪਾਊਂਡ, ਤਾਂ ਫਿਰ ਕਾਰਬਨ ਡਾਈਆਕਸਾਈਡ ਬਾਰੇ ਕੀ ਵਿਚਾਰ ਆ, ਕਾਰਬਨ ਡਾਈਆਕਸਾਈਡ ਬਾਰੇ ਕੀ ਵਿਚਾਰ, ਕਿ ਕਾਰਬਨ ਡਾਈਆਕਸਾਈਡ ਬਣਦਾ ਵੀ ਸਾਡੀ ਬੋਡੀ 'ਚ ਆ, ਕਿ ਆਰਗੈਨਿਕ ਹੈ ਜਾਂ ਇਨਆਰਗੈਨਿਕ ਆ, ਉਹ ਆਰਗੈਨਿਕ। ਤਾਂ ਅੱਗੇ ਪੜਾਂਗੇ ਆਪਾਂ ਬੇਟਾ ਕਿ ਸਾਰੇ ਦੇ ਸਾਰੇ ਕਾਰਬਨ ਕੰਪਾਊਂਡਸ ਆਰਗੈਨਿਕ ਨਹੀਂ ਹੋ ਸਕਦੇ, ਪਰ ਸਾਰੇ ਦੇ ਸਾਰੇ ਆਰਗੈਨਿਕ ਕੰਪਾਊਂਡਸ ਕਾਰਬਨ ਕੰਟੇਨਿੰਗ ਕੰਪਾਊਂਡਸ ਹੋਣਗੇ। ਠੀਕ ਹੈ, ਸੋ ਇਨਆਰਗੈਨਿਕ ਕੰਪਾਊਂਡ ਇਹ ਕਿੱਥੋਂ ਮਿਲਦੇ ਸਾਨੂੰ, ਇਹ ਸਾਨੂੰ ਕਿੱਥੋਂ ਮਿਲਣਗੇ, ਇਹ ਸਾਨੂੰ ਮਿਲਣਗੇ एबायोटिक सोर्स। एबायोटिक सोर्स का मतलब की है कि नॉन लिविंग्स तो मिलणगे, ये सानू कित्थों मिलणगे, लिविंग ऑर्गेनिज्म मतलब कि लिविंग बॉडीज दे विचों मिलणगे। ठीक है जी, कि इन्हां च कार्बन हो सकदा, ठीक है जी, इट आल्सो कंटेन कार्बन्स, इन्हां दे विच भी की हो सकदा बेटा जी, कार्बन हो सकदा गा। ठीक है, हुण इत्थे बेटा जी ध्यान रखियो, एक चीज थोड़ी जी मैं दसन लग्या कि ਇਹਦੇ ਵਿੱਚ ਨਾ ਜਿੰਨੇ ਵੀ ਆਪਾਂ ਨੂੰ ਆਰਗੈਨਿਕ ਕੰਪਾਊਂਡਸ ਮਿਲਣਗੇ ਨਾ, ਤਾਂ ਕਾਰਬਨ ਦੇ ਨਾਲ ਤੁਹਾਨੂੰ ਕੀ ਮਿਲੂਗਾ, ਹਾਈਡਰੋਜਨ ਜ਼ਰੂਰ ਮਿਲੂਗਾ। ਠੀਕ ਹੈ, ਕਾਰਬਨ ਦੇ ਨਾਲ ਹਾਈਡਰੋਜਨ ਜ਼ਰੂਰ ਮਿਲੂਗਾ, ਐਂਡ ਉਹਦੇ ਨਾਲ ਕੁਝ ਹੋਰ ਵੀ ਤੁਹਾਨੂੰ ਮਿਲ ਸਕਦਾ ਹੈਗਾ। ਹਜੇ ਮੈਂ ਸਟਾਰਟਿੰਗ ਕਰ ਰਹੀ ਹਾਂ ਇਹਦੀ, ਮਤਲਬ ਕਿ ਕੀ ਹੁੰਦੇ ਆਰਗੈਨਿਕ ਕੰਪਾਊਂਡਸ, ਹਜੇ ਅੱਗੇ ਜਾ ਕੇ ਬਹੁਤ ਜ਼ਿਆਦਾ ਕਲੀਅਰ ਹੋ ਜਾਊਗਾ ਕਿ ਆਰਗੈਨਿਕ ਕੰਪਾਊਂਡਸ ਕੀ ਹੁੰਦੇ ਆ ਐਂਡ ਡਿਫਰੈਂਸ ਕੀ ਹੈ। ਓਕੇ, ਸੋ ਇਹਨਾਂ ਨੇ ਕਿਹਾ ਗਾ, ਕਹਿੰਦੇ when comparatively little chemistry was known, people thought that substances like sugar, starch, protein and acetic acid, ਦੇਖੋ ਕਿਹੜੇ ਕਿਹੜੇ, ਜਿਵੇਂ ਕਿ ਸ਼ੂਗਰ ਹੋ ਗਿਆ, ਸਟਾਰਚ ਹੋ ਗਿਆ, ਪ੍ਰੋਟੀਨ ਹੋ ਗਿਆ, ਐਸਿਟਿਕ ਐਸਿਡ ਹੋ ਗਿਆ, ਇਹ ਸਾਰੇ ਦੇ ਸਾਰੇ ਜਿਹੜੇ ਕੰਪਾਊਂਡਸ ਨੇ ਕਹਿੰਦੇ could be obtained only from living sources। ਕਹਿੰਦੇ ਜਦੋਂ ਥੋੜੀ ਮੋਟੀ ਕੈਮਿਸਟਰੀ ਦਾ ਲੋਕਾਂ ਨੂੰ ਪਤਾ ਲੱਗਣ ਲੱਗਿਆ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਜਿੰਨੇ ਵੀ ਕੰਪਾਊਂਡਸ ਨੇ ਲਾਈਕ ਸਟਾਰਚ, ਪ੍ਰੋਟੀਨ,
ਸ਼ੂਗਰ, ਐਸਟਿਕ ਐਸਿਡ ਐਟਸੈਟਰਾ, ਹੋਰ ਵੀ ਬਹੁਤ ਕੁਝ ਮਿਲਦਾ ਲਿਵਿੰਗ ਆਰਗੇਨਿਜ਼ਮਸ ਦੀ ਬੋਡੀ ਚੋਂ। ਇਹ ਲਿਵਿੰਗ ਆਰਗੇਨਿਜ਼ਮਸ ਦੇ ਵਿੱਚ ਪਲਾਂਟ ਐਨੀਮਲ ਸਭ ਕੁਝ ਆ ਗਿਆ, ਇਸ ਚੀਜ਼ ਦਾ ਧਿਆਨ ਰੱਖਿਓ। ਤੇ ਕਹਿੰਦੇ ਇਹ ਸਿਰਫ ਕਿੱਥੋਂ ਮਿਲ ਸਕਦੀਆਂ ਸਾਰੀਆਂ ਚੀਜ਼ਾਂ, ਕਹਿੰਦੇ ਲਿਵਿੰਗ ਸੋਰਸ 'ਚ ਮਿਲ ਸਕਦੀਆਂ, ਲਾਈਕ ਕਹਿੰਦੇ ਜਾਂ ਪਲਾਂਟ ਜਾਂ ਫਿਰ ਐਨੀਮਲਸ ਜਾਂ ਫਿਰ ਦੋਨੇ। ਸੋ ਦੇ ਕਾਲਡ ਸਚ ਸਬਸਟੈਂਸਿਸ ਆਰਗੈਨਿਕ ਕੰਪਾਊਂਡਸ, the compounds derived from living organisms। ਫਿਰ ਇਹਨਾਂ ਕੰਪਾਊਂਡਸ ਨੂੰ ਜਿਹੜੇ ਲਿਵਿੰਗ ਆਰਗੇਨਿਜ਼ਮਸ ਤੋਂ ਮਿਲਦੇ ਆ, ਇਹਨਾਂ ਨੂੰ ਹੀ ਆਪਾਂ ਕੀ ਕਹਿਣ ਲੱਗੇ ਬੇਟਾ ਜੀ, ਆਰਗੈਨਿਕ ਕੰਪਾਊਂਡਸ ਕਹਿਣ ਲੱਗੇ। ਦ ਕੈਮਿਸਟਰੀ ਡੀਲਿੰਗ ਵਿਦ them was named organic chemistry। ਹੁਣ ਜਿਹਦੇ ਵਿੱਚ ਬੇਟਾ ਜੀ ਅਸੀਂ ਆਰਗੈਨਿਕ ਕੰਪਾਊਂਡਸ ਦੀ ਸਟੱਡੀ ਕਰਾਂਗੇ, ਜਿਹਦੇ ਵਿੱਚ ਅਸੀਂ ਆਰਗੈਨਿਕ ਕੰਪਾਊਂਡਸ ਦੀ ਸਟੱਡੀ ਕਰਾਂਗੇ, ਕਹਿੰਦੇ ਕੈਮਿਸਟਰੀ ਦੀ ਉਸ ਬ੍ਰਾਂਚ ਨੂੰ ਕੀ ਕਿਹਾ ਜਾਣ ਲੱਗ ਗਿਆ, ਆਰਗੈਨਿਕ ਕੈਮਿਸਟਰੀ। ਸੋ ਆਪਾਂ ਹੁਣ ਕਿਹੜਾ ਚੈਪਟਰ ਪੜ੍ਹ ਰਹੇ ਹਾਂ, ਆਪਾਂ ਆਰਗੈਨਿਕ ਕੈਮਿਸਟਰੀ ਦਾ ਚੈਪਟਰ ਪੜ੍ਹ ਰਹੇ ਹਾਂ। ਇਨਆਰਗੈਨਿਕ ਕੈਮਿਸਟਰੀ ਉਹ ਵਾਲੀ ਕੈਮਿਸਟਰੀ ਜਿਹਦੇ ਵਿੱਚ ਅਸੀਂ ਇਨਆਰਗੈਨਿਕ ਕੰਪਾਊਂਡਸ ਦੀ ਗੱਲ ਕਰਦੇ ਹਾਂ। ਐਂਡ ਇਨਆਰਗੈਨਿਕ ਕੰਪਾਊਂਡ ਸਾਨੂੰ ਕਿੱਥੇ ਮਿਲਦੇ ਆ, ਜਿਵੇਂ ਕਿ ਸਾਨੂੰ ਅਰਥ ਚੋਂ ਮਿਲ ਗਿਆ, ਅਰਥ ਚੋਂ ਤੁਹਾਨੂੰ ਪਤਾ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ, ਠੀਕ ਹੈ। ਫੋਰ ਐਗਜ਼ਾਮਪਲ ਕਾਰਬੋਨੇਟਸ ਮਿਲ ਜਾਂਦੇ ਆ, ਓਰਸ ਵਗੈਰਾ ਤੁਸੀਂ ਪੜ੍ਹ ਕੇ ਆਏ ਹੋ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਅਰਥ ਚੋਂ ਮਿਲਦੀਆਂ। ਐਂਡ ਅਰਥ ਕੀ ਇੱਕ ਨਾਨ ਲਿਵਿੰਗ ਆ, ਠੀਕ ਹੈ, ਨਾਨ ਲਿਵਿੰਗ ਆ। ਐਂਡ ਅਰਥ ਦੇ ਵਿੱਚੋਂ ਸਾਨੂੰ ਕੀ ਮਿਲਦੀਆਂ ਸਾਰੀਆਂ ਚੀਜ਼ਾਂ, ਜਾਂ ਫਿਰ ਸਾਨੂੰ ਮਿਨਰਲਸ ਤੋਂ ਮਿਲਣ, ਤਾਂ ਉਹ ਸਾਰੀਆਂ ਚੀਜ਼ਾਂ ਕੀ ਨੇ, ਇਨਆਰਗੈਨਿਕ ਨੇ। ਪਰ ਜੇ ਕੋਈ ਚੀਜ਼, ਅਗਰ ਕੋਈ ਕੰਪਾਊਂਡ ਲਿਵਿੰਗ ਆਰਗੇਨਿਜ਼ਮ ਦੀ ਬੋਡੀ ਦੇ ਵਿੱਚ ਮਿਲ ਰਿਹਾ ਬੇਟਾ, ਉਹਨੂੰ ਅਸੀਂ ਕੀ ਕਹਾਂਗੇ, ਆਰਗੈਨਿਕ ਕੰਪਾਊਂਡ ਕਹਾਂਗੇ। ਓਕੇ, ਸੋ ਆਰਗੈਨਿਕ ਕੰਪਾਊਂਡਸ ਦੀ ਸਟੱਡੀ ਕਰਨਾ ਹੀ ਆਰਗੈਨਿਕ ਕੈਮਿਸਟਰੀ ਆ। ਉਸ ਤੋਂ ਬਾਅਦ ਆਰਗੈਨਿਕ ਕੰਪਾਊਂਡਸ, ਕਹਿੰਦੇ ਕੰਪਾਊਂਡਸ ਆਫ ਕਾਰਬਨ ਆਰ ਨੋਨ ਐਜ਼ ਆਰਗੈਨਿਕ ਕੰਪਾਊਂਡ। ਦੇਖੋ ਤੁਸੀਂ ਕਹੋਗੇ ਹੁਣੀ ਤਾਂ ਸਰ ਤੁਸੀਂ ਕਹਿ ਕੇ ਗਏ ਸੀਗੇ ਵੀ ਆਪਾਂ ਸਾਰੇ ਕਾਰਬਨ ਕੰਪਾਊਂਡਸ ਨੂੰ ਆਰਗੈਨਿਕ ਕੰਪਾਊਂਡਸ ਨਹੀਂ ਕਹਿ ਸਕਦੇ, ਪਰ ਮੈਂ ਵੀ ਤਾਂ ਕਿਹਾ ਸੀ ਨਾ ਸਾਰੇ ਆਰਗੈਨਿਕ ਕੰਪਾਊਂਡਸ ਕਾਰਬਨ ਕੰਟੇਨਿੰਗ ਕੰਪਾਊਂਡਸ ਹੀ ਹੁੰਦੇ ਆ। ਸੋ ਇੱਕ ਵਾਰ ਇੱਥੇ ਮੈਂ ਇਦਾਂ ਲਿਖਿਆ, ਕੰਪਾਊਂਡਸ ਆਫ ਕਾਰਬਨ, ਜੋ ਵੀ ਕਾਰਬਨ ਦੇ ਕੰਪਾਊਂਡਸ ਨੇ, ਕੁਝ ਨੂੰ ਛੱਡ ਕੇ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ, ਕਹਿੰਦੇ ਉਹਨਾਂ ਸਾਰਿਆਂ ਨੂੰ ਆਪਾਂ ਕੀ ਕਹਿ ਦਾਂਗੇ, ਆਰਗੈਨਿਕ ਕੰਪਾਊਂਡਸ। ਬਸ ਯਾਦ ਰੱਖਿਓ ਜਦੋਂ ਵੀ ਕਿਤੇ ਆਰਗੈਨਿਕ ਕੰਪਾਊਂਡ ਵਰਡ ਆ ਗਿਆ, ਇਹਦੇ ਵਿੱਚ ਤੁਹਾਨੂੰ ਕੀ ਮਿਲੂਗਾ, ਕਾਰਬਨ ਮਿਲੂਗਾ ਹੀ ਮਿਲੂਗਾ। ਇੰਨੇ ਜ਼ਿਆਦਾ ਕਾਰਬਨ ਕੰਪਾਊਂਡਸ ਦੁਨੀਆ ਤੇ ਮਿਲੇ, ਇੰਨੀ ਜ਼ਿਆਦਾ ਡਾਈਵਰਸਿਟੀ ਹੋ ਗਈ ਕਿ ਸਾਇੰਟਿਸਟਸ ਨੂੰ ਇਹਦੇ ਲਈ ਇੱਕ ਅਲੱਗ ਬ੍ਰਾਂਚ ਬਣਾਉਣੀ ਪਏਗੀ, ਆਰਗੈਨਿਕ ਕੈਮਿਸਟਰੀ। ਤੇ ਕਹਿੰਦੇ ਹਰ ਸਾਲ ਪਤਾ ਨਹੀਂ ਕਿੰਨੇ ਜ਼ਿਆਦਾ ਆਰਗੈਨਿਕ ਕੰਪਾਊਂਡਸ ਨਵੇਂ ਮਿਲਦੇ ਆ। ਹਜੇ ਤੱਕ ਵੈਸੇ ਤੁਹਾਡੀ ਬੁੱਕਸ ਦੇ ਵਿੱਚ ਇਹ ਮੈਂਸ਼ਨ ਕੀਤਾ, ਕਹਿੰਦੇ 5 ਮਿਲੀਅਨਸ ਅੱਜ ਆਪਾਂ ਆਰਗੈਨਿਕ ਕੰਪਾਊਂਡ ਸਾਨੂੰ ਪਤਾ। ਪਰ ਲੇਟੈਸਟ ਅਗਰ ਆਪਾਂ ਦੇਖੋ ਬੁੱਕਸ ਬਹੁਤ ਟਾਈਮ ਬਾਅਦ ਦੁਬਾਰੇ ਬੇਟਾ ਜੀ ਇਹ ਰਿਵਾਈਜ਼ਡ ਐਡੀਸ਼ਨ ਹੁੰਦੇ ਇਹਨਾਂ ਦੇ, ਠੀਕ ਹੈ। ਤੇ ਤੁਹਾਡੀ ਬੁੱਕ 'ਚ ਅਗਰ 5 ਮਿਲੀਅਨ ਲਿਖਿਆ ਤਾਂ ਗੂਗਲ ਕਰਕੇ ਦੇਖੋਗੇ ਉੱਥੇ ਕਿਤੇ 19 ਮਿਲੀਅਨ ਲਿਖਿਆ, ਕਿਤੇ 20 ਮਿਲੀਅਨ ਲਿਖਿਆ ਹੈਗਾ। ਤਾਂ ਮੈਂ ਤਾਂ ਫਿਰ ਲੇਟੈਸਟ ਦੇ ਅਕੋਰਡਿੰਗ ਦੱਸੂਗਾ। ਅੱਜ ਅਗਰ ਆਪਾਂ ਗੱਲ ਕਰੀਏ ਤਾਂ ਆਪਣੀ ਦੁਨੀਆ ਦੇ ਉੱਤੇ 20 ਮਿਲੀਅਨ ਕਾਰਬਨ ਕੰਪਾਊਂਡਸ ਮੀਨ ਟੂ ਸੇ ਆਰਗੈਨਿਕ ਕੰਪਾਊਂਡ ਸਾਨੂੰ ਮਿਲ ਰਹੇ। ਐਂਡ ਹਰ ਸਾਲ ਸਾਨੂੰ ਬਹੁਤ ਸਾਰੇ ਕਾਰਬਨ ਕੰਪਾਊਂਡਸ, ਆਰਗੈਨਿਕ ਕੰਪਾਊਂਡਸ ਨਵੇਂ ਮਿਲਦੇ ਆ। ਤਾਂ ਫਿਰ ਆਪਾਂ ਕੀ ਕਹਾਂਗੇ, ਕੰਪਾਊਂਡ ਆਫ ਕਾਰਬਨ ਆਰ ਨੋਨ ਐਸ ਆਰਗੈਨਿਕ ਕੰਪਾਊਂਡ। ਕਾਰਬਨ ਕੰਪਾਊਂਡ ਸਰ ਕੋਵੈਲੈਂਟ ਕੰਪਾਊਂਡ। ਬੇਟਾ ਦੇਖੋ ਕਾਰਬਨ ਕੰਪਾਊਂਡ ਜਿਹੜੇ ਹੁੰਦੇ ਆ ਉਹ ਕਿਹੜੇ ਹੁੰਦੇ ਨੇ, ਕੋਵੈਲੈਂਟ ਕੰਪਾਊਂਡ ਹੁੰਦੇ, ਇਹ ਚੀਜ਼ ਦਾ ਧਿਆਨ ਰੱਖਿਓ। ਕਾਰਬਨ ਕੰਪਾਊਂਡ ਕਿਹੜੇ ਕੰਪਾਊਂਡ ਹੁੰਦੇ ਨੇ, ਕੋਵੈਲੈਂਟ, ਬਿਕੋਜ਼ ਕਾਰਬਨ ਕਦੇ ਵੀ ਇਲੈਕਟ੍ਰੋਨ ਡੋਨੇਟ ਨਹੀਂ ਕਰਦਾ, ਕਦੇ ਵੀ ਇਲੈਕਟ੍ਰੋਨ ਐਕਸੈਪਟ ਨਹੀਂ ਕਰਦਾ, ਇਹ ਹਮੇਸ਼ਾ ਇਲੈਕਟ੍ਰੋਨ ਕੀ ਕਰਦਾਗਾ, ਸ਼ੇਅਰ ਕਰਦਾਗਾ। ਐਂਡ ਸ਼ੇਅਰ ਦੇ ਨਾਲ ਇੱਕ ਇਲੈਕਟ੍ਰੋਨਸ ਦਾ ਪੇਅਰ ਬਣਦਾਗਾ, ਉਹ ਪੇਅਰ ਦੇ ਨਾਲ ਇੱਕ ਬੌਂਡ ਬਣਦਾਗਾ। ਇਸ ਕਰਕੇ ਇਹ ਬੌਂਡਿੰਗ ਕਿਹੜੀ ਬਣਾਉਂਦਾ, ਕੋਵੈਲੈਂਟ ਬੌਂਡਿੰਗ ਬਣਾਉਂਦਾ। ਦੈਟ ਇਜ਼ ਵਾਈ ਕਾਰਬਨ ਹਮੇਸ਼ਾ ਕਿਸ ਤਰ੍ਹਾਂ ਦਾ ਕੰਪਾਊਂਡ ਬਣਾਊਗਾ, ਕੋਵੈਲੈਂਟ ਕੰਪਾਊਂਡ ਬਣਾਊਗਾ। ਤਾਂ ਮੈਂ ਇਹ ਕਹਿ ਸਕਦਾ ਜਿੰਨੇ ਵੀ ਆਰਗੈਨਿਕ ਕੰਪਾਊਂਡ ਨੇ ਸਾਰੇ ਕੋਵੈਲੈਂਟ ਕੰਪਾਊਂਡ ਹੁੰਦੇ ਆ। ਜਿੰਨੇ ਵੀ ਆਪਣੇ ਕੋਲ ਆਰਗੈਨਿਕ ਕੰਪਾਊਂਡ ਹੋਣਗੇ ਸਾਰੇ ਕਿਹੜੇ ਹੋਣਗੇ, ਕੋਵੈਲੈਂਟ ਕੰਪਾਊਂਡ ਹੋਣਗੇ। ਇਨਡਾਇਰੈਕਟ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾਗਾ। ਐਂਡ ਜਿੰਨੇ ਵੀ ਫਿਰ ਕਾਰਬਨ ਕੰਪਾਊਂਡਸ ਨੇ ਬੇਟਾ, ਅਗਰ ਉਹ ਕੋਵੈਲੈਂਟ ਕੰਪਾਊਂਡ ਨੇ, ਇੱਕ ਗੱਲ ਤਾਂ ਤੈਅ ਹੈ, ਉਹਨਾਂ ਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਫਿਰ ਕੀ ਹੋਊਗਾ, ਲੋ ਹੋਊਗਾ। ਪਿਛਲੇ ਸੈਸ਼ਨ 'ਚ ਇਹਦੇ ਲਈ ਆਪਾਂ ਡਿਸਕਸ਼ਨ ਕੀਤੀ ਸੀ, ਕਿਉਂਕਿ ਵੀਕ ਵੰਡਰਵਾਲ ਫੋਰਸਿਸ ਹੁੰਦੀਆਂ ਐਂਡ ਵੀਕ ਵੰਡਰਵਾਲ ਫੋਰਸਿਸ ਦੇ ਥਰੂ ਇਹ ਜੁੜੇ ਹੁੰਦੇ ਆ। ਤੇ ਬੇਟਾ ਥੋੜੇ ਟੈਂਪਰੇਚਰ ਦੇ ਨਾਲ ਹੀ ਉਹ ਕੀ ਹੁੰਦੇ ਆ, ਫੋਰਸ ਆਫ ਅਟਰੈਕਸ਼ਨ ਟੁੱਟ ਜਾਂਦੀ ਹੈ, ਜਿਹਦੇ ਕਰਕੇ ਕੀ ਹੁੰਦੇ ਨੇ, ਮੈਲਟ ਹੋ ਜਾਂਦੇ ਨੇ ਤੇ ਬਹੁਤ ਜਲਦੀ ਬੋਇਲ ਹੋ ਜਾਂਦੇ ਨੇ। ਓਕੇ, ਸੋ ਕਾਰਬਨ ਕੰਪਾਊਂਡ ਜਾਂ ਆਰਗੈਨਿਕ ਕੰਪਾਊਂਡ ਇਹ ਕਿਹੜੇ ਕੰਪਾਊਂਡ ਨੇ, ਕੋਵੈਲੈਂਟ ਕੰਪਾਊਂਡ ਨੇ। ਐਂਡ ਕੋਵੈਲੈਂਟ ਕੰਪਾਊਂਡ ਦੀ ਆਪਾਂ ਇੱਕ ਖਾਸੀਅਤ ਪੜ੍ਹ ਕੇ ਗਏ ਸੀ, ਪ੍ਰੋਪਰਟੀ ਪੜ੍ਹ ਕੇ ਗਏ ਸੀ ਕਿ ਇਹਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਲੋ ਹੁੰਦਾ। ਸੋ ਆਰਗੈਨਿਕ ਕੰਪਾਊਂਡ ਸਾਰੇ ਕੀ ਹੋਣਗੇ ਆਪਣੇ ਕੋਲ, ਕੀ ਹੋਣਗੇ, ਕੋਵੈਲੈਂਟ ਕੰਪਾਊਂਡ। ਓਕੇ, ਸੋ ਕੁਝ ਨਾਮ ਲਿਖੇ ਹੋਏ ਆ, ਹਜੇ ਨਾਮ ਮੈਨੂੰ ਲੱਗਦਾ ਤੁਹਾਨੂੰ ਸਮਝ ਨਹੀਂ ਆਉਣਗੇ। ਜਿਵੇਂ ਫੋਰ ਐਗਜ਼ਾਮਪਲ ਮਿਥੇਨ, ਮਿਥੇਨ ਦਾ ਮੈਲਟਿੰਗ ਪੁਆਇੰਟ ਦੇਖੋ ਕਿੰਨਾ ਗਾ, ਇੰਨੇ ਟੈਂਪਰੇਚਰ ਤੇ ਮੈਲਟ ਹੋ ਜਾਊਗਾ। ਆਪਣਾ ਟੈਂਪਰੇਚਰ ਕਿੰਨਾ ਇੱਥੇ, ਆਪਣਾ ਜੀ ਟੈਂਪਰੇਚਰ ਕਿੰਨਾ ਹੋਊਗਾ
मान लो रूम टैंपरेचर आप मान लेने इत्थे हैगा गा कुछ 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 अज होगा 30 डिग्री सेल्सियस मान लो हैगा, हाइपोथेटिकली नो कर लो, एंड -182 डिग्री सेल्सियस तो बहुत बहुत ठंडा है। कहते जी -182 डिग्री सैल्सीयस ਤੇ ਤਾਂ ਮੈਲਟ ਹੁੰਦਾ, ਮਤਲਬ ਕਿ ਅਗਰ ਇਹਨੂੰ ਮੈਂ 180 ਜਾਂ ਫਿਰ ਇਹਨੂੰ ਮੈਂ -150 ਤੇ ਗੱਲ ਕਰਾਂ, ਉੱਥੇ ਇਹ ਮਿਥੇਨ ਸੋਲਿਡ ਹੋਊਗਾ। ਸੋਲਿਡ ਹੋਣ ਤੋਂ ਬਾਅਦ -182 ਤੇ ਕੀ ਹੋ ਗਿਆ, ਇਹ ਮੈਲਟ ਹੋ ਗਿਆ, ਐਂਡ -161 डिग्री सेल्सियस ਤੇ ਕੀ ਹੋ ਗਿਆ बेटा जी, ਇਹ ਕੀ ਹੋ ਗਿਆ, बॉयल हो गया। ठीक है, अच्छा एक सॉरी 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 -150 कह गया, -150 नहीं 150 नहीं, ਇਹ ਮਾਈਨਸ ਦੇ ਵਿੱਚ ਪਿੱਛੇ ਚੱਲਦੇ ਹੁੰਦੇ ਤੁਹਾਨੂੰ ਪਤਾ। ਹੁਣ ਇਹਨਾਂ ਨੂੰ ਚੋਂ ਅਗਰ ਵੱਡਾ ਦੱਸਣਾ ਹੋਵੇ ਤਾਂ ਕਿਹੜਾ ਹੈਗਾ, ਹਾਂਜੀ बोलो 161 की होगा बेटा इत्थे ਵੱਡਾ ਹੋਊਗਾ। ओके सो देखो 182 डिग्री सेल्सियस ਤੇ ਕੀ ਹੋਊਗਾ बेटा जी, ਮੈਲਟ ਹੋ ਜਾਊਗਾ, ਐਂਡ -161 डिग्री ਤੇ ਕੀ ਹੋ ਜਾਊਗਾ, ਇਹ ਬॉयल ਹੁੰਦਾਗਾ। ਤਾਂ ਤੁਸੀਂ ਐ ਦੱਸੋ ਫਿਰ ਇਹ ਕਿਸ ਫਾਰਮ ਚ ਮਿਲੂਗਾ ਤੁਹਾਨੂੰ, ਇਸ ਟੈਂਪਰੇਚਰ ਦੇ ਉੱਤੇ ਗੈਸ ਫਾਰਮ ਦੇ ਵਿੱਚ ਨਹੀਂ ਮਿਲੂਗਾ ਤੁਹਾਨੂੰ, ਗੈਸਿਸ ਫਾਰਮ ਇਹ ਤੋਂ ਬਾਅਦ ਤਾਂ ਫਿਰ ਗੈਸਿਸ ਫਾਰਮ ਹੀ ਆਊਗੀ, ਪਹਿਲਾਂ ਮੈਲਟ ਹੋਊਗਾ ਫਿਰ ਬॉयल ਹੋਊਗਾ, ਬॉयल ਹੋਣ ਤੋਂ ਬਾਅਦ ਫਿਰ ਕੀ ਆ ਜਾਊਗਾ, ਇਹ ਗੈਸਿਸ ਫਾਰਮ ਚ ਆ ਜਾਊਗਾ। ਸੋ ਮਿਥੇਨ ਹਮੇਸ਼ਾ ਤੁਹਾਨੂੰ ਕਿਸ ਫਾਰਮ ਚ ਮਿਲੂਗਾ बेटा जी, ਗੈਸਿਸ ਫਾਰਮ ਦੇ ਵਿੱਚ ਮਿਲਦਾ। ਗੈਸਿਸ ਫਾਰਮ ਦੇ ਵਿੱਚ ਕਿਉਂ ਮਿਲਦਾ ਗਾ, ਅਗਰ ਤੁਹਾਨੂੰ ਪੁੱਛੇ ਤੁਸੀਂ ਕਹਿ ਦੋਗੇ ਇਹਦਾ ਮੈਲਟਿੰਗ ਤੇ ਬॉइलिंग ਪੁਆਇੰਟ ਬਹੁਤ ਜ਼ਿਆਦਾ ਲੋ ਆ, ਇਸ ਟੈਂਪਰੇਚਰ ਤੇ रूम ਟੈਂਪਰੇਚਰ ਦੇ ਉੱਤੇ ਸਾਨੂੰ ਕਿਸ ਫਾਰਮ ਚ ਮਿਲੂਗਾ, ਇਹ ਫਿਰ ਗੈਸਿਸ ਫਾਰਮ ਚ ਮਿਲੂਗਾ। ਅੱਛਾ ਟ੍ਰਾਈਕਲੋਰੋਮੀਥੇਨ ਜਿਹਨੂੰ ਆਪਾਂ ਕੀ ਕਹਿੰਦੇ ਆ, ਕਲੋਰੋਫਾਰਮ, ट्राईक्लोरोमीथेन, ट्राईक्लोरोमीथेन ਦਾ ਅਗਰ ਫਾਰਮੂਲਾ ਲਿਖਣ ਦਾ ਬੇਟਾ ਇਦਾਂ ਲਿਖ ਸਕਦੇ ਹੋ, CHCl3, ਇਹ ਹੁੰਦਾ ट्राईक्लोरोमीथेन ਦਾ ਫਾਰਮੂਲਾ। ठीक है, ट्राईक्लोरोमीथेन ਜਿਹਦਾ ਮੈਲਟਿੰਗ ਪੁਆਇੰਟ ਕਿੰਨਾ ਹੈਗਾ ਬੇਟਾ, ਇੰਨਾ, ਤੇ ਜਿਹਦਾ ਬੋਇਲਿੰਗ ਪੁਆਇੰਟ ਕਿੰਨਾ ਹੈਗਾ, ਇੰਨਾ। ਹੁਣ ਤੁਸੀਂ ਮੈਨੂੰ ਇਹ ਦੱਸੋ ਸਾਡਾ ਰੂਮ ਟੈਂਪਰੇਚਰ ਦੇ ਵਿਚਾਲੇ ਜਾ ਗਿਆ, ਕਿਤੇ ਆ ਗਿਆ क्लोरोफॉर्म, क्लोरोफॉर्म ਤਾਂ ਬੇਟਾ ਫਿਰ ਇਹ ਕਿਸ ਫਾਰਮ ਚ ਮਿਲੂਗਾ ਤੁਹਾਨੂੰ, ਇਹ ਤਾਂ ਦੇਖੋ ਸੋਲਿਡ ਤੋਂ ਲਿਕੁਇਡ ਬਣ ਚੁੱਕਿਆ ਹੈਗਾ ਇੱਥੇ। ठीक है, लिक्विड तो गैसिस फॉर्म ਦੇ ਵਿੱਚ ਇੱਥੇ ਜਾਊਗਾ, ਇਹਦਾ ਮਤਲਬ ਇੱਥੇ ਕਿਹੜੀ ਸਟੇਟ ਚ ਪਿਆ, ਫਿਰ ਇਹ ਲਿਕੁਇਡ ਫਾਰਮ ਦੇ ਵਿੱਚ ਪਿਆਗਾ। ਹੈ ਕਿ ਇਹ ਕਾਰਬਨ ਕੰਪਾਊਂਡ ਹੀ ਹੈ, ਵੀ ਆਰਗੈਨਿਕ ਕੰਪਾਊਂਡ ਹੀ ਹੈ ਵੀ। ਤੇ ਆਰਗੈਨਿਕ ਕੰਪਾਊਂਡ ਦੇ ਦੇਖਿਓ ਤੁਸੀਂ, ਹੁਣ ਜਿਹੜਾ ਇਹ ਬੋਇਲਿੰਗ ਪੁਆਇੰਟ ਆ 61 ਡਿਗਰੀ ਸੈਲਸੀਅਸ ਕਿੰਨਾ ਕੁ ਜ਼ਿਆਦਾ ਤੁਹਾਡੇ ਹਿਸਾਬ ਨਾਲ, ਬਹੁਤ ਜ਼ਿਆਦਾ ਘੱਟ, ਪਾਣੀ ਨਾਲੋਂ ਵੀ ਜਲਦੀ ਬੋਇਲ ਹੋ ਰਿਹਾ ਹੈਗਾ। ਇਸੇ ਕਰਕੇ ਆਪਾਂ ਕੀ ਪੜ੍ਹ ਰਹੇ ਹਾਂ, ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੁੰਦਾ ਹੈਗਾ, ਆਰਗੈਨਿਕ ਕੰਪਾਊਂਡਸ ਦਾ ਬਹੁਤ ਲੋ ਹੁੰਦਾ ਹੈਗਾ। ਇਥੇਨੋਲ, ਉਸ ਤੋਂ ਬਾਅਦ ਕੀ ਹੈਗਾ, ਇਥੇਨੋਲ, ਇਥੇਨੋਲ ਦਾ ਮਤਲਬ ਕੀ ਹੈਗਾ ਪਤਾ ਕਿਸੇ ਨੂੰ, ਪਤਾ ਕਿਸੇ ਨੂੰ, ਪੜਿਆ ਹੈਗਾ ਆਪਾਂ, ਐਲਕੋਹਲ ਆ ਬੇਟਾ ਇਹ ਇੱਕ, ਇਥਾਈਲ ਐਲਕੋਹਲ, ਇਹ ਇੱਕ ਕੀ ਆ, ਐਲਕੋਹਲ। ਹੁਣ ਐਲਕੋਹਲ ਜਿਹੜੀ ਆਪਣੇ ਲੋਕ ਪੀਂਦੇ ਨੇ ਤਾਂ ਕਿਸ ਫਾਰਮ ਚ ਹੁੰਦੇ ਆ, ਸੋਲਿਡ ਫਾਰਮ ਦੇ ਵਿੱਚ, ਲਿਕੁਇਡ ਫਾਰਮ ਦੇ ਵਿੱਚ, ਜਾਂ ਗੈਸ ਫਾਰਮ ਦੇ ਵਿੱਚ ਹੁੰਦੀ ਹੈ, ਲਿਕੁਇਡ ਫਾਰਮ ਦੇ ਵਿੱਚ ਹੁੰਦੀ ਹੈ। ਠੀਕ ਹੈ, ਇਥੇਨੋਲ, ਉਹ ਇਥੇਨੋਲ ਹੁੰਦੀ ਹੈ ਸਹੀ ਤਾਂ ਉਹ, ਅਲਕੋਹਲ ਤਾਂ ਆਪਾਂ ਕਹਿੰਦੇ ਅਲਕੋਹਲ ਦੀ ਇੱਕ ਟਾਈਪ ਹੁੰਦੀ ਹੈ ਇਥੇਨੋਲ। ਅਗਰ ਇਹਦਾ ਮੈਲਟਿੰਗ ਪੁਆਇੰਟ ਦੇਖੀਏ ਤਾਂ ਬੇਟਾ ਕਿੰਨਾ ਹੈਗਾ, -114 डिग्री सेल्सियस, पर ਇਹਦਾ ਬੋਇਲਿੰਗ ਪੁਆਇੰਟ ਕਿੰਨਾ ਹੈਗਾ, 78 डिग्री सेल्सियस। ਇਹਦਾ ਮਤਲਬ ਵਿਚਾਲੇ ਜੇ ਸਾਡਾ ਕਿਤੇ ਟੈਂਪਰੇਚਰ ਪਿਆ ਹੈਗਾ, ਫਿਰ ਕਿਸ ਫਾਰਮ ਚ ਮਿਲੂਗੀ ਸਾਨੂੰ, ਇਹ ਲਿਕੁਇਡ ਫਾਰਮ ਚ ਮਿਲੂਗੀ। ਤਾਂ ਬੇਟਾ ਅਗਰ ਤੁਹਾਡੇ ਕੋਲ ਇਥੇਨੋਲ ਹੈ, ਅਗਰ ਤੁਸੀਂ ਉਹਨੂੰ ਬਿਲਕੁਲ ਵਾਟਰ ਦੇ ਬਰਾਬਰ ਉਹਨੂੰ ਤੁਸੀਂ ਕੀ ਕਰਨ ਲੱਗ ਜਾਓ, ਬੋਇਲ ਕਰਨੀ ਸਟਾਰਟ ਕਰ ਦੋ, ਤਾਂ ਤੁਹਾਡੀ ਅਲਕੋਹਲ ਪਹਿਲਾਂ ਕੀ ਹੋ ਜੂਗੀ ਬੇਟਾ ਜੀ, ਬੋਇਲ ਹੋ ਜੂਗੀ, ਐਂਡ ਬੋਇਲ ਹੋ ਕੇ ਵੇਪਰਾਈਜੇਸ਼ਨ ਫਾਰਮ ਦੇ ਵਿੱਚ ਉਹ ਚਲੇ ਜਾਊਗੀ। ਠੀਕ ਹੈ, ਵੇਪਰ ਫਾਰਮ ਦੇ ਵਿੱਚ ਉਹ ਚਲੀ ਜਾਣੀ, ਗੈਸਿਸ ਫਾਰਮ ਦੇ ਵਿੱਚ ਆ ਜੂਗੀ ਉਹ। ਉਸ ਤੋਂ ਬਾਅਦ ਇਥेनोइक एसिड, इथेनोइक एसिड, एसिटिक एसिड, सिरका सुनिया होगा सबने, सिरका, विनेगर भी पता नहीं क्या ਦਿੰਦੇ ਹੋ, ਵੈਸੇ ਵਿਨੇਗਰ ਦੇ ਵਿੱਚ ਆਪਾਂ ਨੂੰ ਕੀ ਮਿਲਦਾ ਹੁੰਦਾਗਾ, ਐਸਿਟਿਕ ਐਸਿਡ ਮਿਲਦਾ ਹੁੰਦਾ। ਚਲੋ ਤੁਸੀਂ ਸੋਚ ਲਓ ਇਹ ਹੁੰਦਾਗਾ 17 डिग्री सेल्सियस, 17 डिग्री सेल्सियस ਇਸ ਟੈਂਪਰੇਚਰ ਉੱਤੇ ਮੈਲਟ ਹੁੰਦਾਗਾ। ਠੀਕ ਹੈ, ਐਂਡ ਅਗਰ ਇਹਨੂੰ ਬੋਇਲ ਕਰਨਾ ਤਾਂ ਇਸ ਟੈਂਪਰੇਚਰ ਤੇ ਆ ਕੇ ਬੋਇਲ ਕਰੂਗਾ, ਤੇ ਟੈਂਪਰੇਚਰ ਜਿਹੜਾ ਹੈਗਾ ਬੋਇਲਿੰਗ ਪੁਆਇੰਟ ਕਿੰਨਾ ਕੁ ਜ਼ਿਆਦਾ, ਬਹੁਤ ਜ਼ਿਆਦਾ ਜਾਂ ਬਹੁਤ ਘੱਟ, ਬਹੁਤ ਘੱਟ, ਤੇ ਇਹਦਾ ਮਤਲਬ ਲੋ ਬੋਇਲਿੰਗ ਪੁਆਇੰਟ ਆ। ਇਹ ਟੈਂਪਰੇਚਰ ਆਪਾਂ ਈਜ਼ੀਲੀ 118 डिग्री सेल्सियस ਆਪਾਂ ਲੈ ਕੇ ਆ ਸਕਦੇ ਹਾਂ। ਅਗਰ ਐਸਿਟਿਕ ਐਸਿਡ ਨੂੰ ਤੁਸੀਂ ਫ੍ਰਿਜ ਦੇ ਵਿੱਚ ਲਗਾ ਦੋ ਨਾ, ਤਾਂ ਬੇਟਾ ਜੀ ਤੁਸੀਂ ਦੇਖੋਗੇ ਜਿਵੇਂ ਗਲੇਸ਼ੀਅਰਸ ਹੁੰਦੇ ਨੇ ਨਾ, ਉਸ ਤਰੀਕੇ ਨਾਲ ਤੁਹਾਨੂੰ ਮਤਲਬ ਕਿ ਜੰਮਿਆ ਹੋਇਆ ਮਿਲੂਗਾ ਉਹ। ਐਸਿਟਿਕ ਐਸਿਡ ਦਾ ਬੋਇਲਿੰਗ ਪੁਆਇੰਟ ਜਿਹੜਾ ਹੈਗਾ ਬੇਟਾ ਜੀ ਕਿੰਨਾ ਹੈਗਾ ਉਹ, 118 डिग्री सेल्सियस, ਐਂਡ ਮੈਲਟਿੰਗ ਪੁਆਇੰਟ ਕਿੰਨਾ ਹੈਗਾ, ਹਾਂ। ਅਗਰ ਮੈਂ ਚਾਰ ਇੱਥੇ ਬੇਟਾ ਜੀ ਤੁਹਾਡੀ ਆਹ ਬੁੱਕ ਦੇ ਵਿੱਚੋਂ ਇੱਕ ਸਕਰੀਨਸ਼ਾਟ ਲਾਇਆ ਹੋਇਆ ਤੁਹਾਡਾ ਇਹ, ਤੇ ਇਹਦੇ ਚੋਂ ਇੱਕ ਚੀਜ਼ ਅਗਰ ਦੇਖੀਏ, ਜਿੰਨੇ ਵੀ ਮੈਂ ਇੱਥੇ ਲਗਾਇਆ ਸਭ ਦਾ ਮੈਲਟਿੰਗ ਪੁਆਇੰਟ ਵੀ ਲਗਭਗ ਬਹੁਤ ਜ਼ਿਆਦਾ ਲੋ ਆ, ਤੇ ਬੋਇਲਿੰਗ ਪੁਆਇੰਟ ਵੀ ਲਗਭਗ ਕੀ ਹੈ, ਬਹੁਤ ਜ਼ਿਆਦਾ ਲੋ ਆ। ਸੋ ਆਪਾਂ ਕਹਿ ਸਕਦੇ ਹਾਂ ਕਿ ਕਾਰਬਨ ਕੰਪਾਊਂਡ ਕੋਵੈਲੈਂਟ ਕੰਪਾਊਂਡ ਹੁੰਦੇ ਆ, ਐਂਡ ਕੋਵੈਲੈਂਟ ਕੰਪਾਊਂਡ ਦੀ ਇੱਕੋ ਇੱਕ ਨਿਸ਼ਾਨੀ ਹੈ ਕਿ ਉਹਨਾਂ ਦਾ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਕੀ ਹੁੰਦਾ, ਬਹੁਤ ਜ਼ਿਆਦਾ ਲੋ ਹੁੰਦਾ। ਓਕੇ,
ਉਸ ਤੋਂ ਬਾਅਦ ਕਹਿੰਦੇ most are the carbon compounds are non conductor of electricity। बेटा इन्होंने क्या most of the carbon compounds ਕੀ ਹੁੰਦੇ ਨੇ बेटा अपने ਕੋਲ नॉन कंडक्टर ऑफ इलेक्ट्रिसिटी कह सकते हैं, बैड कंडक्टर ऑफ इलेक्ट्रिसिटी कह सकते हैं। सो मैनू लगता कि ये भी सारे बच्चों को चीज़ समझ आ गई होगी। क्यों? क्योंकि कार्बन की एक नॉन मैटल एंड नॉन मैटल के कंपाउंड्स ज़्यादातर की होंगे बेटा जी की होंगे नॉन कंडक्टर ऑफ इलेक्ट्रिसिटी होंगे। अच्छा एक चीज़ थोड़ी जितने थोड़ा डिस्कस करिए आप गुड कंडक्टर ऑफ इलेक्ट्रिसिटी अगर गल करिए कि सोडियम क्लोराइड इज अ गुड कंडक्टर ऑफ इलेक्ट्रिसिटी और नॉट, सोडियम क्लोराइड NaCl कि गुड कंडक्टर ऑफ इलेक्ट्रिसिटी हैगा या नहीं हैगा, डिपेंड करता कि किस फॉर्म ਦੇ ਵਿੱਚ ਆ, डिपेंड करता है किस फॉर्म ਦੇ ਵਿੱਚ ਆ। अगर तो बेटा जी ये सॉलिड फॉर्म ਦੇ ਵਿੱਚ ਆ, सॉलिड फॉर्म ਦੇ ਵਿੱਚ कदे भी नहीं कर की करूगा ये इलेक्ट्रिसिटी कंडक्ट नहीं करूगा। अगर ये मोल्टन फॉर्म ਦੇ ਵਿੱਚ ਆ उदों इलेक्ट्रिसिटी कंडक्ट कर लेंदा। क्यों कर लेंदा दसूगा कोई? क्यों कर लेंदा? वेरी गुड, क्योंकि ये आयंस ਦੇ ਵਿੱਚ डिसोशिएट हो जाता है, ये आयंस ਦੇ ਵਿੱਚ डिसोशिएट हो जाऊगा, इत्थे ਤਾਂ करूगा ही नहीं क्योंकि आयंस नहीं बनते। हुण तुसीं ये दसो NaCl ਨੂੰ अगर मैं पानी ਦੇ ਵਿੱਚ ਪਾ ਦਾਂ, NaCl ਨੂੰ अगर मैं बेटा जी किहदे ਵਿੱਚ ਪਾ ਦਾਂ, वाटर ਦੇ ਵਿੱਚ ਪਾ ਦਾਂ, कि पानी ਦੇ ਵਿੱਚ घुल के NaCl इलेक्ट्रिसिटी कंडक्ट करूगा कि नहीं करूगा? यस, ਇਹਦੇ ਵਿੱਚ भी आऊगा यस करूगा, ਇਹਦੇ ਵਿੱਚ नो, ਇਹਦੇ ਵਿੱਚ भी ਕੀ ਆਊਗਾ यस करूगा। क्यों? क्योंकि NaCl ਜਿਹੜਾ ਹੈਗਾ ਪਾਣੀ ਦੇ ਵਿੱਚ ਜਾ ਕੇ ਆਪ ਦੇ ਆਪ ਨੂੰ ਆਇਨਸ ਦੇ ਵਿੱਚ डिसोशिएट कर लूगा। ਤਾਂ ਇੱਥੋਂ ਇੱਕ ਚੀਜ਼ ਮੈਨੂੰ ਦੇਖਣ ਨੂੰ ਮਿਲ ਰਹੀ ਆ कि अगर कोई कंपाउंड टुट के आयंस ਦੇ ਵਿੱਚ डिसोशिएट हो ਰਿਹਾ ਹੈਗਾ, आयंस ਦੀ हेल्प ਦੇ ਨਾਲ इलेक्ट्रिसिटी ਕੀ ਹੋ ਸਕਦੀ ਹੈ, ਕੰਡक्ट ਹੋ ਸਕਦੀ ਹੈ। एक्सपेरिमेंट भी ਕੀਤਾ ਜੀ ਤੁਹਾਡੇ ਸਾਹਮਣੇ ਆਪਾਂ ਇਹ ਚੀਜ਼ ਦਾ। ਇਧਰਲੇ ਕੇਸ ਦੇ ਵਿੱਚ ਵੀ ਇਹੀ ਚੀਜ਼ ਕੁਝ ਦੇਖਣ ਨੂੰ ਮਿਲ ਰਹੀ ਆ कि कोवैलेंट कंपाउंड ਜਦੋਂ ਟੁੱਟਦੇ ਆ ਕਿ ਆਇਨਸ ਬਣਦੇ ਆ ਕਿ ਨਹੀਂ ਬਣਦੇ ਉਦੋਂ, कि कोवैलेंट कंपाउंड्स ਜਦੋਂ ਟੁੱਟਣਗੇ ਉਦੋਂ ਆਇਨਸ ਬਣਨਗੇ ਜਾਂ ਨਹੀਂ ਬਣਨਗੇ, ਨਹੀਂ ਬਣਨਗੇ। ਯਾਦ ਹੋਵੇ ਤੁਹਾਨੂੰ ਆਪਾਂ दारू ਦੀ ਬੋਤਲ ਲੈ ਕੇ ਆਏ ਸੀ, ਆਪਾਂ ਕਿਹੜੀ ਸੀ ਉਹ, ਰਾਇਲ ਸਟੈਗ ਲੈ ਕੇ ਆਏ ਸੀ ਆਪਾਂ, ਐਂਡ ਰਾਇਲ ਸਟੈਗ ਨੂੰ ਪਾਣੀ ਦੇ ਵਿੱਚ ਪਾਇਆ ਸੀ ਆਪਾਂ, ਪਾਣੀ ਦੇ ਵਿੱਚ ਪਾ ਕੇ ਆਪਾਂ ਤਾਰਾਂ ਡਿਪ ਕੀਤੀਆਂ ਸੀ, ਕੀ ਇਲੈਕਟ੍ਰਿਸਿਟੀ ਕੰਡਕਟ ਹੋਈ ਸੀ ਉਦੋਂ? ਕਿਉਂ ਨਹੀਂ ਹੋਈ ਸੀ ਫਿਰ ਉਦੋਂ? ਕਿਉਂਕਿ ਉਹ ਅਲਕੋਹਲ ਜਿਹੜੀ ਸੀ ਪਾਣੀ ਦੇ ਵਿੱਚ ਜਾ ਕੇ ਆਪਦੇ ਆਪ ਨੂੰ ਆਇਨਸ ਦੇ ਵਿੱਚ डिसोशिएट ਹੀ ਨਹੀਂ ਕਰ ਸਕੀ। ਜਦੋਂ ਆਇਨਸ ਹੀ ਨਹੀਂ ਬਣਨ ਕੀ ਇਲੈਕਟ੍ਰਿਸਿਟੀ ਕੰਡਕਟ ਹੋਊਗੀ? ਨਹੀਂ ਹੋਊਗੀ। ਤਾਂ ਮੈਂ ਉੱਥੇ ਤੁਹਾਨੂੰ ਇੱਕ ਇਹ ਵੀ ਦੱਸਿਆ ਸੀ ਅਲਕੋਹਲ ਇਜ਼ ਅ ਕੋਵੈਲੈਂਟ ਕੰਪਾਊਂਡ, ਅਲਕੋਹਲ ਕੀ ਇੱਕ ਕੋਵੈਲੈਂਟ ਕੰਪਾਊਂਡ ਆ। ਐਂਡ ਉਹਦੇ ਪੈਰਲਲੀ ਆਪਾਂ ਕੀ ਪਾਇਆ ਸੀ ਬੇਟਾ, ਸੋਡੀਅਮ ਕਲੋਰਾਈਡ ਪਾਇਆ ਸੀ, ਐਂਡ ਸੋਡੀਅਮ ਕਲੋਰਾਈਡ ਕੀ ਸੀਗਾ, ਆਇਨਿਕ ਕੰਪਾਊਂਡ। याद है ना सबनों? अगर कोवैलेंट कंपाउंड इलेक्ट्रिसिटी कंडक्ट नहीं करता then रीजन बिहाइंड दिस कि ਉਹ ਆਇਨਸ ਦੇ ਵਿੱਚ डिसोशिएट नहीं करता, पर ਉਹਦੇ ਹੀ ਪੈਰਲਲੀ ਆਪਾਂ NaCl ਨੂੰ ਪਾਇਆ ਸੀ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਦੇ ਵਿੱਚ ਕੀ ਹੁੰਦਾ, Na ਪੋਜ਼ਿਟਿਵ Cl ਨੈਗੇਟਿਵ ਆਇਨਸ ਦੇ ਵਿੱਚ ਟੁੱਟ ਗਿਆ, ਦੈਟਸ ਵਾਈ ਉਹਨੇ ਇਲੈਕਟ੍ਰਿਸਿਟੀ ਕੰਡਕਟ ਕਰ ਲਈ। ਫਿਰ ਤੁਸੀਂ ਮੈਨੂੰ ਇਹ ਦੱਸੋ ਜਿੰਨੇ ਵੀ ਆਰਗੈਨਿਕ ਕੰਪਾਊਂਡਸ ਨੇ, ਜਿੰਨੇ ਵੀ ਕਾਰਬਨ ਕੰਪਾਊਂਡਸ ਨੇ, ਕਿ ਉਹ ਆਇਨਸ ਦੇ ਵਿੱਚ ਟੁੱਟ ਸਕਦੇ ਆ? ਨਹੀਂ ਟੁੱਟ ਸਕਦੇ। ਫਿਰ ਬੇਟਾ ਆਇਨਸ 'ਚ ਨਹੀਂ ਟੁੱਟ ਸਕਦੇ, ਕੀ ਇਲੈਕਟ੍ਰਿਸਿਟੀ ਕੰਡਕਟ ਕਰਨਗੇ? नहीं करेंगे, दैट इज वाई नॉन कंडक्टर ऑफ इलेक्ट्रिसिटी आऊगा। फिर उस तो बाद दिस शो दैट कार्बन कंपाउंड्स आर कोवैलेंट इन नेचर। हुण अगर वो इलेक्ट्रिसिटी नहीं कंडक्ट कर पाउंदे, ਇਹਦਾ मतलब यही चीज है कि कार्बन कंपाउंड्स की हुंदे ने, कोवैलेंट हुंदे आपदे नेचर दे विच। कोवैलेंट हुंदे तो ਇਹਦਾ मतलब सीधा सीधा कह सकते हैं, ठीक है जी, कैन नॉट प्रोड्यूस आयंस, ये आयंस प्रोड्यूस नहीं करनगे। अगर आयंस प्रोड्यूस नहीं होंगे तो उपरला पॉइंट नहीं होगा। और तो बाद ऑर्गेनिक कंपाउंड्स अकर इन ऑल लिविंग थिंग्स लाइक प्लांट्स एंड एनिमल्स। कहते ऑर्गेनिक कंपाउंड्स ਜਿਹੜੇ ਹੈਗੇ ਨਾ, ਇਹ ਸਾਰੇ ਦੇ ਸਾਰੇ प्लांट्स ਤੇ एनिमल्स ਦੇ ਵਿੱਚ ਹੀ ਬਣਦੇ ਆ। मतलब कि ਸਿੱਧੀ ਸਿੱਧੀ ਮੈਂ ਗੱਲ ਕਰਾਂ, ਸਾਰੇ ਦੇ ਸਾਰੇ ऑर्गेनिक कंपाउंड्स लिविंग ऑर्गेनिजम्स ਦੀ ਬੋਡੀ ਤੋਂ ਹੀ ਮਿਲਦੇ ਆ। ਕਿ ਲੈਬ ਤੋਂ ਬਣਾ ਸਕਦੇ ਆ? ਕਿ ਲੈਬ ਦੇ ਵਿੱਚ ਕੋਈ ऑर्गेनिक कंपाउंड ਬਣ ਸਕਦਾ ਜਾਂ ਨਹੀਂ ਬਣ ਸਕਦਾ? कुछ बच्चे हाँ कहने, कुछ बच्चे ना कहने। यही कन्फ्यूजन अज तो 200 साल पहला सी। 200 साल पहला साइंटिस्ट कहते सी, कहते कोई भी ऑर्गेनिक कंपाउंड लैब च नहीं बन सकता, कोई भी ऑर्गेनिक कंपाउंड नॉन लिविंग बॉडी च नहीं बन सकता। कहते ऑर्गेनिक कंपाउंड च ना आपदी एक फोर्स आ, एक फोर्स आ जितो ऑर्गेनिक कंपाउंड बनता है। एंड वो फोर्स जी हैगी कि ऑर्गेनिक मतलब कि आप कह सकते जिस लाइफ आ ਜਾਂ लिविंग ऑर्गेनिज्म ਉਹਦੇ 'ਚ ही है। फिर एक साइंटिस्ट आए थे फ्रैडरिच वोलर, उन्होंने इस चीज़ को फेल करता सी। किवें फेल किया सी, वो आपां पढ़ते हैं।
पहला पॉइंट याद रखियो, कहते जी ऑर्गेनिक कंपाउंड्स अकर इन ऑल थिंग्स, ऑल लिविंग थिंग्स लाइक प्लांट्स एंड एनिमल्स। जिन्ने भी लिविंग थिंग्स ने, लिविंग थिंग्स ਦੇ ਵਿੱਚ ਜੇ ਕੋਈ ਕਾਰਬਨ ਕੰਪਾਊਂਡ ਬਣ ਰਹੇਗਾ ਤਾਂ ਉਹ ਕਾਰਬਨ ਕੰਪਾਊਂਡ ਕੀ ਹੋਊਗਾ, ਆਰਗੇਨਿਕ ਹੋਊਗਾ। ਠੀਕ ਹੈ ਜੀ, ਉਹ ਕਾਰਬਨ ਕੰਪਾਊਂਡ ਕੀ ਹੋਊਗਾ, ਆਰਗੇਨਿਕ ਹੋਊਗਾ। ਤਾਂ ਜਿੰਨਾ ਵੀ ਆਰਗੇਨਿਕ ਕੰਪਾਊਂਡ ਤੁਹਾਡੀ ਬੋਡੀ ਦੇ ਵਿੱਚ ਸਾਰਾ ਸਾਰਾ ਬੇਟਾ ਕੀ ਹੈਗਾ, ਉਹ ਕਾਰਬਨ ਕੰਪਾਊਂਡ ਆਰਗੇਨਿਕ ਹੈਗਾ। ਠੀਕ ਹੈ, ਪਰ ਕੁਝ ਐਕਸੈਪਸ਼ਨਸ ਦੇ ਨਾਲ। ਦੇਖੋ ਹੁਣ ਧਿਆਨ ਨਾਲ ਸੁਣਿਓ, ਇੱਥੇ ਇੱਕ ਕਹਾਣੀ ਲਿਖੀ ਹੋਈ ਆ। Initially, all the organic compounds or carbon compounds were extracted from natural materials obtained from the living things. It was therefore thought that the organic compounds could only be formed within a living body. देखो कहते initially अगर गल करिए ਆਪਾਂ 200 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਜੀ, ਕਹਿੰਦੇ ਜਿੰਨੇ ਵੀ ਆਰਗੈਨਿਕ ਕੰਪਾਊਂਡ ਸੀ ਸਾਰੇ ਕਿੱਥੋਂ ਮਿਲਦੇ ਹੁੰਦੇ ਸੀਗੇ, ਇਹ ਲਿਵਿੰਗ ਬੋਡੀ ਚੋਂ ਮਿਲਦੇ ਸੀਗੇ। ਠੀਕ ਹੈ, ਜਿੰਨੇ ਵੀ ਆਰਗੈਨਿਕ ਕੰਪਾਊਂਡ ਸੀ ਸਾਰੇ ਕਿੱਥੋਂ ਮਿਲਦੇ ਸੀ, ਲਿਵਿੰਗ ਬੋਡੀ ਚੋਂ ਮਿਲਦੇ ਸੀਗੇ। ਹੁਣ ਕਹਿੰਦੇ ਫਿਰ ਇਹ ਕਿਹਾ ਜਾਣ ਲੱਗ ਗਿਆ, ਕਹਿੰਦੇ ਜੀ ਇਹ ਸਿਰਫੋ ਸਿਰਫ ਲਿਵਿੰਗ ਬੋਡੀ ਦੇ ਵਿੱਚ ਹੀ ਬਣਦੇ ਆ, ਲੈਬ ਦੇ ਵਿੱਚ ਪ੍ਰਪੇਅਰ ਨਹੀਂ ਕੀਤਾ ਜਾ ਸਕਦਾ। ਸੋ ਫਿਰ ਐਂਡ ਇਹਨਾਂ ਨੇ ਇਹ ਵੀ ਕਿਹਾ, ਹੈਂਸ ਅ ਵਾਈਟਲ ਫੋਰਸ ਵਿਚ ਕ੍ਰੀਏਟ ਲਿਵਿੰਗ ਥਿੰਗਸ ਵਾਸ ਨੈਸੈਸਰੀ ਫॉर देयर ਪ੍ਰੈਪਰੇਸ਼ਨ। ਕਹਿੰਦੇ ਕੋਈ ਨਾ ਕੋਈ ਤਾਂ ਵਾਈਟਲ ਫੋਰਸ ਹੈ, ਕੋਈ ਨਾ ਕੋਈ ਇਹ ਜੀ ਮਤਲਬ ਕਿ ਆਪਾਂ ਕਹਿ ਸਕਦੇ ਬਹੁਤ ਜ਼ਰੂਰੀ ਇਸ ਤਰ੍ਹਾਂ ਦੀ ਇੱਕ ਫੋਰਸ ਲੱਗ ਰਹੀ ਆ ਲਿਵਿੰਗ ਆਰਗੇਨਿਜ਼ਮਸ ਦੇ ਅੰਦਰ, ਜੋ ਇਹ ਆਪਦੇ ਮਤਲਬ ਕਿ ਕਹਿੰਦੇ ਆਪਦੀ ਜ਼ਰੂਰਤ ਦੇ ਲਈ ਕਹਿੰਦੇ ਇਹ ਬੋਡੀ ਦੇ ਵਿੱਚ ਬਣਾ ਰਹੇ ਨੇ। ਪਰ ਕਹਿੰਦੇ ਜੀ ਨॉन ਲਿਵਿੰਗਸ ਨਹੀਂ ਇਹਨੂੰ ਬਣਾ ਸਕਦੇ, ਲੈਬ ਦੇ ਵਿੱਚ ਨਹੀਂ ਇਹਨੂੰ ਬਣਾ ਸਕਦੇ। ਅਗਰ ਆਰਗੈਨਿਕ ਕੰਪਾਊਂਡ ਬਣੂਗਾ ਤਾਂ ਕਿਸੇ ਲਿਵਿੰਗ ਬੋਡੀ ਦੇ ਵਿੱਚ ਬਣੂਗਾ। ਕਹਿੰਦੇ ਦਿਸ ਵਾਈਟਲ ਫੋਰਸ ਥਿਊਰੀ ਆਫ ਆਰਗੈਨਿਕ ਕੰਪਾਊਂਡ ਵਾਸ ਡਿਸਪਰੂਵਡ ਬਾय ਸਾਇੰਟਿਸਟ ਫਰੈਡਰਿਕ ਵੋਲਰ। ਫਿਰ ਆ ਸਾਇੰਟਿਸਟ ਹੈ ਫਰੈਡਰਿਕ ਵੋਲਰ, ਇਹਨਾਂ ਨੇ ਇਸ ਥਿਊਰੀ ਨੂੰ ਕੀ ਕਰਤਾ ਸੀਗਾ, ਫੇਲ ਕੀਤਾ ਸੀਗਾ, ਡਿਸਪਰੂਵ ਕਰਤਾ ਸੀਗਾ। ਸਾਰੇ ਲੋਕਾਂ ਦੇ ਅੰਦਰ ਇਹ ਚੀਜ਼ ਦਾ ਦਿਮਾਗ ਦੇ ਵਿੱਚ ਇਹ ਵਹਿਮ ਸੀਗਾ ਕਿ ਸੱਚੀ ਆਰਗੈਨਿਕ ਕੰਪਾਊਂਡ ਜਿਹੜੇ ਹੈਗੇ ਬੇਟਾ ਜੀ ਕਿੱਥੋਂ ਬਣਦੇ ਆ, ਲਿਵਿੰਗ ਬੋਡੀ ਚ ਬਣਦੇ ਆ, ਐਂਡ ਇਹ ਕਿੱਥੇ ਨਹੀਂ ਬਣ ਸਕਦੇ, ਲੈਬ ਦੇ ਵਿੱਚ ਜਾਂ ਨॉन ਲਿਵਿੰਗ ਦੀ ਬੋਡੀ ਚੋਂ ਨਹੀਂ ਬਣ ਸਕਦੇ। ਵੈਸੇ ਨॉन ਲਿਵਿੰਗਸ ਤੋਂ ਤਾਂ ਅੱਜ ਵੀ ਨਹੀਂ ਬਣਾ ਸਕਦੇ, ਲੈਬ ਚ ਇਹਨੂੰ ਬਣਾ ਸਕਦੇ ਆ। ਲੈਬ ਦੇ ਵਿੱਚ ਬਣਾ ਕੇ ਹੀ ਇਹ ਸਾਇੰਟਿਸਟ ਨੇ ਕੀ ਕੀਤਾ ਸੀ, ਇਸ ਥਿਊਰੀ ਨੂੰ ਡਿਸਪਰੂਵ ਕੀਤਾ ਸੀ। ਹੁਣ ਹੋਇਆ ਕੀ ਸੀ, ਹੁਣ ਇਹ ਸਾਇੰਟਿਸਟ ਨੇ ਕੋਈ ਚੈਲੰਜ ਨਹੀਂ ਲਿਆ ਸੀ ਇਹਨੂੰ ਡਿਸਪਰੂਵ ਕਰਨ ਦਾ, ਇਹਨੂੰ ਵੀ ਇਹੀ ਲੱਗਦਾ ਸੀਗਾ ਵੀ ਵਾਕਈ ਆਰਗੈਨਿਕ ਕੰਪਾਊਂਡ ਕਿੱਥੇ ਬਣਦਾ ਹੁੰਦਾ, ਹਮੇਸ਼ਾ ਲਿਵਿੰਗ ਬੋਡੀ ਚ ਬਣਦਾ ਗਾ। ਇੱਕ ਐਕਸਪੈਰੀਮੈਂਟ ਕਰ ਰਿਹਾ ਸੀਗਾ, ਐਕਸਪੈਰੀਮੈਂਟ ਦੇ ਵਿੱਚ ਚੱਲਦੇ ਇਹ ਬਣਾਉਣਾ ਕੁਛ ਚਾਹੁੰਦਾ ਸੀ ਬਟ ਬਣ ਕੁਛ ਜਾਂਦਾ ਸੀ। ਜਿਹੜਾ ਕੁਛ ਬਣ ਜਾਂਦਾ ਸੀ ਉਹਦਾ ਨਾਮ ਸੀਗਾ ਯੂਰੀਆ, ਐਂਡ ਯੂਰੀਆ ਤੁਹਾਡੀ ਬੋਡੀ ਚ ਬਣਦਾ ਗਾ। ਤੇ ਯੂਰੀਆ ਬਣ ਰਿਹਾ ਸੀ, ਕਹਿੰਦਾ ਯੂਰੀਆ ਤਾਂ ਆਰਗੈਨਿਕ ਕੰਪਾਊਂਡ ਹੈ ਯਾਰ। ਕਹਿੰਦੇ ਕਿਸੇ ਨੇ ਕਿਹਾ ਸੀਗਾ ਵਾਈਟਲ ਫੋਰਸ ਥਿਊਰੀ ਦੇ ਵਿੱਚ, ਕਹਿੰਦੇ ਆਰਗੈਨਿਕ ਕੰਪਾਊਂਡ ਲੈਬ ਚ ਨਹੀਂ ਬਣ ਸਕਦਾ, ਮੈਥੋਂ ਤਾਂ ਬਣ ਗਿਆ। ਇਹਦਾ ਮਤਲਬ ਜੋ ਵਾਈਟਲ ਫੋਰਸ ਥਿਊਰੀ ਸੀਗੀ ਉਹ ਕਿਤੇ ਨਾ ਕਿਤੇ ਗਲਤ ਸਾਬਿਤ ਹੋ ਰਹੀ ਆ। ਲੋਕਾਂ ਸਾਹਮਣੇ ਆਇਆ, ਇਹਨਾਂ ਨੇ ਬਣਾ ਕੇ ਦਿਖਾਇਆ, ਹੋ ਗਈ ਡਿਸਪਰੂਵ ਥਿਊਰੀ। ਤਾਂ ਵਾਈਟਲ ਫੋਰਸ ਥਿਊਰੀ ਕੀ ਕਹਿੰਦੀ ਸੀਗੀ ਕਿ ਕਦੇ ਵੀ ਕੋਈ ਵੀ ਆਰਗੈਨਿਕ ਕੰਪਾਊਂਡ ਲੈਬ ਦੇ ਵਿੱਚ ਨਹੀਂ ਬਣ ਸਕਦਾ, ਪਰ ਇਹਨੇ ਕੀ ਕੀਤਾ ਸੀਗਾ 1828 ਦੇ ਵਿੱਚ, ਕਹਿੰਦੇ ਯੂਰੀਆ ਕੀ ਹੈ ਬੇਟਾ, ਇੱਕ ਆਰਗੈਨਿਕ ਕੰਪਾਊਂਡ ਆ which was thought to be made only inside the bodies of living beings like animals। ਕਹਿੰਦੇ ਇਹ ਕਿਹਾ ਗਿਆ ਸੀਗਾ, ਕਹਿੰਦੇ ਯੂਰੀਆ ਤਾਂ ਸਿਰਫ ਕੀ ਚ ਬਣ ਸਕਦਾਗਾ, ਲਿਵਿੰਗ ਬੀਇੰਗਸ ਦੀ ਬੋਡੀ ਚ ਬਣ ਸਕਦਾਗਾ, ਬਾਹਰ ਤਾਂ ਆਪਾਂ ਨੂੰ ਬਣਾ ਹੀ ਨਹੀਂ ਸਕਦੇ। ਫਿਰ ਕਹਿੰਦੇ ਵੋਲਰ ਜਿਹੜਾ ਸੀਗਾ ਸਾਇੰਟਿਸਟ, ਉਹ ਕੀ ਕਰ ਰਿਹਾ ਸੀ, ਇੱਕ ਆਰਗੈਨਿਕ ਕੰਪਾਊਂਡ ਬਣਾਇਆ ਉਹਨੇ, ਕਿਹੜਾ ਯੂਰੀਆ, ਉਹਦਾ ਫਾਰਮੂਲਾ ਇਹ ਹੈਗਾ। ਠੀਕ ਹੈ, ਲੈਬੋਰੇਟਰੀ ਫਰੋਮ ਐਨ ਇਨਆਰਗੈਨਿਕ ਕੰਪਾਊਂਡ ਅਮੋਨੀਅਮ ਸਾਇਨੇਟ। ਅਮੋਨੀਅਮ ਸਾਇਨੇਟ ਨੂੰ ਬੇਟਾ ਜਦੋਂ ਉਹ ਕੀ ਕਰਦਾ ਸੀਗਾ, ਹੀਟ ਕਰਦਾ ਸੀਗਾ, ਉਹ ਬਣਾਉਣਾ ਕੁਛ ਚਾਹੁੰਦਾ ਹੁੰਦਾ ਸੀ ਬਟ ਬਣ ਉਹਦੇ ਕੋਲੇ ਆਹ ਵਾਲੀ ਚੀਜ਼ ਆਉਂਦੀ ਸੀ। ਅਮੋਨੀਅਮ ਸਾਇਨੇਟ ਕੀ ਹੈ ਬੇਟਾ, ਦੇਖੋ ਇਨਆਰਗੈਨਿਕ ਕੰਪਾਊਂਡ ਆ। ਠੀਕ ਹੈ, ਅਮੋਨੀਅਮ ਸਾਇਨੇਟ ਕੀ ਹੈ, ਇੱਕ ਇਨਆਰਗੈਨਿਕ ਕੰਪਾਊਂਡ, ਜਦੋਂ ਹੀ ਇਹਨੂੰ ਗਰਮ ਕਰਦਾ ਸੀ, ਹੀਟ ਕਰਦਾ ਸੀ, ਉਹਦੇ ਕੋਲ ਕੀ ਬਣ ਜਾਂਦਾ ਸੀਗਾ, ਹਰ ਵਾਰ ਆਹ ਚੀਜ਼ ਬਣ ਜਾਂਦਾ ਸੀ। ਪਹਿਲਾਂ ਨੂੰ ਕੁਝ ਨਹੀਂ ਪਤਾ ਲੱਗਿਆ, ਉਹ ਤਾਂ ਬਾਅਦ ਚੋਂ ਪਤਾ ਲੱਗਿਆ, ਕਹਿੰਦਾ ਯੂਰੀਆ, ਯੂਰੀਆ ਤਾਂ ਇੱਕ ਆਰਗੈਨਿਕ ਕੰਪਾਊਂਡ ਆ, ਬਣਾਤਾ ਆਪਾਂ ਲੈਬ ਦੇ ਵਿੱਚ। ਤਾਂ ਫਿਰ ਆਹ ਵਾਲੀ ਚੀਜ਼, ਦਿਸ ਲੇਡ ਟੂ ਦਾ ਰਿਜੈਕਸ਼ਨ ਆਫ ਵਾਈਟਲ ਫੋਰਸ ਥਿਊਰੀ। ਫਿਰ ਇਸ ਨੇ ਕੀ ਕੀਤਾ ਸੀਗਾ ਬੇਟਾ, ਵਾਈਟਲ ਫੋਰਸ ਥਿਊਰੀ ਨੂੰ ਕੀ ਕਰਤਾ ਸੀਗਾ, ਕੀ ਕਰਤਾ ਸੀ, ਇਹਨੂੰ ਖਤਮ ਕਰਤਾ ਸੀ, ਡਿਸਕਾਰਡ ਕਰਤਾ ਸੀਗਾ, ਜਾਂ ਆਪਾਂ ਕਹਿ ਸਕਦੇ ਹਾਂ ਇਹਨੇ ਡਿਸਪਰੂਵ ਕਰਤਾ ਸੀਗਾ, ਉਸਨੂੰ ਰਿਜੈਕਟ ਕਰਤਾ ਸੀਗਾ ਫॉर द ਸਿੰਥੇਸਿਸ ਆਫ ਆਰਗੈਨਿਕ ਕੰਪਾਊਂਡ। ਕਹਿੰਦੇ ਜੀ ਅੱਜ ਤੋਂ ਸੁਣ ਲਓ ਸਾਰੇ ਕਿ ਆਰਗੈਨਿਕ ਕੰਪਾਊਂਡਸ ਨੂੰ ਲੈਬ ਦੇ ਵਿੱਚ ਬਣਾਇਆ ਜਾ ਸਕਦਾ। ਜਿਸਨੇ ਵੀ ਜਿਹੜੇ ਬੇਵਕੂਫ ਬੰਦੇ ਨੇ ਇਹ ਗੱਲ ਕਹੀ ਸੀ ਉਹ ਗੱਲ ਗਲਤ ਆ। ਮੈਂ ਯੂਰੀਆ ਬਣਾਤਾ, ਯੂਰੀਆ ਤੋਂ ਬਾਅਦ ਕੁਝ ਹੋਰ ਵੀ ਬਣ ਸਕਦਾ, ਉਦੋਂ ਬਾਅਦ ਬੇਟਾ ਐਸਿਟਿਕ ਐਸਿਡ ਵੀ ਬਣਾਇਆ ਗਿਆ। ਠੀਕ ਹੈ, ਬਹੁਤ ਸਾਰੇ ਆਰਗੈਨਿਕ ਕੰਪਾਊਂਡ ਜਿਹੜੇ ਹੈਗੇ ਆ ਲੈਬ ਦੇ ਵਿੱਚ ਬਣੇ। ਤਾਂ ਜਿਹੜੇ ਫਿਰ ਤੁਸੀਂ ਜਿੰਮਾਂ ਵਗੈਰਾ ਦੇ ਵਿੱਚ ਜਾ ਕੇ ਪ੍ਰੋਟੀਨ ਵਗੈਰਾ ਖਾਂਦੇ ਹੋ, ਇਹ ਕਿੱਥੋਂ ਬਣਦੇ ਆ, ਇਹ ਕਿੱਥੋਂ ਬਣੇ, ਤਾਂ ਇਹ ਵੀ ਤਾਂ ਕਈ ਜਗ੍ਹਾ ਤੇ ਲੈਬ ਦੇ ਬਣ ਰਹੇ ਨਾ। ਤੇ ਪ੍ਰੋਟੀਨ ਕੀ ਆਰਗੈਨਿਕ ਕੰਪਾਊਂਡ ਜਿਹੜਾ ਤੁਸੀਂ ਖਾਂਦੇ ਹੋ। ਠੀਕ ਹੈ, ਸੋ ਅੱਜ ਦੇ ਟਾਈਮ ਤੇ ਜਿਹੜਾ ਹੈਗਾਗਾ ਆਰਗੈਨਿਕ ਕੰਪਾਊਂਡਸ ਨੂੰ ਲੈਬ ਦੇ ਵਿੱਚ ਪ੍ਰਪੇਅਰ ਕੀਤਾ ਜਾਣ ਲੱਗ ਗਿਆ। ਸੋ ਵਾਈਟਲ ਫੋਰਸ ਥਿਊਰੀ ਨਾਲ ਦੀ ਅੱਜ ਕੋਈ ਥਿਊਰੀ ਨਹੀਂ ਹੈਗੀ ਗੀ।
ਇਹ ਪਹਿਲਾ ਸੀ ਅੱਜ ਤੋਂ 200 ਸਾਲ ਪਹਿਲਾਂ, ਜਦੋਂ ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ। ਸੋ ਇੱਥੇ ਤੱਕ ਕਲੀਅਰ ਹੈ ਸਭ ਨੂੰ ਕਲੀਅਰ ਆ? ਤਾਂ ਆਰਗੈਨਿਕ ਕੰਪਾਊਂਡਸ ਹੁਣ ਆਪਾਂ ਲੈਬ ਦੇ ਵਿੱਚ ਬਣਾ ਸਕਦੇ ਹਾਂ। ਕਲੀਅਰ ਆ? ਓਕੇ, ਅਗਲੇ ਚ ਕੀ ਕਿਹਾ ਕਹਿੰਦੇ ਜੀ, ਹੁਣੀ ਤਾਂ ਹੀ ਤਾਂ ਅਸੀਂ ਕਹਿ ਕੇ ਆਏ ਕਿ ਸਾਰੇ ਕਾਰਬਨ ਕੰਪਾਊਂਡਸ ਕੀ ਹੁੰਦੇ ਨੇ, ਆਰਗੈਨਿਕ ਕੰਪਾਊਂਡ ਹੁੰਦੇ ਨੇ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਸੁਣ ਲਓ, ਕਹਿੰਦੇ ਜੇ ਕਾਰਬਨ ਦਾ ਕੋਈ ਆਕਸਾਈਡ ਹੈਗਾ ਤੁਹਾਡੇ ਕੋਲ, ਜਿਵੇਂ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਇਹ ਸਾਰੇ ਦੇ ਸਾਰੇ ਆਕਸਾਈਡਸ ਆਫ ਕਾਰਬਨ, ਲਾਈਕ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ। ਕਾਰਬਨ ਦਾ ਕਾਰਬੋਨੇਟ ਹੋ ਗਿਆ ਕੈਲਸ਼ੀਅਮ ਕਾਰਬੋਨੇਟ, ਠੀਕ ਹੈ। ਇਸ ਫਾਰਮ ਚ ਕੈਲਸ਼ੀਅਮ ਕਾਰਬੋਨੇਟ ਕੀ ਹੈ, ਹੁਣ ਕਾਰਬਨ ਹੁੰਦਾ ਨਾ ਉਹਦੇ ਚ, हाइड्रोजन कार्बोनेट, सोडियम हाइड्रोजन कार्बोनेट NaHCO3, ठीक है। मैं लिख भी देना, देखो कार्बन मोनोऑक्साइड, कार्बन डाइऑक्साइड, कैल्शियम कार्बोनेट, सोडियम बाइकार्बोनेट, H भी आ गया ना कार्बन, देखो मैं सारे किते कार्बन कार्बन ਨੂੰ ਕਰ ਦੇਣਾਗਾ। ਐਂਡ ਉਸ ਤੋਂ ਬਾਅਦ ਇਹਨਾਂ ਨੇ ਕਿ ਕਾਰਬਾਈਡਸ, ਠੀਕ ਹੈ। ਆ ਹੁਣੀ ਇੱਕ ਕੈਲਸ਼ੀਅਮ ਕਾਰਬਾਈਡ ਦੇ ਪੜਾਕੇ ਪੜੂਕੇ ਬਹੁਤ ਚਲਾ ਰਹੇ ਸੀਗੇ, ਆ ਕੈਲਸ਼ੀਅਮ, ਆ ਕੈਲਸ਼ੀਅਮ, ਆ ਕੈਲਸ਼ੀਅਮ, ਆ ਕੈਲਸ਼ੀਅਮ, ਆ ਸਾਰੀ ਕੈਲਸ਼ੀਅਮ ਕਾਰਬਨ ਕਾਰਬਨ ਕਾਰਬਨ, ਠੀਕ ਹੈ। ਆ ਸਾਰੇ ਕਿਤੇ ਕੀ ਪਿਆ, ਕਾਰਬਨ ਪਿਆਗਾ। ਹੁਣ ਤੁਸੀਂ ਐ ਦੱਸੋ, ਹੈ ਤਾਂ ਇਹ ਵੀ ਕਾਰਬਨ ਕੰਪਾਊਂਡਸ ਨੇ, ਕੀ ਇਹ ਆਰਗੈਨਿਕ ਹੈ ਜਾਂ ਨਹੀਂ ਹੈ? ਨਹੀਂ, ਨੋ, ਇਹ ਕਾਰਬਨ ਕੰਪਾਊਂਡਸ ਨਹੀਂ ਹੈਗੇ। ਕਿਉਂ ਨਹੀਂ ਹੋਗਾ? ਹੁਣ ਇਹਦੇ ਪਿੱਛੇ ਇੱਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕੋਈ ਕਾਰਨ, ਜੋ ਆਰਗੈਨਿਕ ਕੰਪਾਊਂਡਸ ਦੀ ਪ੍ਰੋਪਰਟੀ ਹੈ ਬੇਟਾ, ਇਹਨਾਂ ਦੀ ਪ੍ਰੋਪਰਟੀ ਉਹਦੇ ਨਾਲ ਪ੍ਰੋਪਰਟੀ ਨਹੀਂ ਮੈਚ ਕਰ ਰਹੀ, ਤਾਂ ਫਿਰ ਬਾਅਦ ਚੋਂ ਇਹ ਵੀ ਕਿਹਾ ਗਿਆ, ਕਹਿੰਦੇ ਵੀ ਸਾਰੇ ਆਰਗੈਨਿਕ ਕੰਪਾਊਂਡਸ ਨੂੰ ਕਾਰਬਨ ਕੰਪਾਊਂਡਸ ਕਹਿ ਸਕਦੇ ਹੋ, ਬਟ ਸਾਰੇ ਕਾਰਬਨ ਕੰਪਾਊਂਡਸ ਨੂੰ ਆਪਾਂ ਆਰਗੈਨਿਕ ਕੰਪਾਊਂਡਸ ਨਹੀਂ ਕਹਿ ਸਕਦੇ ਤੋਂ, ਠੀਕ ਹੈ। ਤਾਂ ਦੇਖਦੇ ਇਹਨਾਂ ਨੇ ਕੀ ਕਿਹਾ, ਕਹਿੰਦੇ ਆਲਸੋ ਕਾਰਬਨ ਕੰਪਾਊਂਡਸ ਬਟ ਦੇ ਆਰ ਨਾਟ ਕੰਸੀਡਰਡ ਟੂ ਬੀ ਆਰਗੈਨਿਕ ਕੰਪਾਊਂਡ। ਕਿਉਂ? ਦਿਸ ਇਜ਼ ਬਿਕॉज देयर प्रॉपर्टीज आर वेरी डिफरेंट फ्रॉम दोज ऑफ कॉमन ऑर्गेनिक कंपाउंड। जो ऑर्गेनिक कंपाउंड ਦੀਆਂ ਪ੍ਰੋਪਰਟੀਜ਼ ਨੇ ਬੇਟਾ, ਉਹਦੇ ਨਾਲੋਂ ਇਹਦੀ ਪ੍ਰੋਪਰਟੀ ਕਾਫੀ ਡਿਫਰੈਂਟ ਆ। ਆਪਾਂ ਉੱਥੇ ਪੜ੍ਹ ਕੇ ਨਾ, ਲੋ ਮੈਲਟਿੰਗ ਤੇ ਲੋ ਬੋਇਲਿੰਗ ਪੁਆਇੰਟ ਹੋਊਗਾ, ਇਹਨਾਂ ਦਾ ਹਾਈ ਹੋਊਗਾ, ਠੀਕ ਹੈ ਜੀ, ਇਹਨਾਂ ਦਾ ਹਾਈ ਹੋਊਗਾ। ਤੇ ਕੁਝ ਪ੍ਰੋਪਰਟੀਜ਼ ਇਦਾਂ ਦੀਆਂ ਆਪਾਂ ਕਹਿ ਸਕਦੇ ਹਾਂ ਵੀ ਜੋ ਉਹ ਆਰਗੈਨਿਕ ਕੰਪਾਊਂਡਸ ਨਾਲ ਪ੍ਰੋਪਰਟੀ ਇਹਨਾਂ ਦੀ ਬਹੁਤ ਜ਼ਿਆਦਾ ਡਿਫਰੈਂਟ ਆ। ਸੋ ਇਹ ਵਾਲੇ ਜਿਹੜੇ ਹੈਗੇ ਆ ਆਰਗੈਨਿਕ ਕੰਪਾਊਂਡ ਨਹੀਂ ਹੋਣਗੇ। ਸੋ ਇਸੇ ਕਰਕੇ ਤੁਸੀਂ ਕਹੋ ਲਿਵਿੰਗ ਬਾਡੀ ਦੇ ਵਿੱਚ ਤਾਂ, ਆਪਣੀ ਹਿਊਮਨ ਬਾਡੀ ਦੇ ਵਿੱਚ ਤਾਂ ਕਾਰਬਨ ਡਾਈਆਕਸਾਈਡ ਵੀ ਬਣਦਾ ਗਾ, ਜਿਹੜਾ ਅਸੀਂ ਖਾਣਾ ਖਾਂਦੇ ਆ, ਤਾਂ ਖਾਣਾ ਖਾਣ ਤੋਂ ਬਾਅਦ ਜਿਹੜਾ ਹੈਗਾ ਗਾ ਕਾਰਬਨ ਡਾਈਆਕਸਾਈਡ ਬਣ ਗਿਆ। ਤਾਂ ਕਾਰਬਨ ਡਾਈਆਕਸਾਈਡ ਬਣਿਆ ਬੇਟਾ ਜੀ, ਉਹ ਕੀ ਹੈਗਾ, ਆਰਗੈਨਿਕ ਜਾਂ ਇਨਆਰਗੈਨਿਕ? ਇਨਆਰਗੈਨਿਕ। ਮੈਂ ਨਹੀਂ ਕਿਹਾ ਆਕਸਾਈਡਸ ਆਫ ਕਾਰਬਨ। ਅੱਛਾ, ਹੁਣ ਇਹ ਦੱਸੋ, ਪਲਾਂਟਸ ਆਕਸੀਜਨ ਬਣਾਉਂਦੇ ਆ, ਸਭ ਨੂੰ ਫੋਟੋਸਿੰਥੇਸਿਸ ਯਾਦ ਆ? ਪਲਾਂਟਸ ਆਕਸੀਜਨ ਬਣਾਉਂਦੇ ਆ, ਕੀ ਉਹ ਆਰਗੈਨਿਕ ਹੈ ਜਾਂ ਇਨਆਰਗੈਨਿਕ ਆ? ਕਾਹੇ? ਕਿਉਂ? ਲਿਵਿੰਗ ਬਾਡੀ ਚੋਂ ਬਣੀ ਗੈਸ ਉਹ, ਫਿਰ ਇਨਆਰਗੈਨਿਕ ਕਿਉਂ? ਬੋਲੋ। ਮੈਂ ਹੁਣੀ ਕਿਹਾ ਆਰਗੈਨਿਕ ਕੰਪਾਊਂਡਸ ਦੇ ਵਿੱਚ ਕਾਰਬਨ ਜ਼ਰੂਰ ਮਿਲੂ, ਕਿ ਆਕਸੀਜਨ ਦੇ ਵਿੱਚ ਕਾਰਬਨ ਮਿਲ ਰਿਹਾ ਨਹੀਂ। ਸੋ ਆਕਸੀਜਨ ਕੀ ਹੈ ਫਿਰ, ਇਨਆਰਗੈਨਿਕ ਹੋਗੀ, ਠੀਕ ਹੈ। ਥੋੜਾ ਮੋਟਾ ਦਿਮਾਗ ਲਗਾਓ ਇਸ ਚੀਜ਼ ਤੋਂ। ਉਸ ਤੋਂ ਬਾਅਦ more than 5 million organic compounds are known today। ਇਹ ਤੁਹਾਡੀ ਬੁੱਕ ਦੇ ਅਕੋਰਡਿੰਗ ਲਿਖਿਆ, ਵੈਸੇ ਇੱਥੇ 20 ਹੋ ਗਿਆ, ਪਤਾ ਨਹੀਂ ਕਿੰਨੇ ਟਾਈਮ ਤੋਂ 5 ਮਿਲੀਅਨ ਛਪ ਰਿਹਾ ਹੈਗਾ। ਕਹਿੰਦੇ more than 5 million organic compounds are known today and thousands of new compounds are added every year। ਕਹਿੰਦੇ ਹਰ ਸਾਲ ਕੀ ਨੇ, ਹਜ਼ਾਰਾਂ ਆਰਗੈਨਿਕ ਕੰਪਾਊਂਡਸ ਡਿਸਕਵਰ ਹੋ ਜਾਂਦੇ ਤੇ ਐਡ ਹੋ ਜਾਂਦੇ ਆ। ਤਾਂ ਫਿਰ ਤੁਸੀਂ ਇਹ ਦੱਸੋ, ਜਦੋਂ ਦੇ 5 ਮਿਲੀਅਨ ਲਿਖ ਰਿਹਾ ਹੁਣ ਤੱਕ ਕਿੰਨੇ ਹੋ ਗਏ ਹੋਣਗੇ? ਅੱਜ ਸਟਿਲ ਇਹ 20 ਮਿਲੀਅਨ ਹੋ ਗਿਆ, ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਘਰੇ ਜਾ ਕੇ। ਕਹਿੰਦਾ ਯੂਨੀਕ ਨੇਚਰ ਆਫ ਕਾਰਬਨ ਐਟਮ ਗਿਵ ਰਾਈਜ਼ ਟੂ ਫਾਰਮੇਸ਼ਨ ਆਫ ਲਾਰਜ ਨੰਬਰ ਆਫ ਕੰਪਾਊਂਡਸ। ਹੁਣ ਤੁਹਾਡਾ ਪੁੱਛਣ ਦਾ ਇੱਕ ਹੱਕ ਬਣਦਾ ਤੇ ਸਰ ਇੰਨੇ ਆਰਗੈਨਿਕ ਕੰਪਾਊਂਡਸ, ਇੰਨੀ ਲਾਰਜ ਨੰਬਰ ਆਫ ਆਰਗੈਨਿਕ ਕੰਪਾਊਂਡਸ ਬਣ ਕਿਉਂ ਰਹੇ? ਕੀ ਕਾਰਬਨ ਆ, ਕੀ ਕਾਰਨ ਆ ਜੋ ਇਹ ਕਾਰਬਨ ਦਾ ਬਣਾ ਹੈ ਕੰਪਾਊਂਡ ਇੰਨਾ ਜ਼ਿਆਦਾ ਮਿਲ ਰਿਹਾ ਸਾਨੂੰ? ਕੋਈ ਤਾਂ ਰੀਜ਼ਨ ਹੋਊਗਾ ਪਿੱਛੇ ਦੇ। ਕਹਿੰਦੇ ਆਲ ਦਿਸ ਡਿਮਾਂਡਸ ਆ ਸੈਪਰੇਟ ਬ੍ਰਾਂਚ ਆਫ ਕੈਮਿਸਟਰੀ। ਹੁਣ ਇੰਨੇ ਜ਼ਿਆਦੇ ਕੰਪਾਊਂਡ ਹੋ ਗਏ ਕਾਰਬਨ ਦੇ, ਇੰਨੇ ਜ਼ਿਆਦੇ ਆਰਗੈਨਿਕ ਕੰਪਾਊਂਡ ਹੋ ਗਏ, ਤਾਂ ਫਿਰ ਬੇਟਾ ਜੀ ਇੱਕ ਡਿਮਾਂਡ ਹੋਣ ਲੱਗੀ, ਕਹਿੰਦੇ ਜਿੰਨੇ ਵੀ ਸਾਰੇ ਆਰਗੈਨਿਕ ਕੰਪਾਊਂਡ ਨੇ ਨਾ, ਇਹਨਾਂ ਦੀ ਇੱਕ ਅਲੱਗ ਤੋਂ ਬ੍ਰਾਂਚ ਬਣਾ ਦਿਓ, ਇਹਨਾਂ ਦੀ ਇੱਕ ਸੈਪਰੇਟ ਬ੍ਰਾਂਚ ਬਣਾ ਦਿਓ, ਜਿਸ ਬ੍ਰਾਂਚ ਨੂੰ ਅਸੀਂ ਕੀ ਕਿਹਾ ਕਰਾਂਗੇ ਫਿਰ, ਆਰਗੈਨਿਕ ਕੈਮਿਸਟਰੀ। ਤਾਂ ਇੱਥੋਂ ਆਰਗੈਨਿਕ ਕੈਮਿਸਟਰੀ ਬਣੀ ਬਾਅਦ ਚੋਂ। ਸੋ ਆਲ ਦਿਸ ਡਿਮਾਂਡ ਆ ਸੈਪਰੇਟ ਬ੍ਰਾਂਚ ਆਫ ਕੈਮਿਸਟਰੀ ਫॉर ਕਾਰਬਨ ਐਂਡ ਇਟਸ ਕੰਪਾਊਂਡਸ। ਕਹਿੰਦੇ ਕਾਰਬਨ ਤੇ ਉਹਦੇ ਕੰਪਾਊਂਡਸ ਦੇ ਲਈ ਕਹਿੰਦੇ ਅਲੱਗ ਤੋਂ ਡਿਮਾਂਡ ਕੀਤੀ ਗਈ ਕਿ ਅਲੱਗ ਤੋਂ ਇੱਕ ਬ੍ਰਾਂਚ ਬਣੇ, ਤੇ ਉਸ ਬ੍ਰਾਂਚ ਦਾ ਨਾਮ ਹੈਗਾ ਅੱਜ ਆਰਗੈਨਿਕ ਕੈਮਿਸਟਰੀ। ਤਾਂ ਜਦੋਂ ਹੀ ਤੁਸੀਂ ਜਾਓਗੇ ਆਪਦੀ 11th ਕਲਾਸ ਦੇ ਵਿੱਚ, ਤਾਂ ਤੁਸੀਂ ਕੈਮਿਸਟਰੀ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰ ਲਿਆ ਕਰੋਗੇ, ਫਿਜ਼ੀਕਲ ਕੈਮਿਸਟਰੀ, ਇਨਆਰਗੈਨਿਕ ਕੈਮਿਸਟਰੀ ਤੇ ਆਰਗੈਨਿਕ ਕੈਮਿਸਟਰੀ। ਆਰਗੈਨਿਕ ਕੈਮਿਸਟਰੀ ਵਿੱਚ ਹਰ ਥਾਂ ਤੇ ਤੁਸੀਂ ਕਾਰਬਨ ਤੇ ਕਾਰਬਨ ਦੇ ਕੰਪਾਊਂਡਸ ਬਾਰੇ ਪੜੋਗੇ। ਜਿੱਥੇ ਕਾਰਬਨ ਖਤਮ, ਆਰਗੈਨਿਕ ਕੰਪਾਊਂਡ ਐਗਜ਼ਿਸਟ ਹੀ ਨਹੀਂ ਕਰਦਾ।
ठीक है, जिथे किते ऑर्गेनिक कंपाउंड की गल आ गई उत्थे कार्बन हमेशा याद किया जाऊगा, उत्थे हमेशा कार्बन की गल की जाऊगी। इस चीज़ को याद रखियो सारे बच्चे। ओके, उस तो बाद ऑर्गेनिक केमिस्ट्री फिर किहनूं कहने आपां, ऑर्गेनिक केमिस्ट्री किहनूं कह दांगे? अगर इन्हें कुछ पढ़ लिया, इहदा आंसर तो तुसीं खुद दे सकते हो, इहदा आंसर तो तुसीं खुद दे सकते हो या नहीं दे सकते। हुण की कहांगे फिर आपां, द स्टडी ऑफ ऑर्गेनिक कंपाउंड्स ब्रैकेट च या फिर लिख सकते हो कार्बन कंपाउंड्स इज कॉल्ड ऑर्गेनिक केमिस्ट्री। या फिर लिख दो द ब्रांच ऑफ केमिस्ट्री इन विच वी डील विथ स्टडी ऑफ ऑर्गेनिक कंपाउंड्स इज कॉल्ड ऑर्गेनिक केमिस्ट्री। एंड ऑर्गेनिक केमिस्ट्री ਦੇ ਵਿੱਚ ਸਿਰਫ ਅਸੀਂ ਕਾਰਬਨ ਦੇ ਕੰਪਾਊਂਡਸ ਦੀ ਗੱਲ ਕਰ ਰਹੇ ਹਾਂ ਤਾਂ ਮੈਨੂੰ ਕਾਰਬਨ ਕੈਮਿਸਟਰੀ ਵੀ ਕਹਿ ਸਕਦੇ ਹੋ। ਯਾਦ ਰੱਖਿਓ ਕਈ ਬੁੱਕਸ ਦੇ ਵਿੱਚ ਲਿਖਿਆ ਹੈਗਾ, ਕਹਿੰਦੇ ਲਿਖ ਸਕਦੇ ਹੋ ਦਾ ਬ੍ਰਾਂਚ ਆਫ ਕੈਮਿਸਟਰੀ which deals with study of ऑर्गेनिक कंपाउंड। ऑर्गेनिक कंपाउंड के ब्रैकेट च तुसीं लिख सकते हो कार्बन कंपाउंड्स लिखे is called ऑर्गेनिक केमिस्ट्री। और राइटिंग तो ऐसी वैसी है भाई, समझ तो आ रही होगी सबनों। ठीक है जी, इस तरह की आप मतलब कि केमिस्ट्री जो ब्रांच जिहदे असीं ऑर्गेनिक कंपाउंड्स की स्टडी करांगे तो उसनों आपां ऑर्गेनिक केमिस्ट्री भी कह सकते हैं। एंड एक चीज़ होर याद रखियो, इनू आपां होर की कह सकते हैं, कार्बन केमिस्ट्री भी कह सकते हैं। ऑर्गेनिक केमिस्ट्री आपां कार्बन केमिस्ट्री भी कह सकते हैं। ठीक है जी, उस तो बाद रीजन फॉर द लार्ज नंबर ऑफ ऑर्गेनिक कंपाउंड्स। क्वेश्चन बड़ा इंपॉर्टेंट आ, पूछा जा सकता कि अज की इस दुनिया दे विच इन्ने ज़्यादा ऑर्गेनिक कंपाउंड्स, जब तुसीं हुण एक लाइन पढ़ी सी कि असीं हर साल हज़ारां ऑर्गेनिक कंपाउंड्स जिहड़े हैगे ने डिस्कवर हो जाते हैं, बन जाते हैं एंड अपनी लिस्ट के ऐड होंदे जांदे आ एंड 5 मिलियन तो पढ़ते पढ़ते 20 मिलियंस आपां पढ़ रहे हैं। तो इसदा कारण की आ? सब तो पहला कारण जिहड़ा हैगा गा कि जिहड़ी तुसीं पहले दिन आपां इस चैप्टर दे विच पढ़िया सी कि कार्बन की यूनीक प्रॉपर्टी, कार्बन की यूनीक प्रॉपर्टी जिन्हों आपां की कहा सी कैटीनेशन। याद है कुछ? पहला जिहड़ा कारण आऊगा दा कैटीनेशन। कार्बन एक ਇਹੋ ਜਿਹੀ प्रॉपर्टी शो करदा गा जिहदे विच बेटा जी वो की करदा गा आपदे वर्गिਆਂ नाल ही की बनाउंदा रहिंदा गा, लिंक बना दिंदा। एक कार्बन दूसरे कार्बन नाल, दूसरा कार्बन तीसरे कार्बन नाल, तीसरा कार्बन चौथे कार्बन नाल, चौथा पंजवें नाल, पंजवां छेवें नाल। इदां करके कार्बन कोल ये प्रॉपर्टी आ कि वो सैल्फ लिंकिंग कर सकदा। अगर तुसीं इत्थे समझण दी कोशिश करो, फॉर एग्जाम्पल मेरे को एक ब्लैक जी बॉल आ, दिख रही है सबनों ब्लैक बॉल, एक ब्लैक जी बॉल आ मेरे हत्थ दे विच, इहनूं कार्बन मनना। अगर इस कार्बन दे नाल इदां एक बॉन्ड बना के कार्बन होर बना लगा दिए, फिर एक कार्बन होर लगा दिए, फिर एक कार्बन होर, एक कार्बन होर, इदां करते 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 बहुत सारे कार्बन लग जाण तां इस कार्बन की प्रॉपर्टी नूं की कहांगे, कार्बन दे नाल कार्बन जुड़ रहा इहनूं की कहंदे आपां कैटीनेशन कहंदे आ, सैल्फ लिंकेज कहंदे आ, सैल्फ कंबीनेशन कह दिंदे आ। तां इदां ही बेटा मैं तुहाडे सारे बच्चों लई अज मैं आ चीज़ बना के लैके आया। सारे बच्चे देखो, इस मॉडल दे विच तुहानूं एक चीज़ दिख रही होगी कि मेरे को अगर आह एक कार्बन आ, एक कार्बन दे नाल दूसरा कार्बन जुड़िया होएगा, दूसरे दे नाल तीसरा कार्बन जुड़िया, तीसरे दे नाल चौथा कार्बन, चौथे दे नाल पंजवां कार्बन, पंजवें दे नाल छेवां कार्बन। तो कार्बन कार्बन दे नाल जुड़ रहा हैगा, तो कार्बन की इसे प्रॉपर्टी नूं की कहा जांदा गा, कैटीनेशन कहा जांदा। ये तो हजे बेटा जी इत्थे देखो मैं सिर्फ 6 ही कार्बन जोड़ रहे हैं, बेटा हज़ारां कार्बन जुड़ सकते इदां एंड इन्नी वड्डी चेन कार्बन की एग्जिस्ट कर सकती है क्योंकि ये प्रॉपर्टी सिर्फ किहदे कोल आ, कार्बन कोल ही आ, इकल्ली कार्बन कोल ही प्रॉपर्टी है। ओके, एंड कार्बन की अगर आप वैलेंसी की गल करिए तो कार्बन की वैलेंसी कितनी पढ़ी सी आपां 4। इत्थे थोड़ा मैं थोड़ा फिर मैं साइड ते समझाया मैं तुहानूं सबनूं। अगर कार्बन की गल करिए
ਕਾਰਬਨ ਦਾ ਐਟੋਮਿਕ ਨੰਬਰ ਕਿੰਨਾ ਸੀ ਬੇਟਾ, ਯਾਦ ਆ ਕੁਛ? ਐਟੋਮਿਕ ਨੰਬਰ ਕਿੰਨਾ ਸੀਗਾ ਇਹਦਾ? 6। ਐਟੋਮਿਕ ਨੰਬਰ ਇਹਦਾ 6 ਆ ਤਾਂ ਬੇਟਾ ਇਹਦੀ ਫਿਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਬਣ ਜੂਗੀ? 2 4। ਇਹਦਾ ਮਤਲਬ ਕਿ ਲਾਸਟ ਆਰਬਿਟ ਦੇ ਵਿੱਚ ਕਿੰਨੇ ਇਲੈਕਟ੍ਰੋਨ ਘੁੰਮ ਰਹੇ ਨੇ? 4। ਇਟ ਮੀਨਸ ਕਾਰਬਨ ਸਟੇਬਲ ਨਹੀਂ ਹੈਗਾ। ਕਾਰਬਨ ਆਪਦੇ ਆਪ ਨੂੰ ਸਟੇਬਲ ਕਰਨ ਦੇ ਲਈ ਕੀ ਕਰੂਗਾ? ਜਾਂ ਤਾਂ 4 ਇਲੈਕਟ੍ਰੋਨ ਗੇਨ ਕਰੂਗਾ ਜਾਂ 4 ਇਲੈਕਟ੍ਰੋਨ ਡੋਨੇਟ ਕਰੂਗਾ, ਜਾਂ ਤਾਂ 4 ਇਲੈਕਟ੍ਰੋਨ ਡੋਨੇਟ ਕਰੂਗਾ ਜਾਂ 4 ਇਲੈਕਟ੍ਰੋਨ ਗੇਨ ਕਰੂਗਾ। ਠੀਕ ਹੈ ਜੀ, ਇਦਾਂ ਨਹੀਂ ਤਾਂ ਐ ਸਮਝ ਲਓ, ਜਾਂ ਤਾਂ 4 ਇਲੈਕਟ੍ਰੋਨ ਕੀ ਕਰੂਗਾ? ਡੋਨੇਟ ਕਰੂਗਾ ਜਾਂ 4 ਇਲੈਕਟ੍ਰੋਨ ਗੇਨ ਕਰੂਗਾ। ਬਟ ਅਗਰ ਤੁਹਾਨੂੰ ਯਾਦ ਹੋਵੇ ਸਭ ਨੂੰ, ਮੈਂ ਤੁਹਾਨੂੰ ਕਿਹਾ ਸੀ ਬਟ ਇਹ ਕਾਰਬਨ ਕੋਲ ਵਿਚਾਰੇ ਕੋਲ ਪੋਸਿਬਿਲਿਟੀ ਬਣਦੀ ਨਹੀਂ, ਕਾਰਨ ਕਿ 4 ਇਲੈਕਟ੍ਰੋਨ ਡੋਨੇਟ ਕਿਵੇਂ ਕਰ ਦੂਗਾ? ਬਹੁਤ ਜ਼ਿਆਦਾ એનર્ਜੀ ਚਾਹੀਦੀ ਉਹਨੂੰ 4 ਇਲੈਕਟ੍ਰੋਨ ਕੱਢਣ ਵਾਸਤੇ, ਇੰਨੀ એનર્ਜੀ ਕਾਰਬਨ ਕੋਲੇ ਨਹੀਂ ਹੈਗੀ। ਸੋ 4 ਇਲੈਕਟ੍ਰੋਨ ਕੱਢਣੇ ਤਾਂ ਕੈਂਸਲ ਹੋ ਗਏ। ਅੱਛਾ, 1 ਇਲੈਕਟ੍ਰੋਨ ਕੱਢ ਲੂਗਾ, ਕੱਢ ਸਕਦਾ ਬਟ ਉਹਨੂੰ ਫਾਇਦਾ ਨਹੀਂ। ਅਗਰ ਉਹ ਪਹਿਲਾ ਸਟੈਪ ਚੱਕੂਗਾ, ਇਹ ਸਟੈਪ ਜਿਹੜਾ ਹੋਊਗਾ ਉਹਦਾ ਪਹਿਲਾ ਸਟੈਪ, ਉਹ ਇਹ ਦੇਖ ਕੇ ਚੱਕੂਗਾ ਕਿ ਲਾਸਟ ਤੱਕ ਸਟੇਬਲ ਹੋਣ ਦੇ ਚਾਂਸਸ ਹੈ, ਅਗਰ ਨਹੀਂ ਹੈ ਤਾਂ ਪਹਿਲਾ ਸਟੈਪ ਵੀ ਨਹੀਂ ਚੱਕਣਾ। ਅਗਰ ਤੁਸੀਂ ਟਿਊਸ਼ਨ ਦੇ ਉੱਤੇ ਆ ਰਹੇ ਹੋ, ਤੁਹਾਨੂੰ ਪਤਾ ਅੱਜ ਬਹੁਤ ਜ਼ਿਆਦਾ ਇੰਪੋਰਟੈਂਟ ਕੰਮ ਆ, ਤਾਂ ਤੁਸੀਂ ਪਹਿਲਾ ਸਟੈਪ ਤਾਂ ਹੀ ਚੱਕੋਗੇ ਤਾਂ ਕਿ ਤੁਹਾਡਾ ਇੰਪੋਰਟੈਂਟ ਲੈਕਚਰ ਮਿਸ ਨਾ ਹੋ ਜਾਵੇ। ਅਗਰ ਤੁਹਾਨੂੰ ਲੱਗਦਾ ਹੈ ਟਿਊਸ਼ਨ ਦੇ ਉੱਤੇ ਅੱਜ ਪਾਰਟੀ ਹੋਣੀ ਆ, ਬਸ ਨਾਚ ਗਾਣਾ ਹੋਣਾ, ਕਿ ਪੜ੍ਹਾਈ ਵਗੈਰਾ ਤਾਂ ਨਹੀਂ ਹੋਣੀ, ਤਾਂ ਤੁਸੀਂ ਪਹਿਲਾ ਸਟੈਪ ਚੱਕੋਗੇ ਤਾਂ ਇਹ ਸੋਚ ਕੇ ਚੱਕੋਗੇ ਜੇ ਤਾਂ ਇੰਜੋਏ ਕਰਨ ਜਾਣਾ ਤਾਂ ਚਲੋ, ਅਗਰ ਇਕੱਲਾ ਪੜ੍ਹਨ ਜਾਣਾ, ਜੇ ਪੜ੍ਹਾਈ ਨਹੀਂ ਹੋਣੀ ਤਾਂ ਨਹੀਂ ਜਾਣਾ ਚਾਹੀਦਾ। ਦੋ ਹੀ ਤਰੀਕੇ ਨੇ ਇਸ ਦੇ, ਆ ਵੀ ਇਹੀ ਕੁਛ ਕਰਦਾ। ਚਲੋ ਆਹ ਵਾਲਾ ਨਹੀਂ ਹੋ ਸਕਦਾ, ਆਹ ਵਾਲਾ ਕਾਰਬਨ ਦੇ ਅਗਰ ਐਟਮ ਦੇ ਵਿੱਚ ਦੇਖੀਏ ਤਾਂ 6 ਪ੍ਰੋਟੋਨ ਹੁੰਦੇ ਆ ਤੇ 6 ਇਲੈਕਟ੍ਰੋਨ ਹੁੰਦੇ ਆ। ਇੱਕ ਪ੍ਰੋਟੋਨ ਦੇ ਨਾਲ ਇੱਕ ਇਲੈਕਟ੍ਰੋਨ ਆਪਾਂ ਬਣਾਉਣੇ ਹੁੰਦੇ ਕਿ ਉਹ ਹੋਲਡ ਕਰਦਾ ਗਾ। ਚਲੋ ਇੱਕ ਇਲੈਕਟ੍ਰੋਨ ਆ ਜੇ, ਦੋ ਆ ਜੇ, ਕਰ ਲੂਗਾ ਐਡਜਸਟ। ਠੀਕ ਹੈ, ਹੁਣ 6 ਪ੍ਰੋਟੋਨਸ ਨੂੰ 10 ਇਲੈਕਟ੍ਰੋਨ ਫੜਾ ਦਈਏ ਤਾਂ ਕੀ ਹੋਲਡ ਕਰ ਸਕਦੇ ਆ? ਉਹ ਕੈਪੈਸਿਟੀ ਹੈ ਨਹੀਂ, ਸੋ ਇਸ ਕਰਕੇ ਆਹ ਵਾਲੀ ਚੀਜ਼ ਵੀ ਨਹੀਂ ਹੋ ਸਕਦੀ। ਫਿਰ ਕਾਰਬਨ ਸਾਹਿਬ ਕੀ ਕਰਦੇ ਹੁੰਦੇ ਨੇ? ਇਹ ਕਹਿੰਦੇ ਆਪਾਂ ਕੀ ਕਰਾਂਗੇ? ਸ਼ੇਅਰਿੰਗ ਕਰਕੇ ਚੱਲਾਂਗੇ, ਐਂਡ ਸ਼ੇਅਰਿੰਗ ਕਰਨਗੇ ਤਾਂ ਵੈਲੈਂਸੀ ਕਿੰਨੀ ਹੈ ਇਹਦੀ? ਹੈ ਜੀ, ਵੈਲੈਂਸੀ ਹੈਗੀ ਇਹਦੀ 4। ਅਗਰ ਵੈਲੈਂਸੀ ਇਹਦੀ 4 ਆ ਤਾਂ ਟੈਟਰਾਵੇਲੈਂਟ ਕਹਿ ਸਕਦੇ ਨੇ ਆਪਾਂ। ਕਾਰਬਨ ਕੀ ਹੁੰਦਾ? ਇੱਕ ਟੈਟਰਾਵੇਲੈਂਟ ਕੰਪਾਊਂਡ ਆ। ਇਸ ਟੈਟਰਾਵੈਲੈਂਸੀ ਕਰਕੇ ਹੀ ਇੱਕ ਕਾਰਨ ਇਹ ਵੀ ਹੈ, ਟੈਟਰਾਵੈਲੈਂਸੀ ਜਾਂ ਟੈਟਰਾਵੇਲੈਂਟ ਹੋਣ ਦਾ ਕਾਰਨ ਵੀ ਹੈ ਕਿ ਇੰਨੇ ਜ਼ਿਆਦਾ ਕੰਪਾਊਂਡ ਬਣਾ ਲੈਂਦਾ ਹੈ, ਇੰਨੀ ਲੰਬੀਆਂ ਲੰਬੀਆਂ ਚੇਨਸ ਬਣਾ ਲੈਂਦਾ, ਇਹ ਵੀ ਇੱਕ ਕਾਰਨ ਉਹਦਾ। ਤਾਂ ਇਹ ਦੋਨੇ ਕਾਰਨ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਕਾਰਨ ਇਹਨਾਂ ਨੇ ਕਿਹਾ ਕਾਰਬਨ ਐਟਮਸ ਕੈਨ ਲਿੰਕ ਵਿਦ ਵਨ ਅਨਦਰ ਬਾਈ ਮੀਨਸ ਆਫ ਕੋਵੈਲੈਂਟ ਬੌਂਡ। ਕਹਿੰਦੇ ਕਾਰਬਨ ਆਪਦੇ ਆਪ ਨਾਲ ਵੀ ਐਂਡ ਕਿਸੇ ਹੋਰ ਐਲੀਮੈਂਟ ਨਾਲ ਵੀ ਕੀ ਬਣਾ ਸਕਦਾ ਬੇਟਾ? ਕੋਵੈਲੈਂਟ ਬੌਂਡ ਬਣਾ ਕੇ ਉਹਦੇ ਨਾਲ ਜੁੜ ਸਕਦਾ ਹੈ। ਐਂਡ ਜੁੜ ਕੇ ਕੀ ਬਣਾ ਸਕਦਾ ਬੇਟਾ? ਇੱਕ ਬਹੁਤ ਵੱਡੀ ਚੇਨ ਜਾਂ ਫਿਰ ਇੱਕ ਰਿੰਗ, ਕੁਝ ਵੀ ਬਣਾ ਸਕਦਾ। ਚੇਨ ਮਤਲਬ ਕਿ ਸਿੰਪਲ ਸਿੱਧਾ ਸਿੱਧਾ ਵੀ, ਰਿੰਗ ਅੱਗੇ ਗੱਲ ਕਰਦੇ ਉਹਦੇ ਬਾਰੇ। The property of carbon element due to which its atom can join with one another to form a long carbon chain is called catenation। ਤੇ ਕੁਐਸਚਨ ਕੀ ਸੀਗਾ ਕਿ ਇੰਨੇ ਜ਼ਿਆਦਾ ਆਰਗੈਨਿਕ ਕੰਪਾਊਂਡ ਸਾਨੂੰ ਅੱਜ ਦੁਨੀਆ 'ਚ ਕਿਉਂ ਮਿਲਦੇ ਆ? ਉਹਦਾ ਕਾਰਨ ਹੈਗਾ ਕਿ ਕੈਟੀਨੇਸ਼ਨ ਫੀ, ਕਿ ਕਾਰਬਨ ਕਾਰਬਨ ਦੇ ਨਾਲ ਵੀ ਲਿੰਕ ਬਣਾ ਸਕਦਾ ਐਂਡ ਬਹੁਤ ਵੱਡੀ ਚੇਨ ਬਣਾ ਸਕਦਾ ਕਾਰਬਨ ਕਾਰਬਨ ਨਾਲ ਜੁੜ ਕੇ। ਓਕੇ, ਉਸ ਤੋਂ ਬਾਅਦ the valency of carbon is 4। ਕਾਰਬਨ ਦੀ ਵੈਲੈਂਸੀ 4 ਆ which is quite large, ਬਹੁਤ ਜ਼ਿਆਦਾ ਵੈਲੈਂਸੀ ਇਹ। Due to its large valency of 4, a carbon atom can form covalent bond with the number of carbon atom as well as with the large number of other atoms such as hydrogen। ਹਾਈਡਰੋਜਨ ਤਾਂ ਆਊਗਾ ਹੀ ਆਊਗਾ ਬੇਟਾ, ਤੁਸੀਂ ਦੇਖੋਗੇ ਹਾਈਡਰੋਜਨ ਵੀ ਹਰ ਥਾਂ ਤੇ ਮਿਲੂਗਾ। ਆਰਗੈਨਿਕ ਕੰਪਾਊਂਡ 'ਚ ਜਿੱਥੇ ਤੁਹਾਨੂੰ ਕਾਰਬਨ ਮਿਲ ਜੂਗਾ ਨਾ, ਕਾਰਬਨ ਦੇ ਨਾਲ ਤੁਹਾਨੂੰ ਹਾਈਡਰੋਜਨ ਵੀ ਕਿਤੇ ਨਾ ਕਿਤੇ ਜ਼ਰੂਰ ਮਿਲੂਗਾ। ਜ਼ਿਆਦਾਤਰ ਤੁਹਾਨੂੰ ਹਾਈਡਰੋਜਨ ਮਿਲੂਗਾ, ਕਾਰਬਨ ਦਾ ਪੱਕਾ ਦੋਸਤ ਆਰਗੈਨਿਕ ਕੈਮਿਸਟਰੀ ਵਿੱਚ ਹਾਈਡਰੋਜਨ ਹੈਗਾ ਹੀ ਹੈਗਾ। ਹੋਰ ਕੁਝ ਮਿਲੀ ਜਾਵੇ, ਕੀ ਮਿਲੀ ਜਾਊਗਾ? ਆਕਸੀਜਨ ਵੀ ਮਿਲ ਸਕਦਾ ਤੁਹਾਨੂੰ, ਨਾਈਟ੍ਰੋਜਨ ਵੀ ਮਿਲ ਸਕਦਾ ਗਾ, ਸਲਫਰ ਵੀ ਮਿਲ ਸਕਦਾ, ਕਲੋਰੀਨ ਵੀ ਮਿਲ ਸਕਦਾ, ਜਾਂ ਫਿਰ ਹੋਰ ਬਹੁਤ ਸਾਰੇ ਐਟਮਸ ਜਿਹੜੇ ਹੈਗੇ ਆ ਕਾਰਬਨ ਦੇ ਨਾਲ ਜੁੜਨਗੇ। ਦਿਸ ਲੀਡ ਟੂ ਦਾ ਫਾਰਮੇਸ਼ਨ ਆਫ ਲਾਰਜ ਨੰਬਰ ਆਫ ਆਰਗੈਨਿਕ ਕੰਪਾਊਂਡਸ। ਇਹਦੇ ਕਰਕੇ ਹੀ ਬਹੁਤ ਸਾਰੇ ਆਪਾਂ ਨੂੰ ਕੰਪਾਊਂਡਸ ਮਿਲ ਜਾਂਦੇ ਆ। ਅਗਰ ਕਾਰਬਨ ਦੀ ਵੈਲੈਂਸੀ 4 ਆ ਤਾਂ ਕਿੰਨੇ ਹਾਈਡਰੋਜਨ ਜੁੜ ਸਕਦੇ ਆ ਕਾਰਬਨ ਦੇ ਨਾਲ? ਹਾਂਜੀ 4। ਮੈਕਸਿਮਮ ਦੱਸੋ, ਮੈਕਸਿਮਮ ਕਿੰਨੇ ਜੁੜ ਸਕਦੇ ਆ? ਵੱਧ ਤੋਂ ਵੱਧ ਕਿੰਨੇ ਹਾਈਡਰੋਜਨ ਜੁੜ ਸਕਦੇ? ਇੱਕ ਜੁੜ ਸਕਦਾ,
ਵੱਧ ਤੋਂ ਵੱਧ 2 3 4 5 5 ਤੇ ਇਦਾਂ ਹੋ ਗਿਆ, ਮਤਲਬ ਕਿ 4 ਬੌਂਡ ਕਾਰਬਨ ਦੇ ਨਾਲ ਮੈਕਸਿਮਮ ਜੁੜ ਸਕਦੇ ਆ, ਬਣ ਸਕਦੇ ਆ। ਹਾਈਡਰੋਜਨ ਤੇ ਕਾਰਬਨ ਦੇ ਵਿਚਾਲੇ ਹਮੇਸ਼ਾ ਇੱਕ ਬੌਂਡ ਹੀ ਬਣਦਾ ਹੁੰਦਾ, ਤਾਂ ਫਿਰ ਕਾਰਬਨ ਹਾਈਡਰੋਜਨ ਦੇ ਵਿਚਾਲੇ ਕਿੰਨੇ ਬੌਂਡ ਬਣ ਜਾਣਗੇ? ਸਿੰਪਲੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਬੋਲ ਕਿੱਧਰ ਗਈ ਬਈ? ਬੋਲ ਕਿੱਥੇ ਗਈ ਤੂੰ? ਅਗਰ ਆਹ ਕਾਰਬਨ, ਅਗਰ ਆ ਮੇਰੇ ਹੱਥ ਦੇ ਵਿੱਚ ਬੇਟਾ ਜੀ ਕਾਰਬਨ ਆ, ਤੇ ਆਹ ਬੇਟਾ ਮੇਰੇ ਕੋਲ ਇੱਕ ਹਾਈਡਰੋਜਨ, ਦੇਖੋ ਆਹ ਹਾਈਡਰੋਜਨ ਆ ਗੋਲ ਗੋਲ, ਉੱਪਰ ਗੋਲ ਗੋਲ ਕੀ ਹੈ ਮੇਰੇ ਕੋਲ? ਹਾਈਡਰੋਜਨ। ਅਗਰ ਕਾਰਬਨ ਦੇ ਨਾਲ ਮੈਂ ਇਦਾਂ ਹਾਈਡਰੋਜਨ ਨੂੰ ਜੋੜ ਦਈਏ ਇਦਾਂ ਕਰਕੇ, ਤਾਂ ਇੱਕ ਕਾਰਬਨ ਦੇ ਨਾਲ ਕਿੰਨੇ ਹਾਈਡਰੋਜਨ ਜੁੜ ਸਕਦੇ ਆ? ਕੀ ਕਾਰਬਨ ਦੇ ਨਾਲ ਇੱਕ ਹਾਈਡਰੋਜਨ ਜੋੜਨ ਦੇ ਨਾਲ ਵੈਲੈਂਸੀ ਪੂਰੀ ਹੋ ਗਈ ਕਾਰਬਨ ਦੀ? ਹਾਂ ਸੌਰੀ, ਸਟੇਬਲ ਹੋ ਗਿਆ ਕਾਰਬਨ? ਨਹੀਂ। ਤਾਂ ਕਿੰਨੇ ਹਾਈਡਰੋਜਨ ਚਾਹੀਦੇ ਇਹਨੂੰ? ਤਾਂ ਮੇਰੇ ਹਿਸਾਬ ਨਾਲ ਆਹ ਵਾਲੀ ਸਟਰਕਚਰ ਸਹੀ ਬੈਠੂਗੀ। ਇੱਕ ਕਾਰਬਨ ਦੇ ਨਾਲ ਕਿੰਨੇ ਹਾਈਡਰੋਜਨ ਲੱਗੇ ਹੋਏ? ਦੇਖੋ ਕਿੰਨੇ ਲੱਗੇ ਹੋਏ ਬੇਟਾ? 4 ਹਾਈਡਰੋਜਨ। ਆਪਾਂ ਇੱਧਰ ਦਿਖਾ ਦੀ ਨਾ ਇਦਾਂ ਕਰਕੇ, ਸ਼ਾਇਦ ਇਦਾਂ ਕਰਕੇ ਦੇਖੋ ਜੀ ਸਾਰੇ ਬੱਚੇ, ਤਾਂ ਆ ਇੱਕ ਕਾਰਬਨ ਆ, ਤੇ ਕਾਰਬਨ ਦੇ ਨਾਲ ਦੇਖੋ ਸਾਰੇ ਪਾਸੇ ਤੁਹਾਨੂੰ ਇੱਕ ਇੱਕ ਹਾਈਡਰੋਜਨ ਲੱਗਿਆ ਮਿਲਦਾ ਹੋ। ਇਹ 3D ਸਟਰਕਚਰ ਬਣੀ ਹੋਈ ਹੈ ਬੇਟਾ, ਧਿਆਨ ਰੱਖਿਓ ਇਦਾਂ ਹੀ ਹੁੰਦਾਗਾ। ਵੈਸੇ ਤੁਸੀਂ ਕੀ ਕਰਦੇ ਹੁੰਦੇ ਹੋ? ਆਹ ਚੀਜ਼ ਕਰਦੇ ਹੁੰਦੇ ਤੁਸੀਂ, ਕਾਰਬਨ ਬਣਾਇਆ, ਕਾਰਬਨ ਦੇ ਨਾਲ ਕੀ ਕਰਦੇ ਹੋ? ਇਦਾਂ ਕਰਕੇ 4 ਹਾਈਡਰੋਜਨ ਇਦਾਂ 2D ਦੇ ਵਿੱਚ ਇਦਾਂ ਬਣਾ ਸਕਦੇ, ਇਦਾਂ ਲਿਖ ਸਕਦੇ ਆਪਾਂ, ਠੀਕ ਹੈ। ਬਟ ਐਕਚੁਅਲੀ ਕੀ ਹੁੰਦਾ ਬੇਟਾ ਜੀ, ਉਹ ਇਦਾਂ ਜੁੜਦੇ ਆ, ਐਕਚੁਅਲੀ ਇਦਾਂ ਜੁੜਦੇ ਆ। ਕਲੀਅਰ ਹੈ? ਹੁਣ ਇਹ ਤਾਂ ਇੱਕ ਕਾਰਬਨ ਤੇ ਹਾਈਡਰੋਜਨ, ਬਸ ਦੋ ਕੰਪਾਊਂਡਸ ਨੇ ਮਿਲ ਦੋ ਆਪਣੇ ਮਤਲਬ ਕਿ ਐਟਮਸ ਨੇ ਜੁੜ ਕੇ, ਦੋ ਤਰ੍ਹਾਂ ਦੇ ਐਟਮਸ ਨੇ ਜੁੜ ਕੇ ਇੱਕ ਕੰਪਾਊਂਡ ਬਣਾਇਆ। ਅਗਰ ਬੇਟਾ ਜੀ ਇਹ ਚ ਇੱਕ ਕਾਰਬਨ ਦਿਖ ਰਹੀ ਹੈ ਤੁਹਾਨੂੰ, 4 ਤੁਹਾਨੂੰ ਹਾਈਡਰੋਜਨਾਂ ਦਿਖ ਰਹੀਆਂ, ਤਾਂ ਮੈਂ ਇਦਾਂ ਲਿਖ ਸਕਦਾ ਇਸ ਕੰਪਾਊਂਡ ਨੂੰ? ਇਦਾਂ ਲਿਖ ਸਕਦਾ। ਹੁਣ ਇਹ ਦੱਸੋ, ਇਹ ਜਿਹੜਾ ਕੰਪਾਊਂਡ ਹੈਗਾ ਗਾ ਕਾਰਬਨ ਤੇ ਹਾਈਡਰੋਜਨ ਦਾ ਬਣਿਆ ਹੋਇਆ, ਕਿ ਇਹਨੂੰ ਮੈਂ ਆਰਗੈਨਿਕ ਕੰਪਾਊਂਡ ਕਹਿ ਦੂੰ ਜਾਂ ਨਹੀਂ ਕਹਿ ਦੂੰਗਾ? ਕਹਿ ਸਕਦੇ ਆ, ਕਹਿ ਸਕਦੇ ਆ। ਓਕੇ, CH4 ਜਿਹੜਾ ਤੁਸੀਂ ਇੱਥੇ ਲਿਖਿਆ ਦੇਖਿਆਗਾ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਮਿਥੇਨ। ਐਂਡ ਹੁਣੀ ਤੁਸੀਂ ਪੜ੍ਹ ਕੇ ਆਏ ਹੋ ਬੇਟਾ, ਮਿਥੇਨ ਕੀ ਹੁੰਦੀ ਹੈ? ਇੱਕ ਗੈਸ ਹੁੰਦੀ ਆ, ਕਿਉਂਕਿ ਇਹਦਾ ਬੋਇਲਿੰਗ ਤੇ ਮੈਲਟਿੰਗ ਪੁਆਇੰਟ ਬਹੁਤ ਜ਼ਿਆਦਾ ਲੋ ਹੁੰਦਾ। ਤੇ ਯਾਦ ਕਰੋ, ਤੁਸੀਂ ਇੱਥੇ ਪੜ੍ਹ ਕੇ ਆਏ ਹੋ, ਦੇਖੋ ਉਹ ਚੀਜ਼ ਨੂੰ, ਇਹਦਾ ਨਾਮ ਇੱਥੇ ਪੜ੍ਹਿਆ ਸੀ ਅਸੀਂ, ਮਿਥੇਨ। ਕਿਹੜੀ ਮੈਂ ਤੁਹਾਨੂੰ ਸਟਰਕਚਰ ਦਿਖਾਈ ਸੀ? CH4, ਇਹ ਕੀ ਇੱਕ ਗੈਸ ਆ, ਮੈਲਟਿੰਗ ਤੇ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਲੋ ਆ, ਐਂਡ ਇਹਨਾਂ ਉੱਪਰ ਲਿਖਿਆ ਆਰਗੈਨਿਕ ਕੰਪਾਊਂਡ ਆ। ਸੋ ਮਿਥੇਨ ਕੀ ਇੱਕ ਆਰਗੈਨਿਕ ਕੰਪਾਊਂਡ ਹੈਗਾ ਗਾ, ਇਸ ਚੀਜ਼ ਨੂੰ ਆਪਾਂ ਪ੍ਰੂਫ ਕਰ ਚੁੱਕੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਉਹਨਾਂ ਨੇ ਇਹੀ ਪੁੱਛਿਆ ਸੀਗਾ ਕਿ ਆਪਾਂ ਨੂੰ ਕਿ ਰੀਜ਼ਨ ਫॉर द ਲਾਰਜ ਨੰਬਰ ਆਫ ਆਰਗੈਨਿਕ ਕੰਪਾਊਂਡਸ, ਉਹਦਾ ਇੱਕ ਕਾਰਨ ਤਾਂ ਕੀ ਹੈਗਾ? ਕੈਟੀਨੇਸ਼ਨ। ਦੂਸਰਾ ਕਾਰਨ ਕੀ ਹੈ? ਕਾਰਬਨ ਕੀ ਹੈਗਾ? ਟੈਟਰਾਵੈਲੈਂਟ ਹੁੰਦਾਗਾ। ਕਾਰਬਨ ਕੀ ਹੁੰਦਾਗਾ? ਟੈਟਰਾਵੈਲੈਂਟ। ਮਤਲਬ ਕਿ ਆਪਾਂ ਕੀ ਲਿਖ ਦਿੰਨੇ ਇੱਥੇ ਕਿ ਉਹਦੀ ਵੈਲੈਂਸੀ ਜਿਹੜੀ ਹੈਗੀ ਕੀ ਹੈ ਬੇਟਾ ਜੀ? 4 ਆ ਸੀ ਇੱਥੇ ਲਿਖਿਆ, ਵਿਚ ਇਜ਼ ਕੁਆਇਟ ਲਾਰਜ, ਬਹੁਤ ਜ਼ਿਆਦਾ ਆ। ਤੇ ਇਹ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਾਰਬਨ ਦੀ ਵੈਲੈਂਸੀ ਨੇ ਜ਼ਿਆਦਾ ਆ, ਤੇ ਇੰਨੀ ਜ਼ਿਆਦਾ ਵੈਲੈਂਸੀ ਹੋਣ ਕਰਕੇ ਵੀ ਕਾਰਬਨ ਦੀ ਕੀ ਕਰਦਾਗਾ? ਕਾਰਬਨ ਬਹੁਤ ਸਾਰੇ ਕੰਪਾਊਂਡ ਬਣਾ ਸਕਦਾਗਾ। ਕਾਰਬਨ ਦੇ ਹਾਈਡਰੋਜਨ ਨਾਲ ਬਣਾਈ ਬੈਠਾਗਾ, ਠੀਕ ਹੈ, ਕਾਰਬਨ ਤੇ ਹਾਈਡਰੋਜਨ ਨਾਲ ਬਣਾਈ ਬੈਠਾ। ਦੇਖੋ ਇਧਰ, ਹੁਣ ਤੁਸੀਂ ਕਹੋਗੇ ਜੀ ਫਿਰ ਵੀ ਕਿੰਨੇ ਕੁ ਬਣਾ ਲੂਗਾ? ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਣਾ ਇੱਥੇ, ਮੰਨ ਕੇ ਚਲੋ ਆ ਇੱਕ ਕਾਰਬਨ, ਇੱਕ ਕਾਰਬਨ ਦੇ ਨਾਲ ਕਿੰਨੇ ਲਗਾਤੇ ਆਪਾਂ? 4 ਹਾਈਡਰੋਜਨ ਲਗਾਤੇ। ਕੀ ਲਗਾਤੀਆਂ ਬੇਟੇ ਇੱਥੇ ਆਪਾਂ? 4 ਹਾਈਡਰੋਜਨ ਲਗਾਤੀ। ਇਹਨੂੰ ਕਿਤੇ ਨਾ ਕਿਤੇ ਮੈਂ ਨਾਮ ਦੇ ਦੇਣਾ ਮਿਥੇਨ। ਮਿਥੇਨ, ਇਹਦਾ ਨਾਮ ਮਿਥੇਨ ਹੈਗਾ, ਸਭ ਨੂੰ ਪਤਾਗਾ ਮਿਥੇਨ ਹੈਗਾ। ਹੁਣ ਇਹਦੀ ਟੈਟਰਾਵੈਲੈਂਸੀ ਦੀ ਗੱਲ ਕਰਦਾ, ਤੁਹਾਨੂੰ ਦੱਸਦਾ ਵੀ ਟੈਟਰਾਵੈਲੈਂਸੀ ਕਰਕੇ ਕਿੰਨੇ ਜ਼ਿਆਦਾ ਕੰਪਾਊਂਡ ਬਣ ਜਾਣਗੇ। ਇੱਕ ਕੰਪਾਊਂਡ ਤਾਂ ਇਹ ਹੋ ਗਿਆ, ਐਂਡ ਆਰਗੈਨਿਕ ਹੈ, ਸਭ ਨੂੰ ਪਤਾ। ਲਓ ਜੀ, ਹੁਣ ਇੱਕ ਚੀਜ਼ ਤੁਸੀਂ ਦੇਖੋ, ਇਹਦੇ 'ਚ ਹੀ ਮੈਂ ਸਾਰੀ ਛੇੜਖਾਨੀ ਕਰੂੰਗਾ, ਐਂਡ ਇੱਕ ਹੀ ਚੀਜ਼ ਦੀ ਛੇੜਖਾਨੀ ਕਰੂੰਗਾ, ਉਹਦੇ ਕਰਕੇ ਨਾਮ ਹੀ ਚੇਂਜ ਹੋ ਜਾਊਗਾ ਸਾਰਾ ਦਾ। ਬੇਟਾ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਆਪਾਂ ਇਦਾਂ ਕਰਦੇ ਹਾਂ, ਇਸ H ਨੂੰ ਹਟਾਓ ਇੱਥੋਂ, ਇਸ ਹਾਈਡਰੋਜਨ ਨੂੰ ਇੱਥੋਂ ਹਟਾਓ, ਐਂਡ ਇਹਦੀ ਜਗ੍ਹਾ ਤੇ ਲਗਾ ਦਿਓ OH। ਕੀ ਲਗਾ ਦਿਓ? ਕਿ ਹੁਣ ਇਹ ਦੱਸੋ, ਕਾਰਬਨ ਇੱਕ, ਇੱਧਰ ਵੀ ਕਾਰਬਨ ਇੱਕ, ਟੈਟਰਾਵੈਲੈਂਸੀ ਸੀ, ਉਹ ਹਾਈਡਰੋਜਨ ਨੂੰ ਲਗਾਵੇ, ਚਾਹੇ ਹਾਈਡਰੋਕਸਾਈਡ ਨੂੰ ਲਗਾਵੇ, ਚਾਹੇ ਕਿਸੇ ਬੇਟਾ ਹੈਲੋਅਲਕੇਨ ਨੂੰ ਲਗਾਵੇ, ਕੁਝ ਵੀ ਲਗਾਵੇ,
ਕਾਰਬਨ ਦੀ ਟੈਟਰਾਵੈਲੈਂਸੀ ਆ ਉਹ 4 मतलब कि ਕੀ ਬਣਾ ਸਕਦਾ ਗਾ, ਬੌਂਡ ਬਣਾ ਸਕਦਾ ਗਾ, ਹੋਰ ਐਟਮਸ ਦੇ ਨਾਲ ਬੌਂਡ ਬਣਾ ਸਕਦਾ ਗਾ, ਐਂਡ 4 ਬੌਂਡ ਬਣਾ ਸਕਦਾ ਗਾ। ਕਾਰਬਨ ਨੇ ਕੀ ਕੀਤਾ, ਹਾਈਡਰੋਜਨ ਨੂੰ ਛੱਡ ਕੇ ਕਿਹਦੇ ਨਾਲ ਬੌਂਡ ਬਣਾ ਲਿਆ ਹੁਣ ਇੱਥੇ, OH ਹਾਈਡਰੋਕਸਾਈਡ, ਇਹਨੂੰ ਕਹਿੰਦੇ ਹਾਈਡਰੋਕਸਾਈਡ ਕਹਿੰਦੇ ਹੁੰਦੇ ਆ। ਬੇਟਾ ਤੁਹਾਨੂੰ ਪਤਾ ਹੈ ਕੀ ਬਣ ਗਿਆ ਹੁਣ ਇੱਥੇ, ਇਹ ਹੁਣ ਬਣ ਗਿਆ ਮਿਥੇਨੋਲ ਬਣ ਗਿਆ। ਹੁਣ ਇਹ ਕੀ ਆ, ਇਹ ਵੀ ਕਾਰਬਨ ਕੰਪਾਊਂਡ ਆ, ਆਰਗੈਨਿਕ ਕੰਪਾਊਂਡ ਆ। ਹੁਣ ਇਹ ਦੋਨੇ ਆਰਗੈਨਿਕ ਕੰਪਾਊਂਡ ਆਪਸ 'ਚ ਡਿਫਰੈਂਟ ਹੋਏ ਜਾਂ ਨਹੀਂ ਹੋਏ, 2 ਬਣ ਗਏ ਨਾ। ਚਲੋ ਹੁਣ ਉਸ ਤੋਂ ਬਾਅਦ ਨੇ ਕੀ ਕੀਤਾ, ਆਹੀ ਜਿਹੜਾ ਆਰਗੈਨਿਕ ਕੰਪਾਊਂਡ ਸੀਗਾ ਭਾਈ ਮਿਥੇਨ ਸੀਗਾ, ਇੱਕ ਹੋਰ ਛੇੜਖਾਨੀ ਕੀਤੀ ਗਈ ਇੱਥੇ। ਇਹ ਕਾਰਬਨ ਸਾਹਿਬ ਕਹਿੰਦੇ ਯਾਰ ਆਪਾਂ ਅੱਕ ਗਏ ਹਾਈਡਰੋਜਨਾਂ ਨੂੰ ਲਗਾ ਲਗਾ ਕੇ, ਕਹਿੰਦੇ ਹਾਈਡਰੋਜਨ ਨੂੰ ਕੱਢੋ ਇੱਥੇ, ਇਹਨੂੰ ਕਹਿੰਦਾ ਹਾਈਡਰੋਜਨ ਨੂੰ ਕੱਢ ਦੋ। ਇੱਥੇ ਨੇ ਕੀ ਲਗਾਤਾ, ਕਲੋਰੀਨ ਲਗਾ ਲਿਆ ਉਹਦੇ ਨਾਲ। ਕੀ ਲਗਾ ਲਿਆ ਉਹਦੇ ਨਾਲ, ਕਲੋਰੀਨ ਲਗਾ ਲਿਆ। ਹੁਣ ਜਦੋਂ ਕਲੋਰੀਨ ਲੱਗ ਗਿਆ ਇਹਦਾ ਨਾਮ ਚੇਂਜ ਹੋ ਗਿਆ, ਫਿਰ ਹੁਣ ਕੀ ਬਣ ਗਿਆ, ਇਹ ਕਲੋਰੋਮੀਥੇਨ ਬਣ ਗਿਆ। ਹੁਣ ਇਹਦਾ ਨਾਮ ਕੀ ਬਣ ਗਿਆ, ਕਲੋਰੋਮੀਥੇਨ। ਐਂਡ ਇਹਨਾਂ ਦੋਨਾਂ ਨਾਲ ਡਿਫਰੈਂਟ ਆ। ਤਾਂ ਦੱਸੋ ਜਿਹੜਾ ਸਾਡਾ ਕੁਐਸਚਨ ਸੀ ਪਿੱਛੇ ਵੀ ਆਰਗੈਨਿਕ ਕੰਪਾਊਂਡ ਜਿਹੜੇ ਅੱਜ ਦੇ ਟਾਈਮ ਤੇ ਸਾਨੂੰ ਇੰਨੇ ਜ਼ਿਆਦਾ ਮਿਲ ਰਹੇ, ਉਹਦਾ ਕਾਰਨ ਕੀ ਹੈ। ਪਹਿਲਾਂ ਤਾਂ ਕਾਰਬਨ ਕਾਰਬਨ ਆਪਦੀ ਉਹ ਬਣਾ ਰਹੇ ਲਿੰਕੇਜ, ਹਜੇ ਉਹ ਵੀ ਦਿਖਾਊਂਗਾ ਤੁਹਾਨੂੰ ਮੈਂ। ਦੂਸਰਾ ਕਾਰਨ ਕੀ ਸੀ, ਟੈਟਰਾਵੈਲੈਂਸੀ, ਟੈਟਰਾਵੇਲੈਂਟ ਆ, 4 ਕਿਸੇ ਤਰ੍ਹਾਂ ਦੇ ਚੀਜ਼ਾਂ ਨਾਲ ਵੀ ਬੌਂਡ ਬਣਾ ਸਕਦਾ। ਅੱਛਾ ਹੁਣ ਇੱਥੇ ਅਗਰ ਮੈਂ ਹਾਈਡਰੋਜਨ ਹਟਾ ਕੇ ਇੱਥੋਂ ਹੀ ਦੇਖੋ, ਅਗਰ ਇਹ ਮਿਥੇਨੋਲ ਆ ਨਾ, ਅਗਰ ਇਹ ਮਿਥੇਨੋਲ ਹੀ ਹੈ ਨਾ, ਤਾਂ ਇਹਦੇ 'ਚ ਮੈਂ ਛੇੜਖਾਨੀ ਕਰ ਸਕਦਾ ਕੋਈ, ਇਹਦਾ ਮੈਂ ਇੱਕ ਹਾਈਡਰੋਜਨ ਹਟਾ ਕੇ ਕੁਝ ਹੋਰ ਲਗਾ ਦਾਂ, ਇਹਦੀ ਜਗ੍ਹਾ ਤੇ ਮੈਂ ਕਲੋਰੀਨ ਲਗਾ ਦਾਂ, ਨਵਾਂ ਕੰਪਾਊਂਡ ਬਣ ਜਾਊਗਾ ਕੋਈ, ਇਹ ਕੁਝ ਹੋਰ ਲਗਾ ਦਾਂ, ਫॉर एग्जांपल ਕੁਝ ਵੀ XYZ ਕੁਝ ਵੀ ਲਗਾ ਦਾਂ, ਠੀਕ ਹੈ, ਇਹਦਾ ਨਵਾਂ ਨਾਮ ਚੇਂਜ ਹੋ ਜਾਊਗਾ, ਨਵਾਂ ਨਾਮ ਆ ਜਾਊਗਾ ਇਹਦਾ। ਤਾਂ ਕਾਰਬਨ ਦੀ ਇਸੇ मतलब कि ਟੈਟਰਾਵੈਲੈਂਸੀ ਕਰਕੇ ਵੀ ਆਪਣੇ ਕੋਲ ਬਹੁਤ ਸਾਰੇ ਆਰਗੈਨਿਕ ਕੰਪਾਊਂਡ ਜ ਮਿਲਦੇ ਆ, ਤਾਂ ਇਹ ਕੁਝ ਹੋਰ ਬਣ ਜਾਊਗਾ। ਠੀਕ ਹੈ, ਅੱਗੇ ਜਾ ਕੇ ਆਪਾਂ ਕਰਾਂਗੇ ਇੱਕ ਨੇਮਿੰਗ, ਜਿਸ ਨੂੰ ਆਪਾਂ IUPAC ਨੇਮਿੰਗ ਕਹਿ ਦਿੰਦੇ ਆ। IUPAC ਨੇਮਿੰਗ ਟੈਨਸ਼ਨ ਨਹੀਂ ਲੈਣੀ, ਬਹੁਤ ਸੌਖੀ ਇੱਕ ਤਰੀਕਾ ਗਾ। ਵੈਸੇ IUPAC ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਤੁਸੀਂ 9th ਕਲਾਸ 'ਚ ਪੜ੍ਹ ਕੇ ਆਏ ਸੀਗੇ। 9th ਕਲਾਸ 'ਚ ਇਹਦੇ ਬਾਰੇ ਤੁਸੀਂ ਇੰਨਾ ਕੁ ਪੜ੍ਹਿਆ ਕਿ ਇਹ ਉਹੀ ਆਰਗੇਨਾਈਜੇਸ਼ਨ ਆ ਜਿਹੜੀ ਕਿਸੇ ਵੀ ਐਲੀਮੈਂਟ ਦਾ ਨਾਮ ਜਿਹੜੀ ਹੈਗੀ ਹੈ मतलब कि ਰਜਿਸਟਰ ਕਰਦੀ ਹੈ। ਮੰਨ ਲਓ ਅੱਜ ਅਸੀਂ ਸੋਡੀਅਮ ਨੂੰ ਸੋਡੀਅਮ ਕਹਿੰਦੇ, ਤੇ ਇਹਨੇ ਕਿਹਾ ਤਾਂ ਕਹਿ ਰਹੇ ਹਾਂ। ਇੱਥੇ ਤੁਸੀਂ ਕੁਝ ਨਹੀਂ ਹੁੰਦੇ, ਇੱਥੇ ਮੈਂ ਕੋਈ ਨਹੀਂ ਹੁੰਦਾ, ਇੱਥੇ ਤਗੜੇ ਤੋਂ ਤਗੜਾ ਕੋਈ ਕੈਮਿਸਟਰੀ ਟੀਚਰ ਆ ਜੇ, ਅਗਰ ਕਹਿ ਦੇਣਾ ਸੋਡੀਅਮ ਨੂੰ ਆ ਕਹਿਣ ਲੱਗ ਜਾਓ, ਨਹੀਂ, ਜਿੰਨਾ ਟਾਈਮ ਇਹ ਆਰਗੇਨਾਈਜੇਸ਼ਨ ਅਪਰੂਵ ਨਹੀਂ ਕਰਦੀ ਉਨਾ ਟਾਈਮ ਬੇਟਾ ਜੀ ਉਹਨੂੰ ਆਪਾਂ ਸੋਡੀਅਮ ਤੋਂ ਨਾਮ ਚੇਂਜ ਨਹੀਂ ਕਰ ਸਕਦੇ। ਫਿਰ ਜਿੰਨੇ ਵੀ ਆ ਮਿਥੇਨ, ਇਥੇਨ, ਪ੍ਰੋਪੇਨ, ਜਿੰਨੇ ਵਿੱਚ ਅਸੀਂ ਪੜ੍ਹਦੇ ਹਾਂ, ਤਾਂ ਉਹ ਸਾਰੇ ਨਾਮ ਇਹਨਾਂ ਨੇ ਕੀ ਕੀਤੇ ਹੋਏ ਆ ਬੇਟਾ ਜੀ, ਅਪਰੂਵ ਕੀਤੇ ਹੋਏ ਨੇ। ਐਂਡ ਫਿਰ ਇਹਨਾਂ ਨੇ ਸਾਨੂੰ ਇੱਕ ਸਾਨੂੰ ਰੂਲ ਵੀ ਦੱਸਤਾ, ਕਹਿੰਦੇ ਅਗਰ ਮੰਨ ਲਓ ਤੁਹਾਡੇ ਕੋਲ ਕੋਈ ਆਰਗੈਨਿਕ ਕੰਪਾਊਂਡ ਹੈਗਾ ਨਾ, ਉਹਦੀ ਨੇਮਿੰਗ ਕਿਵੇਂ ਕਰਨੀ ਆ, ਤਾਂ ਇਹਨਾਂ ਨੇ ਸਾਨੂੰ ਇੱਕ ਰੂਲ ਦੱਸਤਾ। ਜੇ ਅਸੀਂ ਉਸ ਰੂਲਿੰਗ ਦੇ ਅਕੋਰਡਿੰਗ ਅਸੀਂ ਕਿਸੇ ਵੀ ਕਾਰਬਨ ਕੰਪਾਊਂਡ ਦਾ, ਆਰਗੈਨਿਕ ਕੰਪਾਊਂਡ ਦਾ ਨੇਮਿੰਗ ਕਰਦੇ ਹਾਂ, ਤਾਂ ਬੇਟਾ ਅਸੀਂ ਉਹਨੂੰ IUPAC ਨੇਮਿੰਗ ਕਹਿ ਦਿੰਦੇ ਹਾਂ। ਠੀਕ ਹੈ, ਉਹਦਾ ਜਿਹੜਾ ਪੱਕਾ ਨੇਮ ਆ ਅਸੀਂ IUPAC ਨੇਮਿੰਗ ਕਹਿ ਦਿੰਦੇ। ਕਲੀਅਰ, ਜਿੰਨੇ ਵੀ ਆ ਸਾਰੇ ਲਿਖੇ ਨੇ, ਸਾਰੇ ਕੀ ਲਿਖੇ ਨੇ ਮੈਂ ਇੱਥੇ, IUPAC ਨੇਮਿੰਗ ਲਿਖਿਆ। ਐਂਡ ਇਹਦਾ ਨਾਮ ਮਿਥੇਨੋਲ ਨਹੀਂ ਹੋਊਗਾ ਜੀ, ਦਾ ਧਿਆਨ ਰੱਖਿਓ। ਇਹਦਾ ਨਾਮ ਜੋ ਵੀ ਹੋਊਗਾ IUPAC ਜਦੋਂ ਆਪਾਂ ਨੇਮਿੰਗ ਕਰਾਂਗੇ ਉਦੋਂ ਪੜਾਂਗੇ ਇਹਦਾ ਨਾਮ ਕੀ ਹੋਊਗਾ। ਇਹ ਤੇ ਕੁਐਸਚਨ ਮਾਰਕ ਲਾ ਕੇ ਚੱਲਿਆ, ਐਂਡ ਇਹ ਕੁਐਸਚਨ ਤੁਹਾਨੂੰ ਉੱਥੇ ਮਿਲੂਗਾ ਜਦੋਂ IUPAC ਨੇਮਿੰਗ ਕਰਾਂਗੇ ਆਪਾਂ। when carbon atom combine with one another 3 type of chains can be formed। ਇਹਦੇ ਲਈ ਵੀ ਇੱਕ ਛੋਟਾ ਜਿਹਾ ਆਪਾਂ ਗੱਲਬਾਤ ਕਰੀਏ ਪਹਿਲਾਂ ਤਾਂ। ਲਓ ਜੀ, ਮੇਰੇ ਕੋਲ ਆ ਇੱਕ ਕਾਰਬਨ, ਕਾਰਬਨ ਦੇ ਨਾਲ ਕਾਰਬਨ ਜੁੜ ਸਕਦੀ ਹੈ, ਕਾਰਬਨ ਦੇ ਨਾਲ ਕਾਰਬਨ, ਕਾਰਬਨ ਦੇ ਨਾਲ ਕਾਰਬਨ, ਕਾਰਬਨ ਦੇ ਨਾਲ ਕਾਰਬਨ ਜੁੜ ਸਕਦੀ ਆ। ਤੁਹਾਨੂੰ ਇਹ ਚੀਜ਼ ਦਿਖਾਈ ਆ ਹੁਣੀ ਮੈਂ, ਕਾਰਬਨ ਦੇ ਨਾਲ ਕਾਰਬਨ ਜੁੜ ਸਕਦੀ ਹੈ, ਐਂਡ ਜੁੜ ਕੇ ਬਹੁਤ ਵੱਡੀ ਚੇਨ ਬਣ ਸਕਦੀ ਹੈ। ਇਹ 'ਚ ਕੋਈ ਸ਼ੱਕ ਕਿਸੇ ਨੂੰ, ਕਿਸੇ ਬੱਚੇ ਨੂੰ ਕੋਈ ਸ਼ੱਕ ਹੋਵੇ ਇਹ 'ਚ? ਨਹੀਂ, ਓਕੇ। ਲਓ ਜੀ, ਫਿਰ ਮੈਂ ਬਣਾਉਂਦਾ ਜਾਣਾ ਇੱਥੇ, ਬਹੁਤ ਵੱਡੀ ਚੇਨ ਬਣਾਤੀ ਆਪਾਂ ਕਾਰਬਨ ਦੀ। ਕਿੰਨੇ ਕਾਰਬਨ ਨੇ, 4 ਤੇ 4 8 ਤੇ 2 10 ਕਾਰਬਨ ਇੱਥੇ ਆਪਣੇ ਕੋਲ ਪਈਆਂ। ਐਂਡ ਕਾਰਬਨ ਕਿੰਨੇ ਬੌਂਡ ਬਣਾਉਂਦਾ ਹੁੰਦਾ ਹਮੇਸ਼ਾ, 4 ਬੌਂਡ ਬਣਾ ਲੈਂਦਾ। ਆਹ ਕਾਰਬਨ ਦੇ ਆਲਰੇਡੀ ਕਿੰਨੇ ਬੌਂਡ ਬਣੇ ਹੋਏ ਆ, 1 ਬੌਂਡ ਬਣਿਆ, ਤਾਂ ਕਿੰਨੇ ਬੌਂਡ ਹੋਰ ਬਣ ਸਕਦੇ ਆ, 3। ਤਾਂ ਇਸ ਤਰ੍ਹਾਂ ਕਰਕੇ ਮੈਂ ਇੱਥੇ 3 ਹਾਈਡਰੋਜਨ ਲਗਾ ਦਿੰਦਾ, ਐਂਡ ਆਪਣੀ ਮਰਜ਼ੀ ਨਾਲ ਨਹੀਂ ਲਗਾਊਂਗਾ, ਜਿੰਨੀ ਉੱਥੇ ਲੱਗਣੇ ਚਾਹੀਦੇ ਉਨੇ ਲਗਾਊਂਗਾ। ਆਹ ਕਾਰਬਨ ਦੇ ਕਿੰਨੇ ਬੌਂਡ ਬਣ ਚੁੱਕੇ ਆ,
2 ਬੌਂਡ ਬਣ ਚੁੱਕੇ ਆ, ਤਾਂ ਇਸ ਕਰਕੇ ਇਹਦੇ ਨਾਲ ਕਿੰਨੇ ਹਾਈਡਰੋਜਨ ਲੱਗ ਸਕਦੇ ਆ? 2 ਹਾਈਡਰੋਜਨ ਲੱਗ ਸਕਦੇ, ਇਹਦੇ 2, ਇਹਦੇ 2 ਲੱਗ ਸਕਦੇ ਆ, ਇਸ ਦੇ ਨਾਲ ਵੀ ਕਿੰਨੇ ਲੱਗ ਸਕਦੇ ਆ? 2 ਲੱਗ ਸਕਦੇ ਆ। ਲਾਸਟ ਵਾਲੇ ਦੇ ਨਾਲ ਕਿੰਨੇ ਲੱਗ ਸਕਦੇ ਆ? 3 ਲੱਗਣਗੇ। ਤਾਂ ਮੇਰੇ ਹਿਸਾਬ ਨਾਲ ਇਹ ਇੱਕ ਆਰਗੈਨਿਕ ਕੰਪਾਊਂਡ ਇੱਕ ਬਣ ਗਿਆ। ਇਹਦਾ ਨਾਮ ਕੀ? ਇਹਦਾ ਨਾਮ ਮੈਂ ਤੁਹਾਨੂੰ ਦੱਸ ਸਕਦਾ ਕੀ ਨਾਮ ਆ। ਤੁਹਾਨੂੰ ਉਹ ਨੇਮਿੰਗ ਕਦੋਂ ਬਣਾਉਣੀ ਆਊਗੀ? ਜਦੋਂ ਬੇਟਾ ਜੀ ਤੁਸੀਂ ਕੁਝ ਰੂਲ ਸਿੱਖ ਲਓਗੇ। ਹੁਣ ਇਹ 'ਚ ਮੈਂ ਸਿਰਫ ਕਾਰਬਨਾਂ ਦੀ ਗਿਣਤੀ ਦੇਖੂੰ ਕਿੰਨੀ ਆ, 10, ਤੇ ਇਹਦਾ ਨਾਮ ਪਤਾ ਕੀ ਹੈਗਾ? IUPAC ਦੇ ਅਕੋਰਡਿੰਗ ਨੇਮ ਇਹਦਾ ਨਾਮ ਹੈਗਾ ਗਾ ਡਿਕੇਨ। ਇਹਦਾ ਨਾਮ ਕੀ ਹੈਗਾ? ਡਿਕੇਨ। ਜਿਵੇਂ ਤੁਸੀਂ ਮਿਥੇਨ ਪੜ੍ਹਿਆ ਸੀ ਨਾ, ਉਵੇਂ ਹੀ ਇਸ ਕੰਪਾਊਂਡ ਦਾ ਨਾਮ ਕੀ ਹੈਗਾ? ਡਿਕੇਨ ਆ। ਇਹ ਸਾਰਾ ਦਾ ਸਾਰਾ ਖੇਡਾ ਹੈਗਾ ਗਾ ਨੰਬਰ ਆਫ ਕਾਰਬਨਸ ਦਾ। ਜਿਹੜਾ ਨਾਮ ਚੇਂਜ ਹੁੰਦਾ ਗਾ, ਇਹ ਨਾਮ ਚੇਂਜ ਹੋਣ ਦਾ ਕਾਰਨ ਕੀ ਆ? ਨੰਬਰ ਆਫ ਕਾਰਬਨਸ, ਕੈਟੀਨੇਸ਼ਨ। ਇੱਕ ਕਾਰਬਨ ਆ ਮਿਥੇਨ ਕਹਿ ਦੋਗੇ, 2 ਕਾਰਬਨ ਕੁਛ ਕਹਿ ਦੋਗੇ, 3 ਕਾਰਬਨ ਕੁਛ ਕਹਿ ਦੋਗੇ, 4 ਕਾਰਬਨ ਕੁਛ ਕਹਿ ਦੋਗੇ, ਇਦਾਂ ਹੀ ਕਰਦੇ ਕਰਦੇ 10 ਕਾਰਬਨਾਂ ਨੇ ਤੁਹਾਨੂੰ ਡਿਕੇਨ ਕਹਿ ਦੋਗੇ। ਇਦਾਂ ਇਹਨਾਂ ਦੀ ਨੇਮਿੰਗ ਹੁੰਦੀ ਹੈ। ਸੋ ਇਹ ਨੇਮਿੰਗ ਤੁਹਾਨੂੰ ਸਿਖਾਊਂਗਾ, ਟੈਨਸ਼ਨ ਨਾ ਲਓ ਸਾਰੇ ਬੱਚੇ। ਤਾਂ ਕਾਰਬਨ 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 ਜੁੜ ਜੁੜ ਕੇ ਜੁੜ ਜੁੜ ਕੇ ਜੁੜ ਜੁੜ ਕੇ ਇੱਕ ਚੇਨ ਬਣ ਗਈ। ਮੇਰੇ ਪਾਸ ਤੈਨੂੰ ਬਿਲਕੁਲ ਲਿਆਂਦੇ ਲੈਂਦੇ, ਚਾਹੇ ਤੁਸੀਂ ਬਰਨਾਲਾ ਟਪਾ ਲਓ, ਇਧਰੋਂ ਚਾਹੇ ਬਠਿੰਡਾ ਟਪਾ ਲਓ, ਬਣ ਸਕਦੀ ਆ। ਬਹੁਤ ਵੱਡੀ ਚੇਨ ਬਣਾ ਸਕਦੀ ਆ, ਅਗਰ ਕਾਰਬਨ ਏਡੇ ਏਡੇ ਦਿਖਦੇ ਹੋਣ ਤਾਂ। ਅਗਰ ਕਾਰਬਨ ਏਡੇ ਵੱਡੇ ਵੱਡੇ ਦਿਖਦੇ ਹੋਣ ਤਾਂ ਬਹੁਤ ਵੱਡੀ ਚੇਨ ਬਣ ਸਕਦੀ ਹੈ। ਓਕੇ, ਤਾਂ ਕਾਰਬਨ ਬਹੁਤ ਵੱਡੀਆਂ ਵੱਡੀਆਂ ਚੇਨਸ ਬਣਾਊਗਾ। ਅੱਛਾ, ਕਿ ਜ਼ਰੂਰੀ ਥੋੜੀ ਆ ਇਦਾਂ ਬਣਾਊਗਾ। ਕਾਰਬਨ ਇਹ ਵੀ ਤਾਂ ਹੋ ਸਕਦਾ ਨਾ, ਦੇਖੋ ਸਾਰੇ ਬੱਚੇ, ਇੱਕ ਚੀਜ਼ ਦਿਖਾਉਣਾ ਤੁਹਾਨੂੰ ਮੈਂ। ਕਾਰਬਨ ਇਹ ਵੀ ਤਾਂ ਕਰ ਸਕਦਾ ਗਾ। ਆ ਕਾਰਬਨ ਜਾ ਰਹੀ ਹੈ, ਦੇਖੋ ਇੱਧਰ, ਇਹ ਵੀ ਹੋਊਗਾ, ਦੇਖੋ ਇਹ ਵੀ ਤੁਹਾਨੂੰ ਮਿਲੂਗਾ। ਕਾਰਬਨ ਇਦਾਂ ਜਾ ਰਿਹਾ ਐਂਡ 10 ਹੀ ਕਾਰਬਨ ਨਾਲ ਲਗਾਉਣ, ਦੇਖੀ ਚਲੋ ਕਿੰਨੇ ਹੋ ਗਏ? 3 3 6 7 8 9 9 10 10 ਹੀ ਕਾਰਬਨ ਇੱਥੇ ਲਗਾਤੀਆਂ। ਹਾਈਡਰੋਜਨਾਂ ਦੀ ਗਿਣਤੀ ਕਰਕੇ ਦੇਖੋ, ਜਮਾ 19 ਮਿਲੂਗੀ ਤੁਹਾਨੂੰ। 1 2 3 4 5 6 7 8 9 10 11 12 13 14 15 16 17 18 19 20 21 22। ਲਓ ਜੀ, ਕੱਲੀ ਡੰਡੀ ਲਗਾਉਣ ਦਾ ਮਤਲਬ ਕੀ ਹੈ? ਹਾਈਡਰੋਜਨ ਲੱਗਿਆ ਹੋਇਆ ਹੈਗਾ। ਠੀਕ ਹੈ, ਜਦੋਂ ਕੱਲੀ ਡੰਡੀ ਲੱਗ ਜੇ ਕਾਰਬਨ ਦੇ ਨਾਲ, ਇਹਦਾ ਮਤਲਬ ਡੰਡੀ ਦਾ ਮਤਲਬ ਕੀ ਹੈ? ਉਹਦੇ ਨਾਲ ਹਾਈਡਰੋਜਨ ਲੱਗਿਆ ਹੋਇਆ ਹੈ। ਇੱਕ ਆਹ ਤਰੀਕਾ ਹੈਗਾ, ਕਾਰਬਨ ਕਾਰਬਨ ਇਦਾਂ ਵੀ ਜੁੜ ਸਕਦੇ ਆ। ਠੀਕ ਹੈ ਜੀ, ਜਾਂ ਫਿਰ ਕਾਰਬਨ ਕਾਰਬਨ ਕੀ ਕਰ ਸਕਦੇ? ਦੇਖੋ ਇੱਧਰ, ਇਦਾਂ ਕਾਰਬਨ, ਇਦਾਂ ਕਾਰਬਨ, ਇਦਾਂ ਕਾਰਬਨ, ਇਦਾਂ ਕਾਰਬਨ, ਇਦਾਂ ਕਾਰਬਨ, ਇਦਾਂ ਕਾਰਬਨ, ਆਪਸ ਚ ਬੇਟਾ ਜੀ ਇਦਾਂ ਵੀ ਜੁੜ ਸਕਦੇ ਆ। ਐਂਡ ਐ ਨਾ ਸੋਚੋ 6 ਕਾਰਬਨ ਹੀ ਲੱਗ ਸਕਦਾ, 7 ਵੀ ਲੱਗ ਜਾਣਗੇ, 8 ਵੀ ਲੱਗ ਜਾਣਗੇ, 9 ਵੀ ਲੱਗ ਜਾਣਗੇ, 10 ਵੀ ਲੱਗ ਜਾਣਗੇ। ਕਾਰਬਨ ਜੁੜਦੇ 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 ਇੱਕ ਰਿੰਗ ਵੀ ਬਣਾ ਸਕਦੇ ਆ। ਕੀ ਬਣਾ ਸਕਦੇ ਆ? ਰਿੰਗ। ਦੇਖੋ, ਜੋ ਕਾਰਬਨ ਕਾਰਬਨ ਜਿੱਥੇ ਕਾਈਟੀਨੇਸ਼ਨ ਹੋ ਰਹੀ ਆ, ਜਦੋਂ ਆਪਾਂ ਪੜ੍ਹ ਲਿਆ ਵੀ ਕਾਰਬਨ ਕਾਰਬਨ ਦੇ ਨਾਲ ਜੁੜ ਕੇ ਬਹੁਤ ਸਾਰੀ ਇੱਕ ਲੰਬੀ ਚੇਨ ਬਣਾ ਸਕਦੇ ਆ, ਤਾਂ ਕਾਰਬਨ ਇਦਾਂ ਵੀ ਐਗਜ਼ਿਸਟ ਕਰ ਸਕਦਾ। ਠੀਕ ਹੈ ਜੀ, ਜਿਹਨੂੰ ਆਪਾਂ ਲੌਂਗ ਚੇਨ ਕਹਿ ਸਕਦੇ ਹਾਂ। ਕੀ ਬਣਾ ਸਕਦਾ ਗਾ? ਲੌਂਗ ਚੇਨ ਬਣਾ ਸਕਦਾ ਗਾ, ਜੋ ਇੱਧਰ ਦੇਖ ਰਹੇ ਹੋ ਤੁਸੀਂ। ਹੋ ਸਕਦਾ ਹੈਗਾ ਕਾਰਬਨ ਕਾਰਬਨ ਇਦਾਂ ਚੇਨ ਬਣਾ ਕੇ ਆਪਾਂ ਕਹਿ ਸਕਦੇ ਹਾਂ ਇੱਕ ਚੇਨ ਤਾਂ ਬਣਾਊਗਾ, ਬਟ ਕਿਹੜੀ ਚੇਨ ਬਣਾਊਗਾ? ਬ੍ਰਾਂਚਡ ਚੇਨ ਬਣਾ ਸਕਦਾ। ਇੱਥੇ ਬਿਲਕੁਲ ਸਿੰਪਲ ਲੌਂਗ ਚੇਨ ਆ, ਤੇ ਕੀ ਬਣਾ ਸਕਦਾ ਕਈ ਵਾਰ? ਬ੍ਰਾਂਚਡ ਚੇਨ ਵੀ ਬਣਾ ਸਕਦਾ ਗਾ। ਬ੍ਰਾਂਚ ਦਿਖ ਰਹੀ ਹੈ ਨਾ, ਪਹਿਲਾਂ ਮੇਨ ਚੇਨ ਜਾ ਰਹੀ ਸੀ, ਐਂਡ ਇੱਥੇ ਦੇਖ ਕਾਰਬਨ ਨੇ ਕਿੱਧਰੋਂ ਸਟਾਰਟਿੰਗ ਕਰ ਲਈ, ਕਿੱਧਰੋਂ ਵੱਡ, ਇੱਕ ਮਤਲਬ ਕਿੱਧਰੋਂ ਵਾਢਾ ਲਾ ਲਿਆ, ਕਿੱਧਰੋਂ ਵਾਢਾ ਲਾ ਲਿਆ। ਆਹ ਤੁਹਾਨੂੰ ਕੀ ਲੱਗ ਰਿਹਾ ਹੋਊਗਾ? ਜਿਵੇਂ ਬ੍ਰਾਂਚਾਂ ਬਣ ਰਹੀਆਂ ਨੇ ਕਾਰਬਨ ਕਾਰਬਨ ਦੀਆਂ। ਤੇ ਕਾਰਬਨ ਕੀ ਕਿਸ ਤਰ੍ਹਾਂ ਦੀ ਚੇਨ ਬਣਾ ਸਕਦੇ? ਰਿੰਗ ਚੇਨ ਵੀ ਬਣਾ ਸਕਦੀ ਹੈ। ਕੀ ਬਣਾ ਸਕਦੀ ਹੈ? ਇੱਕ ਚੇਨ ਕਿਹੜੀ ਬਣਾ ਸਕਦੀ ਆ? ਰਿੰਗ ਫਾਰਮ ਚ ਵੀ ਬਣਾ ਸਕਦੀ ਆ। ਸਿੰਪਲ ਤਾਂ ਤੁਹਾਡੇ ਸਾਹਮਣੇ ਆ ਹੈਗੀ ਹੋਈ ਆ, ਦਿਖ ਰਹੀ ਹੈ ਤੁਹਾਨੂੰ ਸਭ ਨੂੰ। ਅਗਰ ਮੈਂ ਬੇਟਾ ਜੀ ਇਹ ਚੋਂ ਇੱਕ ਕਾਰਬਨ ਨੂੰ ਹਟਾ ਕੇ ਮੈਂ ਇਹਦੇ ਉੱਪਰ ਲਗਾ ਦਾਂ, ਤਾਂ ਕੀ ਬਣ ਜੂਗੀ? ਬ੍ਰਾਂਚਡ ਚੇਨ ਬਣ ਜੂਗੀ। ਅਗਰ ਇਹਨੂੰ ਕਰਦੇ ਕਰਦੇ ਮੈਂ ਇਹਦੇ ਦੋਨੇ ਐਂਡਸ ਕੀ ਕਰਦਾ? ਬੰਦ ਕਰਦਾ, ਤਾਂ ਕਿਹੜੀ ਚੇਨ ਬਣ ਜੂਗੀ? ਇਹ ਰਿੰਗ ਚੇਨ ਬਣ ਜੂਗੀ। ਸੋ ਇੱਥੇ ਇਹੀ ਪੁੱਛਿਆ ਗਿਆ, ਕਹਿੰਦੇ ਵੈਨ ਕਾਰਬਨ ਐਟਮਸ ਕੰਬਾਈਨ ਵਿਦ ਵਨ ਅਨਦਰ, ਜਦੋਂ ਇੱਕ ਦੂਜੇ ਨਾਲ ਜੁੜਨਗੇ ਤਾਂ ਕਿੰਨੇ ਤਰ੍ਹਾਂ ਦੀਆਂ ਚੇਨਸ ਮਿਲਣਗੀਆਂ? ਕਹਿੰਦੇ 3 ਟਾਈਪ ਦੀਆਂ ਚੇਨਸ ਸਾਡੇ ਕੋਲ ਆ ਜਾਣਗੀਆਂ। ਐਂਡ ਕਿਹੜੀਆਂ ਕਿਹੜੀਆਂ ਆਉਣਗੀਆਂ? ਸਭ ਤੋਂ ਪਹਿਲਾਂ ਆਪਾਂ ਲਿਖ ਲਾਂਗੇ ਲੌਂਗ ਚੇਨ। ਠੀਕ ਹੈ ਜੀ, ਲੌਂਗ ਚੇਨ ਮਤਲਬ ਕਿ ਸਿੰਪਲ ਨਾਰਮਲ ਚੇਨ ਹੋ ਗਈ।
दूसरी केड़ी बन जूगी बेटा जी, ब्रांचड चेन बन जूगी। तीसरी केड़ी बन जूगी, केड़ी, रिंग वाली चेन बन जूगी। तो देखो इधर सारे बच्चे, तो इत्थे ए हो सकदा कि मान लो जिवें कार्बन आ, एक कार्बन आ, एक कार्बन आ, इत्थे कार्बन आ, इत्थे कार्बन आ, इत्थे कार्बन आ। बिल्कुल इदां ही सिद्धम सिद्धी चेंज आती है। अच्छा जरूरी नहीं हैगा इदां भी हो सकदा कार्बन, बस ब्रांच नहीं बननी चाहिए बेटा जी, इदां भी बन सकदी है कार्बन। ठीक है, किसी भी तरीके नाल होनी चाहिए हैगी। ठीक है, वो कार्बन की चेन ऐ भी हो सकती है, कोई कुछ भी हो सकती है, बस वो कोई भी की नहीं होनी चाहिए कि ब्रांच नहीं होनी चाहिए। बिल्कुल सिंपल 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 सिद्धम सिद्धी की होनी चाहिए चेन। इसे करके ਆਪਾਂ ਇਹਨੂੰ ਇਦਾਂ ਬਣਾ ਲਈਏ, ਇਹਨੂੰ ਆਪਾਂ ਨਾਰਮਲ ਚੇਨ ਕਹਿ ਦਾਂਗੇ ਐਂਡ ਲੌਂਗ ਚੇਨ ਕਹਿ ਦਾਂਗੇ। ਠੀਕ ਹੈ ਜੀ, ਇਹਦੇ ਵਿੱਚ ਹੁਣ ਹਾਈਡਰੋਜਨ ਦੇਖੋ, ਹਾਈਡਰੋਜਨ ਕਿੱਥੇ ਆ ਜਾਊਗਾ, ਹਾਈਡਰੋਜਨ ਹਾਈਡਰੋਜਨ हाइड्रोजन ਆ ਵਾਲੀ ਚੇਨ। ओके, तो एक एडी चेन बन गई अपने को, लॉन्ग चेन बन गई, तो सिंपल चेन बन गई। ओके, दूसरे नंबर वाली केड़ी बन जूगी, ब्रांचड चेन बन जूगी। कि मान लो कार्बन इदा लगे हुए, छोटी बना लो, को बड़ी बड़ी बनाने की लोड़ नहीं। आसी कार्बन, आसी कार्बन, मेरे को बड़ी कंपलैक्स नहीं बनाया, इस करके मैं सौखी ही बनाई है मैं कहीं। नेमिंग की होगी बेटा, नेमिंग आप सीखांगे जी, किसी ने कोई टेंशन नहीं लेनी। बस मैं जो स्टार्टिंग तो थोड़ा रूल दसे ने कि आपकी क्लासेस रेगुलर रखियो, कोई क्लासेस मिस ना करो, घरे आके NCERT रीड कर लिया करो, सफिशेंट आ केड़ी चेन बन गई तुहाडे कोल, ब्रांचड चेन बन गई। एक होर की हो सकता तुहाडे कोल, थोड़ा ऐ ना हो जाए भी कार्बन कार्बन सिर्फ 6 ही बना सकते हैं, 5 ही बना सकते हैं। इदा करके देखो मैं बथेरे लगाते थे। अच्छा बेटा कार्बन ने किन्ने बॉन्ड बने हुए हैं, इस कार्बन के 2 बॉन्ड बने, तो किन्ने हाइड्रोजन होर लग सकते हैं, किन्ने 2 लग सकते हैं, देख लो। ठीक है जी, 2 हाइड्रोजन लग जाएंगे, इसे करके मैं सब दे नाल इदा इदा डंडियां कट रही। ठीक है, वैसे कदे भी जिथे कार्बन के इदा लगे हो कितने भी हाइड्रोजन आप लगाते नहीं होंगे, तो यदा मतलब ये होंगे ओबीअसली होंगे भी जिन्ने बॉन्ड खाली पे सब नाल की लग जूगे एक हाइड्रोजन। तो 3 तरह के अपने को बन सकते हैं, लगाने तो लगा भी सकते हो बेटा, मैनू कोई इशू नहीं है इस तरह का करके। देखो हाइड्रोजन पर स्ट्रक्चर थोड़ी जी होर ही लगन लग जाती होंगी है। लो जी बन गए स्ट्रक्चर, रिंग स्ट्रक्चर। सो इदा करके बेटा जी की आ, जो कार्बन कार्बन ज्वाइन करनगे तो इदा करके बन जाए। अच्छा इस कंपाउंड के थोनों किहड़े किहड़े एटम्स मिल रहे हैं, एक तो कार्बन मिल रहा, होर की मिल रहा थोनों, की मिल रहा है अजिहे कंपाउंड जिन्ना च सिर्फ और सिर्फ थोनों की मिल हाइड्रोजन ते कार्बन, उस कंपाउंड आप की कहदा करांगे हाइड्रोकार्बनस क्या करांगे, की कहेंगे ना आप हाइड्रोकार्बनस। याद आ पहला पार्ट लिखा सी ऑर्गेनिक कंपाउंड के कुछ टाइप्स, ऑर्गेनिक कंपाउंड के कुछ टाइप्स, सम ऑफ द कॉमन टाइप ऑफ ऑर्गेनिक कंपाउंड हाइड्रोकार्बन। हाइड्रोकार्बन ओ वाले कंपाउंड्स, कंपाउंड्स only formed with हाइड्रोजन एंड कार्बन एंड हाइड्रोजन लिख जो, हाइड्रोजन एंड कार्बन लिख लो। जो कंपाउंड सिर्फ किदे किदे बने होंगे बेटा, हाइड्रोजन ते कार्बन तो जुड़ के बने होंगे, उन्होंने ही आपां की कहदा करांगे हाइड्रोकार्बन कहांगे आपां। ठीक है, उस तो बाद हैलो अल्केन्स पढ़ांगे इन्हों आपां हजे अगली क्लासेस च पढ़ांगे। देखो ये वाले ऑर्गेनिक कंपाउंड्स जिहड़े हैगे थोड़ी केमिस्ट्री दे विच सिलेबस च हैगा तुहानूं। ठीक है, टाइप्स ऑफ ऑर्गेनिक कंपाउंड कार्बन कंपाउंड। हुण कार्बन कंपाउंड किदा किदा बन सकते हैं, हाइड्रोकार्बन हो सकते हैं, हैलोकेन्स हो सकते हैं, हेलोजिनेटेड हाइड्रोकार्बन जिन्होंने कह सकते हैं। देखो हेलोजिनेटेड
ਹਾਈਡਰੋਕਾਰਬਨ। ਤਾਂ ਸਾਰੇ ਬੱਚਿਆਂ ਦਾ ਪਹਿਲਾਂ ਹੋਮਵਰਕ ਸੁਣੋ। ਕੱਲ ਨੂੰ ਸਾਰੇ ਬੱਚੇ ਇਹ ਪੜ੍ਹ ਕੇ ਆਉਣਗੇ ਹੈਲੋਜਨਸ ਕੀ ਹੁੰਦੇ ਨੇ। ਹੈਲੋਜਨਸ ਕੀ ਹੁੰਦੇ ਨੇ, ਕੱਲ ਦਾ ਤੁਹਾਡਾ ਹੋਮਵਰਕ ਆ। ਓਕੇ, ਐਲਕੋਹਲਸ ਬਣ ਜਾਣਗੇ। ਐਲਕੋਹਲ ਦੇ ਵਿੱਚ ਹੁਣੀ ਆਪਾਂ ਇੱਕ ਇਥੇਨੋਲ ਦੇਖ ਕੇ ਆਏ ਆਪਾਂ। ਜਿੰਨੀਆਂ ਵੀ ਅਲਕੋਹਲਸ ਨੇ ਉਹ ਵੀ ਕਿੰਨੇ ਸਾਰੀਆਂ ਆਪਣੀ ਕਿ ਆਰਗੈਨਿਕ ਕੰਪਾਊਂਡ ਆ। ਐਲਡੀਹਾਈਡ ਦੇਖਾਂਗੇ, ਕੀਟੋਨਸ ਦੇਖਾਂਗੇ, ਕਾਰਬੋਜ਼ਾਈਲਿਕ ਐਸਿਡ। ਤੁਸੀਂ ਬਹੁਤ ਸਾਰੇ ਐਸਿਡ ਪੜ੍ਹੇ ਹੋਣਗੇ ਐਸਿਡ ਬੇਸਿਸ ਐਂਡ ਸਾਲਟ ਦੇ ਵਿੱਚ, ਬਟ ਕੁਝ ਐਸਿਡ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਰਗੈਨਿਕ ਐਸਿਡ ਕਹਿ ਦਿੰਦੇ ਆ। ਐਂਡ ਆਰਗੈਨਿਕ ਐਸਿਡ ਸਿਰਫ ਉਹ ਐਸਿਡ ਨੇ ਜਿਨ੍ਹਾਂ ਨੂੰ ਆਪਾਂ ਕਾਰਬੋਨਿਕ ਐਸਿਡ ਕਹਿ ਦਾਂਗੇ। ਓਕੇ, ਅਗਲੇ ਜਾਓ, ਹਾਈਡਰੋਕਾਰਬਨਸ ਕੀ ਹੁੰਦੇ ਨੇ। ਤਾਂ ਸਭ ਤੋਂ ਪਹਿਲਾ ਪਾਰਟ ਸਾਡਾ ਸਟਾਰਟ ਹੋ ਗਿਆ ਅੱਜ, ਹਾਈਡਰੋਕਾਰਬਨਸ। ਹਾਈਡਰੋਕਾਰਬਨਸ ਕੀ ਨੇ ਬੇਟਾ, a compound made up of hydrogen and carbon only। ਜੋ ਕੰਪਾਊਂਡ ਸਿਰਫ ਕਿਹਦਾ ਬਣ ਜਾਊਗਾ, ਹਾਈਡਰੋਜਨ ਤੇ ਕਾਰਬਨ ਦਾ ਬਣਿਆ ਹੋਊਗਾ, ਉਹਨੂੰ ਆਪਾਂ ਹਾਈਡਰੋਕਾਰਬਨ ਕਹਿ ਦਾਂਗੇ। ਇਹਦਾ ਮਤਲਬ ਮੇਰੇ ਕੋਲ ਆ ਇੱਕ ਕੰਪਾਊਂਡ ਦਿਖ ਰਿਹਾ ਤੁਹਾਨੂੰ, ਬਲੈਕ ਵਾਲਾ ਕੀ ਹੈ ਕਾਰਬਨ ਐਂਡ ਵਾਈਟ ਵਾਲਾ ਕੀ ਹੈ ਹਾਈਡਰੋਜਨ। ਤਾਂ ਮਤਲਬ ਕਿ ਇਹ ਕੰਪਾਊਂਡ ਸਾਰਾ ਕਿਹਦਾ ਬਣਿਆ ਹੋਏਗਾ, ਹਾਈਡਰੋਜਨ ਤੇ ਕਾਰਬਨ ਦਾ, ਹਾਈਡਰੋਜਨ ਤੇ ਕਾਰਬਨ ਦਾ। ਦੈਨ ਇਹ ਕੀ ਹੈ, ਇੱਕ ਹਾਈਡਰੋਕਾਰਬਨ। ਇਧਰ ਆ ਵੀ ਇੱਕ ਕੰਪਾਊਂਡ ਦਿਖ ਰਿਹਾ, ਤੁਸੀਂ ਕਹੋਗੇ ਜੀ ਇਹ ਚ ਤਾਂ ਦੋ ਕਾਰਬਨਾਂ ਲਗਾਤੀਆਂ ਤੁਸੀਂ, ਪਰ ਦੋ ਕਾਰਬਨਾਂ ਦੇ ਵਿਚਾਲੇ ਮੈਂ ਡੰਡੀਆਂ ਦੋ ਲੱਗੀਆਂ ਹੋਈਆਂ, ਦੇਖਿਓ ਤੁਹਾਨੂੰ ਵਾਈਟ ਜਾਂ ਦੋ ਡੰਡੀਆਂ ਦਿਖ ਰਹੀਆਂ ਹੋਣਗੀਆਂ ਸਭ ਨੂੰ। ਇਹਦਾ ਮਤਲਬ ਕੀ ਹੈ, ਡਬਲ ਬੌਂਡ। ਇਹਦਾ ਮਤਲਬ ਕੀ ਹੈਗਾ, ਡਬਲ ਬੌਂਡ। ਹੁਣ ਇਹ ਕੀ ਆ, ਚਲੋ ਡਬਲ ਬੌਂਡ ਦੀ ਛੱਡੋ, ਗੋਲੀ ਮਾਰੋ ਨੂੰ। ਆਪਾਂ ਇਹ ਦੇਖੋ ਪਹਿਲਾਂ ਕਾਰਬਨਾਂ ਕਿੰਨੀਆਂ ਨੇ, ਦੋ। ਹਾਈਡਰੋਜਨਾਂ ਕਿੰਨੀਆਂ ਨੇ, ਇਹ ਤੋਂ ਬਿਨਾਂ ਕਾਰਬਨ ਤੇ ਹਾਈਡਰੋਜਨ ਤੋਂ ਬਿਨਾਂ ਤੁਹਾਨੂੰ ਕੀ ਲੱਗਿਆ ਦਿਖ ਰਿਹਾ ਇੱਥੇ, ਕਿਹੜਾ ਐਲੀਮੈਂਟ ਲੱਗਿਆ ਦਿਖ ਰਿਹਾ ਤੁਹਾਨੂੰ, ਕੋਈ ਵੀ ਨਹੀਂ। ਇਹਦਾ ਮਤਲਬ ਇਹ ਵੀ ਕੰਪਾਊਂਡ ਕਿਹਦਾ ਬਣਿਆ ਹੋਏਗਾ, ਹਾਈਡਰੋਜਨ ਤੇ ਕਾਰਬਨ ਦਾ। ਇਹ ਵੀ ਕੀ ਇੱਕ ਹਾਈਡਰੋਕਾਰਬਨ ਹੈ, ਇਹ ਵੀ ਕੀ ਇੱਕ ਹਾਈਡਰੋਕਾਰਬਨ। ਚਲੋ ਇੱਕ ਕੰਪਾਊਂਡ ਹੋਰ ਲੈ ਕੇ ਆਇਆ ਸੀ, ਵੈਸੇ ਲੋੜ ਇਹਨਾਂ ਦੀ ਗੱਲ ਪੈਣੀ ਆ। ਇੱਥੇ ਕਿੰਨੀਆਂ ਕਾਰਬਨਾਂ ਲਗਾਈਆਂ ਮੈਂ, ਕਿੰਨੀਆਂ ਲਗਾਈਆਂ ਹੋਈਆਂ, ਦੋ। ਬਟ ਇਹਦੇ ਵਿੱਚ ਨਾ ਅਗਰ ਤੁਸੀਂ ਦੇਖ ਪਾਓ ਤਾਂ ਇਹ ਚ ਮੈਂ ਤਿੰਨ ਵਾਈਟ ਬੌਂਡ ਬਣਾਏ ਹੋਏ ਇਹਦੇ ਚ ਬੌਂਡ ਕਿੰਨੇ ਬਣਾਏ ਹੋਏ ਮੈਂ, 3 ਬੌਂਡਸ ਬਣਾਏ ਹੋਏ, ਵਾਈਟ 3 ਬੌਂਡਸ। ਤੇ ਇਹ ਚ ਮੈਂ ਜ਼ੂਮ ਵੀ ਕਰਕੇ ਦਿਖਾ ਦੇਣਾ। ਤਾਂ ਇਹ ਚ ਦਿਖ ਰਹੇ ਹੋਣਗੇ ਮੈਨੂੰ ਲੱਗਦਾ ਹੁਣ ਤਾਂ 3 ਬੌਂਡਸ ਦਿਖ ਰਹੇ ਨੇ, ਦੇਖੋ। ਬਟ 3D ਹੈ ਨਾ, ਤਾਂ ਇਸ ਕਰਕੇ ਬੇਟਾ ਇੱਕ ਬੌਂਡ ਪਿੱਛੇ ਦੇਖੋ ਲੁਕ ਗਿਆ। ਤਾਂ ਇੱਥੇ ਸ਼ਾਇਦ ਆ ਕੇ, ਹਾਂ ਆ ਦੇਖੋ, ਇੱਥੇ ਦੋ ਕਾਰਬਨ ਦੇ ਵਿਚਾਲੇ ਤੁਹਾਨੂੰ ਕਿੰਨੇ ਬੌਂਡ ਦਿਖ ਰਹੇ ਨੇ, 3 ਬੌਂਡ ਦਿਖ ਰਹੇ ਨੇ। ਅੱਛਾ, ਇੱਥੋਂ ਥੋੜੀ ਹੋਰ ਵੀ ਚੀਜ਼ ਸਮਝੋ ਸਾਰੇ ਬੱਚੇ। ਆ ਇੱਕ ਕਾਰਬਨ ਦੇ ਨਾਲ ਕਿੰਨੇ ਬੌਂਡ ਬਣ ਗਏ, ਕਿੰਨੇ ਬੌਂਡ ਬਣ ਗਏ, 3 ਇੱਧਰ ਹੋ ਗਏ, ਕਿ ਚੌਥਾ ਇੱਧਰ ਹੋ ਗਿਆ ਹਾਈਡਰੋਜਨ ਦੇ ਨਾਲ, ਇਧਰਲੇ ਕਾਰਬਨ ਦੇ ਨਾਲ 3 ਬੌਂਡ ਇੱਧਰ ਹੋ ਗਏ, ਇੱਕ ਕਿੱਧਰ ਹੋ ਗਿਆ ਇੱਧਰ, ਤੇ ਕਿੰਨੇ ਬੌਂਡ ਹੋ ਗਏ, 4 ਬੌਂਡ ਹੋ ਗਏ। ਤਾਂ ਬੇਟਾ ਜੀ ਕਾਰਬਨ ਕਿੰਨੀ ਆਪਦੀ ਮਤਲਬ ਕਿ ਬੌਂਡਸ ਬਣਾ ਸਕਦਾ ਹੈਗਾ, 4 ਬੌਂਡ ਬਣਾ ਸਕਦਾ। ਟੈਟਰਾਵੈਲੈਂਸੀ ਆ ਕਾਰਬਨ ਕੋਲ, ਤਾਂ 4 ਬੌਂਡ ਬਣਾ ਸਕਦਾ। ਤੁਹਾਡੇ ਸਾਹਮਣੇ ਦੇਖੋ 4 ਬੌਂਡ ਇਹਨੇ ਬਣਾਏ, ਇੱਕ ਬੌਂਡ ਹਾਈਡਰੋਜਨ ਦੇ ਨਾਲ, 3 ਬੌਂਡ ਕਾਰਬਨ ਦੇ ਨਾਲ। ਇੱਕ ਕਾਰਬਨ ਨੇ 3 ਬੌਂਡ ਇਧਰਲੇ ਕਾਰਬਨ ਨਾਲ ਬਣਾ ਲਏ, ਇੱਕ ਕਾਰਬਨ ਨੇ ਇੱਕ ਬੌਂਡ ਇਧਰ ਹਾਈਡਰੋਜਨ ਦੇ ਨਾਲ ਬਣਾ ਲਏ। ਤਾਂ ਇਸ ਤਰ੍ਹਾਂ ਕਰਕੇ ਇਹ ਵੀ, ਅਗਰ ਇਹ ਵੀ ਥੋੜਾ ਇੱਥੇ ਮੈਂ ਦਿਖਾ ਸਕਾਂ ਤਾਂ ਸ਼ਾਇਦ ਦਿਖ ਜਾਏਗਾ। ਤਾਂ ਦੇਖੋ ਬੇਟਾ ਸਾਰੇ ਬੱਚੇ, ਇੱਥੇ ਲੈ ਕੇ ਦਿਖਾਈਏ। ਤਾਂ ਦੋ ਕਾਰਬਨ ਦੇ ਵਿਚਾਲੇ ਕਿੰਨੇ ਬੌਂਡ ਦਿਖ ਰਹੇ ਆ, ਇੱਕ ਆ ਦਿਖ ਰਿਹਾ, ਇੱਕ ਉੱਪਰ ਦਿਖ ਰਿਹਾ ਹੋਊਗਾ। ਤਾਂ ਕਿੰਨੇ ਬੌਂਡ ਨੇ ਇਹ, 2 ਬੌਂਡ। ਅਗਰ ਇੱਕ ਕਾਰਬਨ ਦੀ ਗੱਲ ਕਰੀਏ, ਕਾਰਬਨ ਨੰਬਰ 1, ਅਗਰ ਇਹ ਕਾਰਬਨ ਨੰਬਰ 1 ਆ ਤਾਂ ਇੱਕ ਕਾਰਬਨ ਪਹਿਲਾਂ ਕਾਰਬਨ ਦੇ ਨਾਲ ਕਿੰਨੇ ਬੌਂਡ ਬਣਾ ਰਿਹਾ ਹੈਗਾ, ਤੇ ਬਾਕੀ ਬਚੇ ਹੋਏ 2 ਬੌਂਡ ਕਿੱਧਰ ਬਣਾ ਰਿਹਾ ਉਹ, ਇਧਰਲੇ ਕਾਰਬਨ ਦੀ ਗੱਲ ਕਰੀਏ ਤਾਂ ਮੇਰੇ ਕੋਲ ਜਿੰਨੇ ਵੀ ਆਹ ਕੰਪਾਊਂਡ ਨੇ, ਤਾਂ ਮੇਰੇ ਕੋਲ ਇਹ ਕਿਹੜੇ ਕੰਪਾਊਂਡ ਨੇ, ਇਹ ਹਾਈਡਰੋਕਾਰਬਨਸ ਨੇ। ਇਹ ਸਾਰੇ ਕੀ ਨੇ ਆਪਣੇ ਕੋਲ, ਹਾਈਡਰੋਕਾਰਬਨ। ਪਹਿਲਾਂ ਇਹਦੀ ਗੱਲ ਕਰੀਏ ਤਾਂ ਇੱਕ ਕਾਰਬਨ 4 ਹਾਈਡਰੋਜਨਸ। ਮਿਥੇਨ ਤਾਂ ਸਭ ਨੂੰ ਪਤਾ ਮਿਥੇਨ ਦੀ ਸਟਰਕਚਰ ਹੈ ਇਹ, ਠੀਕ ਹੈ। ਸੋ ਇਹ ਮਿਥੇਨ, ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਬੇਟਾ ਜੀ ਕਿ ਆਪਣੇ ਕੋਲ ਹਾਈਡਰੋਕਾਰਬਨ ਆ ਵੀ ਕੀ ਆਪਣੇ ਕੋਲ ਹਾਈਡਰੋਕਾਰਬਨ, ਬਿਕੋਜ਼ ਇਹ ਚ ਵੀ ਸਾਨੂੰ ਕੀ ਮਿਲ ਰਿਹਾ, ਹਾਈਡਰੋਜਨ ਤੇ ਆਕਸੀਜਨ। ਇਹਦੇ ਵਿੱਚ ਵੀ ਸਾਨੂੰ ਕੀ ਮਿਲ ਰਿਹਾ ਹੈਗਾ, ਹਾਈਡਰੋਜਨ ਤੇ ਆਕਸੀਜਨ। ਬਸ ਬੌਂਡ ਇਹਦੇ ਵਿੱਚ ਕਿੰਨੇ ਨੇ ਬੇਟਾ, 3 ਨੇ, ਦਿਖ ਰਹੇ ਹੋਣਗੇ ਸਾਨੂੰ। ਇਹ ਵੀ ਇੱਕ ਹਾਈਡਰੋਕਾਰਬਨ। ਸੋ ਉਹ ਸਾਰੇ ਕੰਪਾਊਂਡਸ ਜਿਹੜੇ ਕਿਤੋਂ ਬਣੇ ਹੋਣ ਬੇਟਾ ਜੀ, ਹਾਈਡਰੋਜਨ ਤੇ ਕਾਰਬਨ ਤੋਂ ਬਣੇ ਹੋਣ, ਉਹਨਾਂ ਨੂੰ ਹੀ ਕੀ ਕਹਿੰਦੇ ਆਪਾਂ, ਹਾਈਡਰੋਕਾਰਬਨਸ ਕਹਿ ਸਕਦੇ ਹਾਂ। ਉਸ ਤੋਂ ਬਾਅਦ the most important natural source of hydrocarbon is petroleum। ਇੱਥੇ ਇਡ ਨਹੀਂ ਆਊਗਾ, is ਆਊਗਾ, ਠੀਕ ਹੈ ਜੀ। ਅਗਰ ਤੁਹਾਨੂੰ ਕੋਈ ਪੁੱਛ ਲੇ ਵੀ ਨੈਚੁਰਲ ਸੋਰਸ ਦੱਸ ਸਕਦਾ ਹਾਈਡਰੋਕਾਰਬਨਸ ਦਾ ਕੀ ਆ, ਤਾਂ ਤੁਸੀਂ ਕੀ ਕਹਿ ਦੋਗੇ, ਪੈਟਰੋਲੀਅਮ। ਪੈਟਰੋਲੀਅਮ ਹੁਣ ਪੈਟਰੋਲ ਨਹੀਂ ਹੁੰਦਾ, ਜਿਹੜਾ ਆਪਾਂ ਕੱਚਾ ਤੇਲ ਕੱਢਦੇ ਆ ਨਾ, ਕਰੂਡ ਆਇਲ ਕੱਢਦੇ ਆ ਨਾ, ਬਲੈਕ ਕਲਰ ਦਾ ਹੁੰਦਾ ਇਹ, ਸਮੁੰਦਰਾਂ ਦੇ ਵਿੱਚੋਂ ਕੱਢਦੇ ਆ, ਠੀਕ ਹੈ। ਇਹ ਉਹ ਤੇਲ ਨੂੰ ਆਪਾਂ ਪੈਟਰੋਲੀਅਮ ਕਹਿੰਦੇ ਨੇ। ਪੈਟਰੋਲੀਅਮ ਦੇ ਵਿੱਚੋਂ ਬਹੁਤ ਕੁਝ ਨਿਕਲਦਾ, ਜਦੋਂ ਪੈਟਰੋਲੀਅਮ ਨੂੰ ਕੀ ਕਰਦੇ, ਰਿਫਾਈਨਰੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਨਾ, ਤੇ ਪੈਟਰੋਲੀਅਮ ਤੋਂ ਹੀ ਪੈਟਰੋਲ ਵੀ ਬਣਦਾ, ਉਹਦੇ ਵਿੱਚੋਂ ਡੀਜ਼ਲ ਵੀ ਬਣਦਾ, ਉਹਦੇ ਵਿੱਚੋਂ ਕੈਰੋਸਿਨ ਵੀ ਬਣਦਾ, ਉਹਦੇ ਵਿੱਚ ਜਾਂ ਨੈਚੁਰਲ ਗੈਸ CNG ਜਿਹੜੀ ਤੁਸੀਂ ਕਹਿੰਦੇ ਹੋ ਉਹ ਵੀ ਬਣ ਜਾਂਦੀ ਹੈ, ਠੀਕ ਹੈ।
ਫਿਰ ਜਿਹੜੀ ਤੁਸੀਂ ਮੋਮਬੱਤੀਆਂ ਚਲਾਈਆਂ ਸੀਗੀਆਂ ਵੈਕਸ, ਇਹ ਵੀ ਉੱਥੇ ਹੀ ਬਣਦੀ ਹੈ। ਇਹ ਸਾਰਾ ਕੁਝ ਜਿਹੜਾ ਹੈਗਾ ਪੈਟਰੋਲੀਅਮ ਦੇ ਵਿੱਚੋਂ ਬਣਦਾ ਹੈਗਾ। ਸੋ ਪੈਟਰੋਲੀਅਮ ਮੀਨਸ ਪੈਟਰੋਲ ਨਹੀਂ ਹੁੰਦਾ, ਪੈਟਰੋਲੀਅਮ ਦੇ ਵਿੱਚੋਂ ਪੈਟਰੋਲ ਨਿਕਲਦਾ ਵਾ। ਓਕੇ, ਸੋ ਇਹਦਾ ਜਿਹੜਾ ਨੈਚੁਰਲ ਸੋਰਸ ਆ ਹਾਈਡਰੋਕਾਰਬਨਸ ਦਾ ਬੇਟਾ, ਨੈਚੁਰਲ ਸੋਰਸ ਕੌਣ ਹੈਗਾ? ਪੈਟਰੋਲੀਅਮ। ਦ ਨੈਚੁਰਲ ਗੈਸ ਵਿਚ ਅਕਰਸ ਅਬਵ ਪੈਟਰੋਲੀਅਮ ਡਿਪੋਜ਼ਿਟ ਇਜ਼ ਆਲਸੋ ਹਾਈਡਰੋਕਾਰਬਨ। ਜਿਹੜੀ ਨੈਚੁਰਲ ਗੈਸ ਜਿਹਦੀ ਗੱਲ ਕਰਦੇ ਆ ਆਪਾਂ, ਸੀਐਨਜੀ ਯੂਜ਼ ਕਰਦੇ ਨਾ ਇਹਦੇ ਟਾਈਮ ਤੇ, ਸੀਐਨਜੀ ਯੂਜ਼ ਕਰਦੇ ਨਾ, ਤਾਂ ਉਹ ਵੀ ਕੀ ਹੈ ਬੇਟਾ? ਕੰਪਰੈਸ ਨੈਚੁਰਲ ਗੈਸ ਜਿਹੜੀ ਹੈਗੀ ਆ ਉਹ ਵੀ ਕੀ ਹੈਗੀ? ਇੱਕ ਹਾਈਡਰੋਕਾਰਬਨ ਆ, ਹਾਈਡਰੋਜਨ ਤੇ ਕਾਰਬਨ ਤੋਂ ਬਣੀ ਹੋਈ ਆ। ਲਾਸਟ ਸਲਾਈਡ ਤੋਂ ਬਾਅਦ ਇਹ ਆਪਣੇ ਕੋਲ ਕਿ ਟਾਈਪਸ ਆਫ ਹਾਈਡਰੋਕਾਰਬਨ। ਟਾਈਪਸ ਦੱਸ ਦੇਣਾ ਕੀ ਹੈ ਬੇਟਾ? ਦੋ ਟਾਈਪਸ ਦੀਆਂ ਹਾਈਡਰੋਕਾਰਬਨਸ ਹੁੰਦੇ ਆ। ਕੱਲ ਦਾ ਲੈਕਚਰ ਆਪਣਾ ਇੱਥੇ ਸਟਾਰਟ ਹੋਊਗਾ। ਤਾਂ ਟਾਈਪਸ ਕੀ ਨੇ? ਪਹਿਲੀ ਟਾਈਪ ਜਿਹੜੀ ਹੈਗੀ ਹੈ ਸੈਚੂਰੇਟਡ ਹਾਈਡਰੋਕਾਰਬਨ। ਦੱਸ ਕੇ ਜਾਊਂਗਾ ਤਾਂ ਸੈਚੂਰੇਟਡ ਤੇ ਅਨਸੈਚੂਰੇਟਡ ਕੀ ਹੁੰਦਾ, ਪਰ ਕੱਲ ਵੀ ਗੱਲ ਕਰਾਂਗੇ। ਕਿਹੜੇ ਕਿਹੜੇ ਹਾਈਡਰੋਕਾਰਬਨਸ ਹੁੰਦੇ ਨੇ? ਦੋ ਤਰ੍ਹਾਂ ਦੇ, ਸੈਚੂਰੇਟਡ ਹਾਈਡਰੋਕਾਰਬਨਸ ਐਂਡ ਅਨਸੈਚੂਰੇਟਡ ਹਾਈਡਰੋਕਾਰਬਨ। ਦੋ ਤਰ੍ਹਾਂ ਦੇ ਹਾਈਡਰੋਕਾਰਬਨ ਨੇ, ਸੈਚੂਰੇਟਡ ਹਾਈਡਰੋਕਾਰਬਨ ਤੇ ਨॉन ਸੈਚੂਰੇਟਡ ਹਾਈਡਰੋਕਾਰਬਨ। ਫਰਕ ਦੇਖੋ ਦੋਨਾਂ 'ਚ ਕੀ ਹੈ। ਇਹ ਵਾਲੇ ਹਾਈਡਰੋਕਾਰਬਨਸ ਐਂਡ ਇਹ ਵਾਲੇ ਹਾਈਡਰੋਕਾਰਬਨਸ, ਪਹਿਲਾਂ ਤਾਂ ਤੁਹਾਨੂੰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹਾਈਡਰੋਕਾਰਬਨਸ ਕੀ ਆ। ਇਹ ਉਹ ਕੰਪਾਊਂਡਸ ਨੇ ਜੋ ਸਿਰਫ ਕਾਰਬਨ ਤੇ ਹਾਈਡਰੋਜਨ ਤੋਂ ਬਣੇ ਹੋਏ, ਜੋ ਸਿਰਫ ਕਿਤੋਂ ਬਣਿਆ? ਕਾਰਬਨ ਤੋਂ ਹਾਈਡਰੋਜਨ ਤੋਂ ਬਣਿਆ ਹੋਇਆ। ਬੇਟਾ ਅਗਰ ਅਗਰ ਕੋਈ ਵੀ ਤੁਹਾਡੇ ਕੋਲ ਕੰਪਾਊਂਡ ਇਦਾਂ ਦਾ ਹੈਗਾ ਜਿਹਦੇ ਵਿੱਚ ਕਾਰਬਨ 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 ਕਾਰਬਨ, ਚਾਹੇ ਲੱਖ ਕਿੰਨੀ ਵੱਡੀ ਚੇਨ ਆ, ਅਗਰ ਸਾਰੇ ਕਾਰਬਨ ਕਾਰਬਨ ਵਿਚਾਲੇ ਤੁਹਾਨੂੰ ਸਿੰਗਲ ਬੌਂਡ ਮਿਲ ਰਿਹਾ ਹੈਗਾ, ਜਿੰਨੇ ਵੀ ਦੁਨੀਆ ਦੇ ਉੱਤੇ ਕੰਪਾਊਂਡਸ ਐਂਡ ਉਹਨਾਂ ਸਾਰੇ ਕੰਪਾਊਂਡਸ ਦੇ ਵਿੱਚ ਅਗਰ ਕਾਰਬਨ ਕਾਰਬਨ ਸਿੰਗਲ ਬੌਂਡ ਨਾਲ ਜੁੜਿਆ ਹੋਇਆ ਹੈਗਾ, ਤਾਂ ਸਾਰੇ ਕੰਪਾਊਂਡਸ ਨੂੰ ਅਸੀਂ ਕਿਹੜਾ ਕੰਪਾਊਂਡ ਕਹਿ ਦਾਂਗੇ? ਸੈਚੂਰੇਟਡ ਹਾਈਡਰੋਕਾਰਬਨ ਕਹਿ ਦਾਂਗੇ। ਕਿਹੜਾ ਕੰਪਾਊਂਡ ਕਹਿ ਦਾਂਗੇ ਅਸੀਂ ਨੂੰ? ਸੈਚੂਰੇਟਡ ਹਾਈਡਰੋਕਾਰਬਨ ਕਹਿ ਦਾਂਗੇ। ਸੋ ਸੈਚੂਰੇਟਡ ਹਾਈਡਰੋਕਾਰਬਨ ਦਾ ਮਤਲਬ ਕੀ ਆ? ਠੀਕ ਹੈ, in which carbon carbon links with single bond only, ਸਿੰਗਲ ਬੌਂਡ ਦੇ ਨਾਲ ਜੁੜਿਆ ਹੋਇਆ ਜਿਹ ਚ ਕਾਰਬਨ ਕਾਰਬਨ। ਠੀਕ ਹੈ, ਹੁਣ ਆਹ ਵਾਲਾ ਕੰਪਾਊਂਡ ਕੀ ਸੀਗਾ ਔਰ ਤੁਹਾਡੇ ਸਾਹਮਣੇ ਸੈਚੂਰੇਟਡ ਜਾਂ ਅਨਸੈਚੂਰੇਟਡ? ਕਾਰਬਨ ਹੀ ਇੱਕ, ਦੂਸਰੀ ਤਾਂ ਕਾਰਬਨ ਹੀ ਹੈ ਨਹੀਂ, ਤਾਂ ਡਬਲ ਸਿੰਗਲ ਦਾ ਤਾਂ ਚੱਕਰ ਹੀ ਖਤਮ ਹੋ ਗਿਆ। ਤਾਂ ਇਹ ਕਿਹੜਾ ਹੈਗਾ? ਸੈਚੂਰੇਟਡ ਹਾਈਡਰੋਕਾਰਬਨ ਆ। ਆਹ ਵਾਲਾ ਜਿਹੜਾ ਹੈਗਾ ਤੁਹਾਡੇ ਸਾਹਮਣੇ, ਮੈਂ ਥੋੜਾ ਫਿਰ ਇਹਨੂੰ ਜ਼ੂਮ ਕਰ ਲਈ ਆਪਾਂ ਤੁਹਾਨੂੰ ਦਿਖਾਉਣ ਦੇ ਲਈ। ਤਾਂ ਬੇਟਾ ਦੇਖੋ ਸਾਰੇ ਬੱਚੇ, ਆਹ ਮੇਰੇ ਕੋਲ ਦੇਖੋ, ਇੱਕ ਬਲੈਕ ਕਾਰਬਨ, ਦੂਸਰਾ ਕਾਰਬਨ, ਤੀਸਰਾ ਕਾਰਬਨ, ਚੌਥਾ ਕਾਰਬਨ, ਪੰਜਵਾਂ ਕਾਰਬਨ, ਛੇਵਾਂ ਕਾਰਬਨ, ਐਂਡ ਇਹਨੂੰ ਘੁਮਾ ਕੇ ਦਿਖਾਉਣਾ, ਸਾਰੇ ਕਿਤੇ ਤੁਹਾਨੂੰ ਇੱਕ ਹੀ ਬੌਂਡ ਦਿਖੂਗਾ। ਦੇਖੋ ਸਿਰਫ ਤੁਹਾਨੂੰ ਕਿਹੜਾ ਬੌਂਡ ਦਿਖ ਰਿਹਾ ਹੈਗਾ? ਸਿੰਗਲ ਬੌਂਡ ਦਿਖ ਰਿਹਾ। ਦੇਖੋ ਕਿਤੇ ਵੀ ਕਾਰਬਨ, ਇੱਕ ਵੀ ਕਾਰਬਨ ਕਾਰਬਨ ਵਿਚਾਲੇ ਤੁਹਾਨੂੰ ਕੀ ਨਹੀਂ ਮਿਲ ਰਿਹਾ ਹੈਗਾ? ਡਬਲ ਜਾਂ ਟ੍ਰਿਪਲ ਬੌਂਡ ਤੁਹਾਨੂੰ ਨਹੀਂ ਮਿਲ ਰਿਹਾ। ਇੱਕ ਵੀ ਕਾਰਬਨ ਦੇ ਵਿਚਾਲੇ ਤੁਹਾਨੂੰ ਡਬਲ ਜਾਂ ਟ੍ਰਿਪਲ ਬੌਂਡ ਨਹੀਂ ਮਿਲਿਆ। ਇਸ ਕਰਕੇ ਸਾਰਾ ਸਾਰਾ ਜਿਹੜਾ ਕੰਪਾਊਂਡ ਬਣੂਗਾ, ਤੇ ਕਿਹੜਾ ਕੰਪਾਊਂਡ ਬਣੂਗਾ ਆਪਣੇ ਕੋਲ? ਸੈਚੂਰੇਟਡ ਹਾਈਡਰੋਕਾਰਬਨ। ਕਿਹੜਾ ਕੰਪਾਊਂਡ ਬਣ ਜੂਗਾ ਇਹ? ਸੈਚੂਰੇਟਡ ਹਾਈਡਰੋਕਾਰਬਨ। ਓਕੇ, ਉਸ ਤੋਂ ਬਾਅਦ ਇਹਦੀ ਗੱਲ ਕਰੀਏ ਤਾਂ ਕਾਰਬਨ ਕਾਰਬਨ ਦਿਖ ਰਿਹਾ ਤੁਹਾਨੂੰ? ਤਾਂ ਕਾਰਬਨ ਕਾਰਬਨ ਵਿਚਾਲੇ ਕਿੰਨਾ ਬੌਂਡ ਦਿਖ ਰਿਹਾ ਤੁਹਾਨੂੰ ਇੱਥੇ? ਇੱਕ ਵਾਰ ਫਿਲਹਾਲ ਚ ਦੇਖਣ ਸਿੰਗਲ ਦਿਖ ਰਿਹਾ ਹੋਊਗਾ ਕਿਉਂਕਿ ਦੂਸਰਾ ਬੌਂਡ ਪਿੱਛੇ ਲੁਕ ਗਿਆ। ਅਗਰ ਮੈਨੂੰ ਇਦਾਂ ਕਰਦਾ, ਹੁਣ ਕਾਰਬਨ ਕਾਰਬਨ ਵਿਚਾਲੇ ਕਿੰਨੇ ਬੌਂਡ ਦਿਖ ਰਿਹਾ ਤੁਹਾਨੂੰ ਸਭ ਨੂੰ? ਡਬਲ ਬੌਂਡ ਦਿਖ ਰਿਹਾ ਹੈਗਾ। ਤਾਂ ਹੁਣ ਇਹ ਸੈਚੂਰੇਟਡ ਹਾਈਡਰੋਕਾਰਬਨ ਹੈ ਜਾਂ ਨਹੀਂ ਹੈ? ਨਹੀਂ ਹੈਗਾ ਗਾ। ਇਹ ਵਾਲਾ ਸੈਚੂਰੇਟਡ ਹਾਈਡਰੋਕਾਰਬਨ ਹੈ ਜਾਂ ਨਹੀਂ ਹੈ? ਨਹੀਂ ਹੈਗਾ। ਸੋ ਜਿਹੜੇ ਕੰਪਾਊਂਡਸ ਕਾਰਬਨ ਕਾਰਬਨ ਸਿੰਗਲ ਬੌਂਡ ਦੇ ਨਾਲ ਜੁੜੇ ਹੋਣ, ਉਹ ਸਾਰੇ ਆਪਾਂ ਕੰਪਾਊਂਡਸ ਨੂੰ ਕੀ ਕਹਿ ਦਾਂਗੇ ਬੇਟਾ ਜੀ? ਸੈਚੂਰੇਟਡ ਹਾਈਡਰੋਕਾਰਬਨਸ ਕਹਿ ਦਾਂਗੇ। ਐਂਡ ਜਿਨ੍ਹਾਂ ਦੇ ਵਿੱਚ ਬੇਟਾ ਜੀ, ਜਿਨ੍ਹਾਂ ਕੰਪਾਊਂਡਸ ਦੇ ਵਿੱਚ ਇਹਦੀ ਗੱਲ ਕਰੀਏ ਤਾਂ ਉਹ ਕੰਪਾਊਂਡਸ in which carbon carbon links with double और ट्रिपल बॉन्ड। ਇੱਕ ਵੀ ਅਗਰ ਡਬਲ ਬੌਂਡ ਆ ਗਿਆ, ਮੰਨ ਲਓ 100 ਕਾਰਬਨ ਜੁੜੇ ਹੋਏ ਐਂਡ 100 ਦੇ ਵਿੱਚੋਂ 99 ਕਾਰਬਨ ਜਿਹੜੇ ਹੈਗੇ ਨੇ ਕਿੱਦਾਂ ਜੁੜੇ ਹੋਏ ਨੇ? ਸਿੰਗਲ ਬੌਂਡ। ਇੱਕ ਵੀ ਡਬਲ ਬੌਂਡ ਆ ਗਿਆ ਤਾਂ ਉਹ ਕਿਹੜੀ ਕੈਟੇਗਰੀ ਚ ਆ ਜਾਊਗਾ? ਅਨਸੈਚੂਰੇਟਡ ਦੇ ਵਿੱਚ ਆ ਜਾਊਗਾ। ਠੀਕ ਹੈ, ਇਨ ਵਿੱਚ ਡਬਲ ਔਰ ਟ੍ਰਿਪਲ ਬੌਂਡ, ਕਾਰਬਨ ਕਾਰਬਨ ਲਿੰਕਸ ਵਿਦ ਡਬਲ ਔਰ ਟ੍ਰਿਪਲ ਬੌਂਡ। ਤਾਂ ਇਸ ਤਰ੍ਹਾਂ ਦੇ ਕੰਪਾਊਂਡ ਨੂੰ ਅਸੀਂ ਕੀ ਕਹਿ ਦਾਂਗੇ? ਅਨਸੈਚੂਰੇਟਡ ਹਾਈਡਰੋਕਾਰਬਨ ਕਹਿ ਦਾਂਗੇ। ਤਾਂ ਇਹਦੇ ਵਿੱਚ ਬੇਟਾ ਜੀ ਅੱਗੇ ਆ ਕੇ ਆਪਾਂ ਪੜਾਂਗੇ ਕਿ ਜਿਹੜੇ ਵੀ ਕੰਪਾਊਂਡਸ ਸੈਚੂਰੇਟਡ ਹੋਣਗੇ, ਅਗਰ ਹਾਈਡਰੋਕਾਰਬਨ ਦੀ ਗੱਲ ਕਰੀਏ, ਉਹਨਾਂ ਦਾ ਐਂਡ ਮੈਂ ਕੱਲ ਦਾ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੱਸਦਾ, ਏਨ
ਤੇ ਇਹਦੇ ਵਿੱਚ ਦੋ ਤਰ੍ਹਾਂ ਨਾਲ ਕੰਪਾਊਂਡਸ ਦਾ ਐਂਡ ਹੋਊਗਾ। ਅਗਰ ਡਬਲ ਬੌਂਡ ਹੈਗਾ ਗਾ ਤਾਂ ਉਸ ਕੰਪਾਊਂਡ ਦਾ ਐਂਡ ਹੋਇਆ ਕਰੂਗਾ ਈਨ ਦੇ ਨਾਲ, ਤੇ ਜਿਹਦਾ ਟ੍ਰਿਪਲ ਬੌਂਡ ਆ ਉਹਦਾ ਐਂਡ ਹੋਇਆ ਕਰੂਗਾ ਆਇਨ ਦੇ ਨਾਲ। ਠੀਕ ਹੈ ਜੀ, ਏਨ ਈਨ ਆਇਨ, ਇਹ ਕੱਲ ਲਈ ਤੁਹਾਡਾ ਇੱਕ ਸਰਪ੍ਰਾਈਜ਼ ਰੱਖ ਦਿੰਦੇ ਆ। ਠੀਕ ਹੈ ਜੀ, ਸੋ ਅੱਜ ਇੰਨਾ ਕੁ ਆਪਣਾ ਕੰਮ ਸੀਗਾ ਤੇ ਸਾਰਿਆਂ ਨੂੰ ਸਮਝ ਆ ਗਿਆ ਦੱਸੋ ਪਹਿਲਾਂ? ਇਹ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ ਇੱਥੇ ਤੱਕ? ਸੌਖਾ ਗਾ ਯਾਰ, ਬਹੁਤ ਸੌਖਾ ਗਾ। ਬਸ ਤੁਸੀਂ ਕੀ ਕਰਨਾ ਗਾ, ਰੈਗੂਲਰਲੀ ਲੈਕਚਰ ਸੁਣਨੇ ਆ ਐਂਡ ਆਹ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ, ਇਹ ਚੀਜ਼ਾਂ ਤੁਸੀਂ ਘਰੇ ਜਾ ਕੇ ਕਾਪੀ ਤੇ ਡਰਾ ਕਰਕੇ ਦੇਖਿਓ ਸਾਰੇ ਬੱਚੇ। ਜੇ ਕਾਰਬਨ ਦੀ ਵੈਲੈਂਸੀ ਦਾ ਪਤਾ, ਕਾਰਬਨ ਨਾਲ ਕਿੰਨੇ ਬੌਂਡ ਬਣ ਸਕਦੇ ਆ, ਇਹ ਤੁਹਾਨੂੰ ਪਤਾ ਗਾ, ਤਾਂ ਤੁਸੀਂ ਜਦੋਂ ਥੋੜੀ ਜਿਹੀ ਆਰਗੈਨਿਕ ਕੈਮਿਸਟਰੀ ਦੀ ਨੌਲੇਜ ਆ ਗਈ ਤਾਂ ਤੁਸੀਂ ਕੋਈ ਵੀ ਕੰਪਾਊਂਡ ਬਣਾ ਸਕਦੇ ਹੋ। ਬਸ ਮੈਂ ਤੁਹਾਨੂੰ ਨਾਮ ਬੋਲਿਆ ਕਰੂੰਗਾ, ਤੁਹਾਨੂੰ ਉਸ ਕੰਪਾਊਂਡ ਦਾ ਤੁਸੀਂ ਨਾਮ ਲਿਖ ਦਿਆ ਕਰੋਗੇ। ਕਲੀਅਰ ਜੀ? ਸੋ ਬਾਕੀ ਆਪਾਂ ਮਿਲਦੇ ਹਾਂ ਕੱਲ ਨੂੰ, ਕੱਲ ਦੇ ਲੈਕਚਰ ਦੇ ਵਿੱਚ। ਐਂਡ ਸਾਰੇ ਬੱਚੇ ਅਗਰ ਕੋਈ ਡਾਊਟ ਹੈ ਤਾਂ ਬੇਟਾ ਤਾਂ ਮੈਨੂੰ ਦੱਸ ਦਿਓ, ਅਗਰ ਡਾਊਟ ਨਹੀਂ ਹੈਗਾ ਤਾਂ ਆਪਾਂ ਕੱਲ ਉਸ ਡਾਊਟ ਬਾਰੇ ਗੱਲ ਕਰਾਂਗੇ।